ਤੇ ਫਿਰ ਉਹਦੇ ਕਿੰਨੀ ਚਾਰਜ ਲੈਂਦੇ ਵੱਖਰਾ? ਉਹਦਾ ਚਾਰਜਸ ਹੈਗੇ ਜੇ ਹੋਮ ਫਿਟਮੈਂਟ ਦੇ ਚਾਰਜਸ ਕਿੰਨੇ ਆ 716 ਭਾਈ ਜਿਹੜਾ ਮੇਨ ਇੰਚਾਰਜ ਆ ਉਹ ਛੁੱਟੀ ਤੇ ਆ। ਬਾਕੀ ਇੰਚਾਰਜ ਤੋਂ ਥੱਲੇ ਤੇ ਕੋਈ ਨਾ ਕੋਈ ਹੁੰਦਾ ਨਾ ਜਿਹੜਾ ਜਿਹਨੇ ਸਾਹਮਣੇ ਹੁੰਦਾ ਸਾਰੇ ਸਟਾਫ। ਮੈਂ ਬੈਠਾ ਤੁਸੀਂ ਜੀ ਆ ਜਾਓ ਫਿਰ 2 ਮਿੰਟ ਤੁਹਾਨੂੰ ਪਲੇਟ ਲਿਆ ਤਾਂ ਆ ਵੇਖੋ ਰਵਈਆ ਵੇਖੋ ਵੀਰ ਦਾ ਕਿ ਸਾਨੂੰ ਕੰਮ ਕਰ ਲੈਣ ਤੋਂ ਅਸੀਂ ਵਿਹਲੇ ਨਹੀਂ ਆ। ਤਾਂ ਹੁਣ ਤੱਕ ਵਿਹਲੇ ਹੀ ਬੈਠੇ ਸੀ ਆ ਵੀਰ। ਇੱਕ ਵਾਰੀ ਝਾਤੀ ਮਾਰੋ ਇਸ ਵੀਰ ਵੱਲ। ਆਫਿਸ ਜਿਹੜੇ ਉਹਨਾਂ ਦੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਨ੍ਹਾਂ ਨਾਲ ਸਾਈਨ ਉਹ ਵੀ ਕਰ ਸਕਦੇ ਆ। ਦਿੱਕਤ ਹੈ ਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੰਪਲੇਂਟ ਜਿਹੜੀ ਹੈ ਸੱਚ ਕੋਈ ਵੀ ਮਦਈ ਜਾਂ ਕੋਈ ਵੀ ਅਦਰਵਾਈਜ਼ ਬੰਦਾ ਨਹੀਂ ਹੈ ਜਿਹਨੇ ਕੰਪਲੇਂਟ ਕੀਤੀ ਹੈ ਕਿ ਉਹਦੇ ਵਿੱਚ ਫਰੇਮ ਲਗਾਉਂਦੇ ਪਏ ਨੇ। ਥੋੜਾ ਜਿਹਾ ਹਿਸਾਬ ਥੋੜਾ ਦੱਸ ਦਿੰਦੇ ਆ ਪੱਕਾ ਦੂਰੋਂ ਦਾ ਕਿ 3 ਕਰੋੜ ਲੋਕ ਨੇ ਤੇ 3 ਕਰੋੜ ਦੇ ਵਿੱਚੋਂ 2 ਕਰੋੜ ਗੱਡੀਆਂ ਜਿਹੜੀਆਂ ਨੇ 4 ਵੀਲਰ ਹੋਣਗੀਆਂ। 4 ਵੀਲਰ ਗੱਡੀਆਂ ਹੋਣਗੀਆਂ ਤਾਂ ਉਹਦੇ ਮਗਰ 450 ਰੁਪਏ ਦੇ ਕਰੀਬ ਇੱਕ ਗੱਡੀ ਦੇ ਮਗਰ ਬਚਦਾ। ਕਿਸ ਤਰ੍ਹਾਂ ਇਹ ਆਪਾਂ ਇਹਨੂੰ ਸਹੀ ਸਮਝਦੇ ਆ? ਮੈਂ ਤੁਹਾਨੂੰ ਦੱਸਦਾ ਰੇਸ਼ੋ ਕੀ ਹੈ। 1 ਕਰੋੜ ਗੱਡੀ ਨੂੰ ਆਪਾਂ ਜੇ ਲਾਉਂਦੇ ਆ ਪਲੇਟ 450 ਰੁਪਏ ਇੱਕ ਗੱਡੀ ਦੇ ਪਿੱਛੇ ਇੱਕ ਫਰੇਮ ਦੇ ਮਗਰ ਬਚਦਾ। 450 ਨੂੰ 1 ਕਰੋੜ ਨੂੰ 450 ਦੇ ਨਾਲ ਤੁਸੀਂ ਇੱਥੇ ਜੇ ਜਾਂ ਫਿਰ ਕਿਤੇ ਗਏ? ਮੈਂ ਸਰ ਐਕਚੁਅਲੀ ਅੱਜ ਦੇ ਤਰਨਤਾਰਨ ਬ੍ਰਾਂਚ ਆ। ਅੱਛਾ ਹਾਂ ਜੇ ਤੁਸੀਂ ਮੈਨੂੰ 10-15 ਮਿੰਟ ਦੋਗੇ ਤੁਸੀਂ ਨਾ ਮੈਨੂੰ ਆਪਣੇ ਨੰਬਰ ਤੋਂ ਰਿੰਗ ਕਰ ਦਿਓ, ਮੈਂ ਤੁਹਾਨੂੰ ਬੈਕ ਕਾਲ ਕਰਦਾ। ਠੀਕ ਹੈ। ਮੈਨੂੰ ਭਾਜੀ ਚੰਡੀਗੜ੍ਹ ਕਹਿੰਦੇ ਪਏ ਨੇ, ਕਹਿੰਦੇ ਚੰਡੀਗੜ੍ਹ ਗਏ ਹੋਏ ਨੇ ਭਾਜੀ ਤੇ ਲੱਗਦਾ ਪਿਆ ਇਹ ਜਿਹੜੇ ਪੂਰੇ ਇਕੱਲੇ ਅੰਮ੍ਰਿਤਸਰ ਦੀ ਗੱਲ ਨਹੀਂ ਆ, ਪੂਰੇ ਪੰਜਾਬ ਦੇ ਵਿੱਚ 3 ਕਰੋੜ ਲੋਕ ਰਹਿੰਦੇ ਨੇ ਭਾਜੀ। ਸਾਰਾ ਦੂਜਾ ਬੋਲਿਆ ਮੈਂ ਬੋਲਿਆ ਦੂਜਾ ਬੋਲਿਆ ਤਾਂ ਮਤਲਬ ਮੈਂ ਬੋਲਿਆ ਨਾ ਤੁਸੀਂ ਨਹੀਂ ਬੋਲੇ ਜਾਂ ਦੂਜਾ ਬੋਲਿਆ? ਭਾਜੀ ਮੇਰੀ ਸੁਣੋ, ਸਾਨੂੰ ਕੰਮ ਕਰ ਲੈਣ ਦਿਓ, ਫ੍ਰੀ ਹੋ ਕੇ ਗੱਲ ਕਰ ਲੈਣੀ। ਭਾਜੀ ਤੁਸੀਂ ਸਰਕਾਰੀ ਨੌਕਰੀ ਨਹੀਂ ਕਰਦੇ ਪਏ, ਇੱਥੇ ਕੰਮ ਦੱਸੋ। ਲੋਕਾਂ ਦੀ ਜੇਬਾਂ 'ਚ ਡਾਕੇ ਵੱਜਦੇ ਪਏ ਤੇ ਤੁਸੀਂ ਕਹਿੰਦੇ ਕੰਮ ਕਰ ਲੈਂਦੇ। ਉਹ ਭਰਾ ਮੇਰੀ ਸੁਣ ਗੱਲ, ਜੀ ਬੋਲੋ। ਆਪਾਂ ਇੱਥੇ ਕੰਮ ਕਰਨੇ ਵਿਹਲੇ ਨਹੀਂ ਖਲੋਤੇ। ਅੱਛਾ ਅਸੀਂ ਵਿਹਲੇ ਆ? ਲਿਆਓ ਭਾਜੀ ਪਲੇਟ ਆਪਣੀ। ਅਸੀਂ ਵਿਹਲੇ ਆ ਭਾਜੀ। ਜਾਨ ਬੜੀ ਖਾਂਦੇ ਨੇ। ਵਧੀਆ ਹੁਣ ਮੈਨੂੰ ਪਤਾ ਲੱਗੇ। ਹਾਂਜੀ ਫਰੇਮ ਲਵਾਉਣਾ ਜੀ। ਮੈਨੂੰ ਲੱਗਦਾ ਉੱਧਰ ਦੀ ਹੋਣੀ ਗਲਤੀ ਹਾਂਜੀ ਸਰ ਹੋ ਸਕਦੀ ਇੱਕੋ ਗੱਲ ਨਹੀਂ ਮਿਲੇਗਾ, ਹਜੇ ਕੱਲ ਹੀ ਤਾਂ ਰਾਤੀ ਕੀਤੀ ਇਹ ਜਿਹੜਾ ਬਣ ਗਿਆ ਉੱਧਰ ਹੀ ਜਾਣਾ ਪੈਣਾ ਵੀਰ। ਜਿਹੜੀ ਆਖਰੀ ਫਸੀ ਕੋਈ ਨਹੀਂ ਉੱਧਰ ਚੱਲ ਜਾਓ ਵੀਰ ਜੀ, ਜਿੱਧਰ ਵੀ ਆਉਣਾ ਹੀ ਆ। ਇੱਕ ਮੇਰੀ ਐਕਟਿਵਾ ਦੀ ਵੀ ਲੱਗਣ ਵਾਲੀ ਹੈ। ਹਾਂਜੀ ਬੀਬੀ ਸ਼ਾਲੀ ਆਪਣੇ ਵੀ ਜੀ, ਬੀਬੀ ਸ਼ਾਲੀ ਆਪਣਾ ਨਹੀਂ ਸਾਡੀ ਤੋਂ ਵੀਰ ਥੱਲੇ ਚਲ ਗਿਆ। ਥੱਲੇ ਚੱਲ ਗਿਆ। ਹੈਲੋ ਹੈਲੋ ਹਾਂ ਮੇਰੀ ਵੀ ਨਾਲ ਦੀ ਇਹ ਮੇਰੀ ਗੱਡੀ ਦੀ ਹਾਂ ਇਹਦੇ ਨਾਲ ਦੀ ਕਰਤੀ ਤੁਸੀਂ ਤੇ ਆਪਣੇ ਅੱਛਾ ਐਕਟਿਵਾ ਦੀ ਭਾਜੀ ਲੱਗ ਜੇਗੀ, ਉਸੇ ਵੇ ਲੱਗ ਜੇਗੀ। ਹਾਂਜੀ ਉਸੇ ਵੇ ਲੱਗ ਉਹ ਜੇਗੀ। ਫਰੇਮ 'ਚ ਲੱਗੇਗੀ ਬਾਕੀ ਕਿੰਨਾ ਫਰੇਮ ਦੇ ਨਾਲ ਕਿੰਨੇ ਪੈਸੇ ਉਤਰਾ ਕਿੰਨੇ ਪੈਸੇ 500 ਰੁਪਇਆ ਲੱਗਣਾ ਜੀ ਫਰੇਮ ਦੇ ਨਾਲ ਫਰੇਮ ਦੇ ਨਾਲ। ਤੇ ਫਰੇਮ ਤੋਂ ਬਿਨਾ ਆਹ ਨੰਬਰ ਲਵਾਉਣਾ ਯਾਰ। ਹਾਂਜੀ ਫਰੇਮ ਤੋਂ ਬਿਨਾ ਨਹੀਂ ਨਹੀਂ ਕੀ ਹੈਗਾ ਗੱਡੀ ਹਾਂਜੀ ਵਧੀਆ ਮੈਂ ਆ ਕਿੰਨਾ ਦਾ ਰੋਟਾਵੇਟਰ ਫੇਰਾ ਹੀ ਮੜਾ ਜਾ ਕੇਰ ਲਾਂਗੇ ਸਾਡੇ ਚੱਲਦੇ। ਕੋਈ ਗੱਲ ਨਹੀਂ ਫਿਰ ਕਿਹੜੀ ਹੈ ਬਾਬੇ ਦਾ ਦਿਹਾੜਾ ਵਾ। ਓਏ ਹੋਏ ਤੇ ਕੋਈ ਨਹੀਂ, ਇਹਨੂੰ ਲਾ ਕੇ ਤੇ ਬਾਅਦ ਚ ਕਿੰਨਲ ਦਾ ਘੇਰ ਲਾਂਗੇ ਇਹਦੇ ਨਾਲ। ਨਾ ਕਰਿਆ ਕਰ ਏਦਾਂ, ਨਾ ਕਰਿਆ ਕਰ ਏਦਾਂ। ਫਿਰ ਰਹਿਣ ਦੇ, ਫਿਰ ਮੈਂ ਰੋਟਾਵੇਟਰ ਫੇਰ ਲੂੰ ਆਣ ਕੇ ਤੇ ਸਵੇਰੇ ਪਹਿਲੇ ਟਾਈਮ ਘੇਰਨੀ ਹੋ 6 ਵਜੇ 6:30 7 ਵਜੇ। ਚੱਲ ਠੀਕ ਹੈ ਓਕੇ। ਵਧੀਆ ਫਰੇਮ ਚ ਲੱਗਣਾ। ਹਾਂ ਤੁਹਾਨੂੰ ਪਤਾ ਹੀ ਹੈ ਮੈਡਮ ਕੋਲ ਜਵਾ ਰਹੀ ਨਹੀਂ ਇਹ ਵੀ ਸੇਵਾ ਦੀ ਗੱਡੀ
ਮੈਨੂੰ ਵੀ ਲੱਗੀ ਛੱਡ ਕੇ ਉਹਨੂੰ ਆ ਦਿੰਦਾ ਸਕਿਆ ਦੀ ਤੇਰੀ ਕਰਦੇ ਕਰਨਾ ਹੀ ਕੀ ਕਰਨਾ ਚੈੱਕ ਕਰ ਲਿਆ ਕਰਨੀ ਪੈਣੀ ਹਾਂ ਇਹ ਕਿਹੜਾ ਐਪ ਦਾ ਇੱਧਰ ਕਰ ਉੱਤਰ ਕਰ ਯੈਲੋ ਪਲੇਟਾਂ ਲੱਗਣੀਆਂ ਆਹ ਚੱਲ ਯੈਲੋ ਲੱਗਣੀਆਂ ਉਹ ਮਗਲੀ ਚੌੜੀ ਮਿਲ ਜੂਗੀ ਨਾ ਕੀ ਹੈ ਵਿਕਲ ਕਿਹੜਾ ਵਾ ਆਹ ਪਿਕਅਪ ਲੱਗੀ ਪਿਕਅਪ ਆ ਮਗਲੀ ਲੰਮੀ ਨਾਲ ਮਗਲੀ ਚੌੜੀ ਲਾ ਲੈਣਾ ਤੇ ਚੌੜੀ ਲੱਗੀ ਮਗਰ ਇਹਦਾ ਮੈਂ ਦੱਸਣਾ ਫਰੇਮ ਹੈਗਾ ਆਪਣੇ ਕੋਲ ਮਗਰ ਬਾਅਦ ਚ ਫਰੇਮ ਲਾ ਦਿਓ ਬਾਅਦ ਚ ਕਿਸੇ ਨੂੰ ਲਾਉਣਾ ਜੇ ਆਊਗਾ ਉਹ ਲੱਗਣੇ ਨਾਲ ਹੀ ਲੱਗਣਾ ਹੁੰਦਾ ਨਾ ਉਹ ਨਾਲ ਹੀ ਲੱਗਣਾ ਹੁੰਦਾ ਵਾ ਤੇ ਲੰਮੀਆਂ ਦੇ ਆ ਕਿ ਲੰਮੀਆਂ ਦੇ ਆ ਸਾਡੇ ਕੋਲ ਉਹ ਖਤਮ ਹੋਏ ਆ ਆਖਿਆ ਹੈਗਾ ਸੀ ਆਰਡਰ ਦਿੱਤਾ ਸੀ। ਨੰਬਰ ਪਲੇਟ ਹੈਗੀ ਤਾਂ ਮਗਲੀ ਚੌੜੀ ਹਾਂਜੀ ਉਹ ਤਾਂ ਹੈਗੀ ਹੈ ਤੇ ਫਰੇਮ ਬੜਾ ਲਾ ਦੇਣੀ ਮਗਰ ਅੱਗੇ ਪੇਮ ਕਰੋ ਉਹ ਟੋਟਲ ਖਰਚਾ ਤੁਹਾਡਾ ਜਿਹੜਾ ਆਉਣਾ 1100 ਰੁਪਏ ਆਉਣਾ ਜੀ ਫੀਸ ਕੱਟ ਲਓ ਫਰੇਮ ਦੇ ਪੈਸੇ ਦੇ ਦਿਓ ਹੋਰ ਦੱਸੋ ਕੀ ਆਂਦੇ ਜੇ ਜੋ ਫੀਸ ਹੈ ਪੂਰੀ ਫੀਸ ਤੁਹਾਨੂੰ ਦੱਸੀ ਆ ਇਹਦੇ ਵਿੱਚ ਕੋਈ ਗਿਣਨ ਦਾ ਹੈ ਨਹੀਂ ਤੇ ਫਰੇਮ ਇੱਕੋ ਲੱਗਣਾ ਦੋਵੇਂ ਲੱਗਣੇ ਨਹੀਂ ਉਹ ਤੂੰ ਤਾਂ ਥੋੜਾ ਦੂਜੇ ਵਾਲਾ ਲਵਾ ਮੈਂ ਦੂਜੀ ਤੋਂ ਵਾਲਾ ਇਹਦੇ ਹਾਂ, ਲੰਮੀ ਫਰੇਮ ਤੋਂ ਵਾਲਾ ਹਾਂ ਫਰੇਮ ਤੋਂ ਵਾਲਾ ਨਹੀਂ ਤੂੰ ਉਹ ਤੇਰੇ ਮੇਰੀ ਟੁੱਟ ਜਾਂਦੀ ਹੈ ਸਭ ਬੈਗ ਬੂਗ ਕਰੀ ਦੀ ਨਾ ਗੱਡੀ ਉਹ ਤੁਹਾਡੀ ਚੌੜੀ ਪਲੇਟ ਹੈ ਨਾ ਜਿਹੜੀ ਹਾਂ ਉਹਨੀ ਛੇਤੀ ਟੁੱਟਣਾ ਨਹੀਂ ਉਹ ਉੱਤੇ ਲਾ ਦੀ ਇਹਨੂੰ ਡਾਲਾਂ ਵਾਲੇ ਲੰਗਾ ਤੇ ਮਰਜ਼ੀ ਚੱਲ ਨਹੀਂ ਜਾਣੇ ਨਾ ਉਹਨਾਂ ਦੀ ਪਲੇਟ ਲਾ ਉਹਨਾਂ ਦਾ ਚੱਲ ਬਣਾਓ ਯਾਰ ਬਣਾ ਦੋ ਵੀ ਮੈਸੇਜ ਜਾਂ ਰਸੀਦ ਦਿਓ ਹਾਂਜੀ ਮੈਸੇਜ ਜਾਂ ਰਸੀਦ ਹਾਂਜੀ ਕੱਢ ਨੰਬਰ ਮੇਰਾ ਦੋ ਹੈ ਮੈਂ ਨਾ ਤੁਸੀਂ ਆਪੇ ਹੀ ਵੇਖ ਲਿਓ ਕਿੰਨੇ ਕੀ ਚਾਹੀਦੇ ਕੰਪਿਊਟਰ ਤੁਹਾਡੇ ਕਰ ਸਕਦਾ ਹੋਰ ਦੱਸੋ। ਨਹੀਂ ਕਰਨਾ ਨਹੀਂ ਚੱਲ ਕਰ ਲਿਆ ਕਰ ਕਰ ਚੱਲ ਕੋਈ ਲੈ ਨਹੀਂ ਕਰ ਲਾਂਗੇ ਤੁਹਾਡੇ ਨਾਲ ਨਹੀਂ ਕੋਈ ਵੀ ਹੈਗਾ ਚੱਲਣਾ ਕਰੀ ਉਹ ਅਮਨ ਸਟਾਰਟ 88 ਆਪਣੇ ਲੋਕੇਸ਼ਨ ਚੈੱਕ ਕਰ ਲਾ ਮੈਨੂੰ CG 87 ਆਈਸੀਯੂ ਉਹ ਭਾਈ CG 87 ਉਹ ਨਹੀਂ ਮੰਮਾ ਉਹ 6805 ਹੈ ਉਹ ਡਾਲ ਵਾਲੀ ਡਾਲ ਨੂੰ ਡਾਲੇ ਨੂੰ ਜਿਹੜਾ ਮਗਰ ਨਾ ਲੱਗੀ ਹੋ ਤੋ ਆਹੋ ਡਾਲੇ ਨੂੰ ਨਹੀਂ ਥੱਲੇ ਨੂੰ ਆ ਹਾਂ ਲੱਗੇ ਨਾ ਜਿਹਦੇ ਕੋਈ ਕੰਮ ਹੋਊਗਾ ਇਹ ਜਿਹੜੀ ਉਤਲੀ ਸਾਈਡ ਦੀ ਹੁੰਦੀ ਉਹ ਕੀ ਹੁੰਦਾ ਉਹ 500 ਰੁਪਏ ਦਾ ਹੋਣਾ 500 ਹਾਂਜੀ। ਆਇਆ ਕਿਦਾਂ ਉਹ ਤਾਂ ਫਰੇਮ ਹੀ ਹੈ ਜਿੱਦਾਂ ਫਰੇਮ ਗਈ ਹੈ ਨਾ ਨਹੀਂ ਫਰੇਮ ਹੈਗਾ ਫਰੇਮ ਹੈ ਕੁਆਲਿਟੀ ਦਾ ਬੜਾ ਫਰਕ ਹੈ ਵੀਰ ਜੀ ਆਹੀ ਸਭ ਨੇ ਤੇ ਬੈਠੇ ਨੇ ਤੇਰੇ ਥੱਲੇ ਹਾਂਜੀ ਬੈਠੇ ਨੇ ਹੁੰਦੇ ਨੇ ਬਾਅਦ ਹਾਂਜੀ ਇਹ ਲਾ ਲਓ ਜੀ ਲਗਾ ਦੇ ਦੋਵਾਂ ਦਾ ਹਾਂਜੀ ਦੋਨਾਂ ਦਾ 500? ਹਾਂਜੀ ਹਾਂਜੀ ਸਵੇਰ ਨੂੰ ਜਾਏਗਾ ਬਿਲਕੁਲ ਜਾਇਜ਼ ਕੰਪਨੀ ਵੱਲੋਂ ਸਰ ਪਿੱਛੋਂ ਹੀ ਕਿਨਾਂ ਉਹ ਦਾ receipt ਮਿਲੇਗੀ? ਨਹੀਂ ਸਰ ਰਸੀਦ ਨਹੀਂ ਜੀ ਮਿਲਣੀ ਸਾਨੂੰ ਪਿੱਛੋਂ ਕੰਪਨੀ ਵੱਲੋਂ ਵੀ ਨਹੀਂ ਆਂਦੀ ਕੀ ਆਪਣੇ ਪ੍ਰਾਈਵੇਟ ਹਾਂਜੀ ਪ੍ਰਾਈਵੇਟ ਲਾਓਗੇ ਇਹ ਤਾਂ ਸਾਰੇ ਉਹਨਾਂ ਦੇ ਪਿੱਛੋਂ ਕੰਪਨੀ ਵੱਲੋਂ ਹੀ ਆਂਦੇ ਆ ਉਹਨਾਂ ਨੇ ਹੀ ਕਿਨਾਂ ਦਾ ਕਰਵਾਉਣਾ ਸਾਡੇ ਕੋਲ ਕੱਟੇ ਹੋਣ ਜੀ ਚਲੋ ਲੈ ਲਓ ਜਾਇਜ਼ 400 ਅੱਛਾ ਭਾਜੀ ਮੈਨੂੰ ਐਕਟਿਵਾ ਦੱਸੋ ਹੁਣ ਕਿੰਨੇ ਦਾ ਲੱਗੇਗਾ ਆਪਾਂ ਨੂੰ ਕੰਪਲੀਟ ਵੀਰ ਜੀ ਲੈ ਕੇ ਆਏ ਹੁਣ 500 ਰੁਪਏ ਆਹੋ ਬਾਹਰ ਲੱਗੀ ਹੈ ਵਾਈਟ ਕਲਰ ਫਰੇਮ ਸਮੇਤ 500 ਹਾਂਜੀ, ਰੁਪਏ ਹਾਂਜੀ, sir। ਤੇ ਜੇ ਫਰੇਮ ਸਮੇਤ ਆਪਾਂ ਉਤਰਾ ਲਵਾਣੀ ਹੋਵੇ ਵਿਦਆਊਟ ਹਾਂ ਵਿਦਆਊਟ ਵੀਰ ਜੀ ਉਹਦੀ 7 ਡੇਜ਼ ਦੀ ਹੈਗੀ ਜੇ ਮਤਲਬ 7 ਦਿਨ ਲੱਗਣਗੇ ਹਾਂਜੀ ਤੇ ਉਹ ਤੁਹਾਨੂੰ 2-250 ਰੁਪਏ ਲੱਗਣਾ ਜੀ ਤੇ ਜੇ ਆਪਾਂ ਇਮੀਡੀਏਟਲੀ ਹੁਣ ਲਵਾਣੀ ਹੋਵੇ ਇੱਕ ਅੱਧੇ ਦਿਨ ਚ ਲੱਗ ਜਾਏਗੀ ਨਹੀਂ Frame ਸਰ ਤੋਂ ਉਹ ਬਿਨਾਂ। ਫਰੇਮ ਦੇ ਵਿੱਚ ਹੀ ਫਰੇਮ ਦੇ ਵਿੱਚ ਉਸੇ ਵੇਲੇ ਲੱਗ ਜਾਏਗੀ ਉਸੇ ਵੇਲੇ ਪਰ ਉਹ ਕੀ ਕਾਰਨ ਭਾਜੀ ਫਰੇਮ ਦੇ ਵਿੱਚ ਉਸੇ ਵੇਲੇ ਲੱਗ ਜਾਏਗੀ ਤੇ ਨੰਬਰ ਤੇ ਆਪਾਂ ਉਸੇ ਵੇਲੇ ਹੋਏ ਨਾ ਅਪਲਾਈ ਸਰ ਨੰਬਰ ਤਾਂ ਹੋ ਜਾਣਾ ਵਾ ਹਾਂ। ਬਟ ਜਿਹੜੀ ਕੀ ਨਾਲ ਦਾ ਹੈਗੀ ਨਾ ਕੈਸ਼ ਕਾਊਂਟਰ ਆ ਸਾਡੇ ਕੋਲ ਅੱਛਾ ਉਹਦੇ ਵਿੱਚ ਤੁਸੀਂ ਫਰੇਮ ਲਵਾਉਂਦੇ ਜੇ ਨਹੀਂ ਲਵਾਉਂਦੇ ਕੰਪਨੀ ਨੇ ਇੱਕ ਫਰੇਮ ਸਾਡੇ ਵੱਲੋਂ ਐਡ ਕਰ ਦੇਣਾ ਸਾਨੂੰ ਪੇਟੇ ਪੈ ਜਾਣੇ ਪੈਸੇ ਅੱਛਾ ਕੰਪਨੀ ਐਡ ਕਰ ਦਿੰਦੀ ਹੈ ਹਾਂਜੀ ਸਰ ਤੁਸੀਂ ਲਵਾਇਆ ਨਹੀਂ ਲਵਾਇਆ ਉਹਨਾਂ ਨੇ ਸਾਡੇ ਕੋਲ ਪੇਮੈਂਟ ਲੈ ਲੈਣੀ ਹੈ ਅੱਛਾ ਠੀਕ ਹੈ ਜੀ ਜੇ ਤੁਸੀਂ ਆਨਲਾਈਨ ਪੇਮੈਂਟ ਕਰਦੇ ਜੇ ਠੀਕ ਹੈ ਜੀ ਸਟੈਪਲਰ ਨਹੀਂ ਹੈਗਾ ਵੀਰ
ਆਨਲਾਈਨ ਜਿਹੜੀ ਨਹੀਂ, ਉਹ ਤਾਂ ਸਟੈਪਲਰ ਦਾ ਨਹੀਂ ਹੈਗਾ। ਉਹਦੇ ਵਿੱਚ ਤੁਹਾਨੂੰ ਡੇਟ ਮਿਲਣੀ ਹੈ, ਸਟੈਪਲਰ ਨਾਲ ਕੈਸ਼ ਦੇ ਵਿੱਚ ਡੇਟ ਨਹੀਂ ਮਿਲਦੀ। ਅੱਛਾ ਕੈਸ਼ ਮਤਲਬ ਫਰੇਮ ਦੇ ਸਮੇਤ ਆਪਾਂ ਕੈਸ਼ ਦਵਾਂਗੇ ਤੇ ਫੇਰ ਡੇਟ ਨਹੀਂ ਲੱਗਣੀ ਹਾਂਜੀ। ਤੇ ਜੇ ਕੱਲਾ ਆਪਾਂ ਨੰਬਰ ਲਵਾਉਂਦੇ ਆ ਤੇ ਆਨਲਾਈਨ ਜਿੱਦਾਂ ਅਪਲਾਈ ਅੱਛਾ, ਜਿੱਦਾਂ ਹਾਂ, ਉਹਨਾਂ ਨੇ ਕੀਤਾ ਹਾਂਜੀ। ਤੇ ਕਾਰ ਦਾ ਕੀ ਹਿਸਾਬ ਹੈ ਹਾਂਜੀ ਕਾਰ ਦਾ ਕਾਰ ਦਾ ਕਿਸ ਤਰ੍ਹਾਂ ਵੀ ਕਾਰ i10 ਹੈਗੀ ਆ 2012 ਮਾਡਲ ਕਿਰਾਇਆ ਨਹੀਂ ਹੋਇਆ ਆਵੇ ਕੋਲ ਜੀ ਭਾਜੀ ਹੁਣੀ ਵੀ 1100 ਰੁਪਏ ਦਿੰਦੇ ਪਏ। ਫਰੇਮ ਦੋਸਤੋ ਲੋਕਾਂ ਨੂੰ ਕਿਸੇ ਵੀ ਗੱਲ ਤੋਂ ਵੱਡੀ ਰਾਹਤ ਦੇਣ ਵਾਸਤੇ ਸਰਕਾਰ ਵੱਲੋਂ ਵੱਖ-ਵੱਖ ਤਰੀਕੇ ਨਾਲ ਉਪਰਾਲੇ ਕੀਤੇ ਜਾਂਦੇ ਨੇ ਤੇ ਜੇਕਰ ਅਸੀਂ ਵਹੀਕਲ ਦੀ ਗੱਲ ਕਰੀਏ 4 ਵੀਲਰ ਹੋਵੇ 2 ਵੀਲਰ ਹੋਵੇ ਤਾਂ ਉਹਨਾਂ ਦੀਆਂ ਨੰਬਰ ਪਲੇਟਾਂ ਜਿਹੜੀਆਂ ਲਗਾਤਾਰ ਚੇਂਜ ਕੀਤੀ ਜਾਂਦੀਆਂ ਕਦੀ ਕਾਲੇ ਰੰਗ ਉੱਤੇ ਚਿੱਟੇ ਰੰਗ ਦੇ ਨੰਬਰ ਲਿਖੇ ਜਾਂਦੇ ਕਦੀ ਚਿੱਟੇ ਰੰਗ ਦੀ ਪਲੇਟ ਉੱਤੇ ਕਾਲੇ ਰੰਗ ਦੇ ਨੰਬਰ ਲਿਖੇ ਜਾਂਦੇ ਨੇ ਤਾਂ ਸ਼ਾਇਦ ਉਹ ਪਲਾਨ ਚੇਂਜ ਕਰਨ ਦੇ ਵਿੱਚ ਹੋ ਸਕਦਾ ਸਰਕਾਰਾਂ ਦਾ ਵੀ ਥੋੜਾ ਜਿਹਾ ਫਾਇਦਾ ਹੋਵੇ ਕਿਉਂਕਿ ਜਦੋਂ ਇਹ ਪਲਾਨ ਚੇਂਜ ਕੀਤੇ ਜਾਂਦੇ ਨੇ तमाम ਲੋਕ ਜਿਹੜੇ ਹੁੰਦੇ ਨੇ ਉਹਨਾਂ ਵੱਲੋਂ ਉਹ ਪਲੇਟਾਂ ਚੇਂਜ ਕਰਾਈ ਜਾਂਦੀਆਂ ਸ਼ਾਇਦ ਉਹਦੇ ਨਾਲ ਖਜ਼ਾਨਾ ਜਿਹੜਾ ਵਾ ਉਹ ਸ਼ਾਇਦ ਥੋੜਾ ਜਿਹਾ ਭਰਦਾ ਹੈ ਤੇ ਨਾਲ ਲੋਕਾਂ ਨੂੰ ਕਾਰੋਬਾਰ ਵੀ ਮਿਲਦਾ ਹੈ ਪਰ ਉਹਦੇ ਨਾਲ ਜਿਹੜੇ ਲੋਕ ਹੁੰਦੇ ਨੇ ਜਿਹੜੇ ਕਿ ਲੋਕਾਂ ਦੀ ਜੇਬਾਂ ਤੇ ਚੂਨਾ ਲਾਉਂਦੇ ਨੇ ਅਸੀਂ ਅੱਜ ਉਹਨਾਂ ਦੇ ਨਾਲ ਵੀ ਗੱਲਬਾਤ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਇੱਕ ਕਸਟਮਰ ਦੇਖੋ ਜਿਹੜੇ ਪਲੇਟ ਲਗਵਾਉਣ ਵਾਸਤੇ ਆਏ ਨੇ ਇਹਨਾਂ ਨੇ ਪਲੇਟ ਲਗਾਈ ਆ ਤਾਂ ਇਹ ਜਿਹੜੀ ਪਲੇਟ ਲਗਾਈ ਜਾਂਦੀ ਆ ਤਾਂ ਇਹਦੇ ਪੈਸੇ ਕਿੰਨੇ ਲਿੱਤੇ ਇਹਨਾਂ ਗੱਲਬਾਤ ਸਾਂਝੀ ਕਰਦੇ ਹਾਂ ਵੀਰ ਜੀ ਨਾਮ ਕੀ ਤੁਹਾਡਾ ਓਮ ਪ੍ਰਕਾਸ਼ ਜੀ ਕਿੰਨੇ ਪੈਸੇ ਲਏ ਪਲੇਟ 450 ਦੋਨਾਂ ਪਲੇਟਾਂ ਦੇ ਹਾਂਜੀ ਅੱਗੇ ਪਿੱਛੇ ਹਾਂਜੀ ਹਾਂਜੀ ਅੱਛਾ ਤੇ ਇਹ ਫਰੇਮ ਲਗਾ ਕੇ ਉਹਨਾਂ ਨੇ ਤੁਹਾਨੂੰ ਕਿਹਾ ਜਿਹੜਾ ਫਰੇਮ ਬਾਹਰ ਲੱਗਾ ਆ ਫਰੇਮ ਸਮੇਤ ਹੈ ਹਾਂਜੀ 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 ਮਤਲਬ ਦੋਨਾਂ ਦਾ ਜੀ ਦੋਨਾਂ ਪਲੇਟਸ ਦਾ ਹਾਂਜੀ ਤੇ ਉਸ ਤਰ੍ਹਾਂ ਤੁਸੀਂ ਪੁੱਛਿਆ ਸੀ ਵੀ ਇਕੱਲੀ ਪਲੇਟ ਲਗਾਣੀ ਉਹਦੇ ਕਿੰਨੇ ਪੈਸੇ ਨਹੀਂ ਮੈਂ ਨਹੀਂ ਪੁੱਛਿਆ ਨਹੀਂ ਮੈਂ ਨਹੀਂ ਪੁੱਛਿਆ ਉਹਨਾਂ ਨੇ ਦੱਸਿਆ ਵੀ ਨਹੀਂ ਗਾਈਡ ਵੀ ਨਹੀਂ ਕੀਤਾ ਇਹਨਾਂ ਨੇ ਨਹੀਂ ਉਹਨੇ ਕਹਿੰਦੇ ਕਿ ਦੋ ਲਵਾ ਲਓ ਇਹ ਜ਼ਿਆਦਾ ਸੇਫ ਆ ਇਸ ਕਰਕੇ ਸੇਫ ਹੈ ਇਸ ਕਰਕੇ ਲਗਾਉਣੀ ਚਾਹੀਦੀ ਤੁਹਾਨੂੰ ਹਾਂਜੀ ਹਾਂਜੀ ਹਾਂ ਹਾਂਜੀ ਪਿੱਛੇ ਵੀ ਦਿਖਾਓ ਇਹ ਆ ਜਿਹੜੀ ਪਲੇਟ ਸੀ ਦੇਖੋ ਇਹ ਲੋਹੇ ਦੀ ਪਲੇਟ ਸੀ ਇਹ ਅਗਲੀ ਸਾਈਡ ਤੇ ਪਹਿਲੇ ਆ ਲੱਗੀ ਸੀ ਬਾਅਦ ਚੋਂ ਇਹ ਲਗਾ ਦਿੱਤੀ ਤੇ ਚਲੋ ਕੋਈ ਗੱਲ ਨਹੀਂ ਅਸੀਂ ਪੁੱਛਦੇ ਉਹਨਾਂ ਨੂੰ ਜਾ ਕੇ ਕਿ ਸੇਫ ਅਸੀਂ ਕਿਸ ਤਰ੍ਹਾਂ ਤਾਂ ਸੇਫ ਕਿਸ ਤਰੀਕੇ ਨਾਲ ਪਿੱਛੇ ਵੀ ਦੇਖੋ ਪਿੱਛੇ ਵੀ ਪਲੇਟ ਲੱਗੀ ਆ ਤਾਂ ਹੋਰ ਵੀ ਜਿਹੜੀਆਂ ਗੱਡੀਆਂ ਨੇ ਉਹਦੀਆਂ ਵੀ ਲਗਾਤਾਰ ਪਲੇਟਾਂ ਲੱਗਦੀਆਂ ਪਈਆਂ ਨੇ ਗੱਲਬਾਤ ਅਸੀਂ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਤੁਸੀਂ ਇਹ ਤਸਵੀਰਾਂ ਦੇਖੋ ਅੱਜ ਮੈਂ ਇੱਕ ਗੱਲ ਦੱਸਣ ਜਾ ਰਿਹਾ ਕਿ ਕਿਸ ਤਰੀਕੇ ਨਾਲ ਲੋਕਾਂ ਦੀ ਜੇਬਾਂ ਦੇ ਉੱਤੇ ਚੂਨਾ ਲੱਗਦਾ ਪਿਆ ਦੇਖੋ ਇਹ 450 ਰੁਪਏ ਦੀ ਪਲੇਟ ਲਗਾਈ ਹੈ ਵੈਸੇ ਜੇ ਰੇਟ ਗੱਲ ਕਰੀਏ ਤਾਂ 200 ਰੁਪਏ ਦਾ ਇਹ ਜਿਹੜੀਆਂ ਪਲੇਟਾਂ ਨੇ ਲੱਗਦੀਆਂ ਨੇ ਤਾਂ ਹੋਰ ਦੇਖੋ ਕਿਸ ਤਰੀਕੇ ਦੀਆਂ ਪਲੇਟਾਂ ਜਿਹੜੀਆਂ ਇੱਥੇ ਗੱਡੀਆਂ ਦੀ ਲੱਗਦੀਆਂ ਪਈਆਂ ਨੇ ਇਹ ਜਿਹੜੇ ਨੌਜਵਾਨ ਇੱਥੇ ਬੈਠੇ ਨੇ ਇਹਨਾਂ ਨਾਲ ਗੱਲਬਾਤ ਸਾਂਝੀ ਜ਼ਰੂਰ ਕਰਦੇ ਹਾਂ ਫਿਲਹਾਲ ਹਾਂਜੀ ਵੀਰ ਜੀ ਕੀ ਹਾਲ ਚਾਲ ਠੀਕ ਹੋ ਵਧੀਆ ਜੀ ਵਧੀਆ ਹਾਂਜੀ ਭਾਜੀ ਵਧੀਆ ਜੀ ਹੋਰ ਜੀ ਅੱਛਾ ਕਿੰਨੀਆਂ ਲਾਤੀਆਂ ਪਲੇਟਾਂ ਹੁਣ ਤੱਕ ਇਹ ਭਾਜੀ 1 2 3 4 5 6 7 ਲੱਗੀਆਂ ਜੀ ਅਜੇ ਇਹ 4 ਵੀਲਰ ਦੀਆਂ ਕਿੰਨੀਆਂ ਨੇ ਤੇ 2 ਵੀਲਰ ਦੀਆਂ ਕਿੰਨੀਆਂ ਨੇ ਇਹ 4 ਵੀਲਰ ਦੀ 1 2 ਜੀ ਬਾਕੀ 2 ਵੀਲਰ ਹੈਗੇ ਜੇ 1 2 3 4 ਲੱਗੀਆਂ ਜੀ 4 2 ਵੀਲਰ ਦੀ ਅੱਛਾ 2 ਵੀਲਰ ਦਾ ਰੇਟ ਕਿੰਨਾ ਵਾ ਤੇ 4 ਵੀਲਰ ਦਾ ਕਿੰਨਾ 2 ਵੀਲਰ ਦਾ ਹੈਗਾ ਜੇ 191 ਰੁਪਏ ਫੀਸ ਜੇ ਉਹਦੀ 2 ਵੀਲਰ ਦਾ ਤੇ ਜਿਹੜਾ ਆਪਾਂ ਫਰੇਮ ਲਗਾ ਕੇ ਲਾਇਆ ਵਾ ਉਹ 450 ਰੁਪਏ ਲੱਗਾ ਉਹ ਭਾਜੀ ਉਹਦਾ ਮਤਲਬ ਕਿ ਉਹਦੀ ਫੀਸ ਆ ਆਪਣੇ ਕੀ ਕਹਿੰਦੇ ਆ ਇੱਕ ਕਵਰ ਦੀ ਫੀਸ ਆ ਅੱਛਾ ਕਵਰ ਕਿੰਨੇ ਦਾ ਪੈ ਗਿਆ ਫਿਰ 191 ਰੁਪਏ ਦੀ ਪਲੇਟ ਹੋ ਗਈ ਇਹ ਦੋਨੇ ਅੱਗੇ ਪਿੱਛੇ ਦੀਆਂ ਤਾਂ ਕਵਰ 450 ਰੁਪਏ ਦਾ ਆਪਾਂ ਕੰਪਲੀਟ ਲਾਣੇ ਪਏ ਤੇ ਫਿਰ ਯਾਨੀ ਕਿ 250 ਤੇ 260 ਰੁਪਏ ਕਵਰ ਦੇ ਪੈ ਗਏ ਮਾਰਦੇ ਹਨਾ ਪਲਾਸਟਿਕ ਦਾ ਜਿਹੜਾ ਕਵਰ ਲਾਉਂਦੇ ਹਾਂਜੀ ਤੇ ਜਿਹੜਾ ਕਾਰ ਦਾ ਉਹ ਕਾਰ ਦਾ ਹੈਗਾ ਜੇ 500 ਰੁਪਏ ਦਾ ਕਵਰ ਜੇ 500 ਪੂਰਾ ਦੱਸੋ 500 ਦਾ ਕਵਰ ਦਾ ਕਵਰ ਹਾਂਜੀ ਤੇ ਉਤਰਾ ਪਲੇਟ ਕੱਲੀ ਲਵਾਣੀ ਸਰਕਾਰੀ ਫੀਸ ਹੈਗੀ ਜੀ ਉਹਦੀ 500 ਤੇ 66 ਰੁਪਏ ਫੀਸ ਜੀ 566 ਰੁਪਏ ਹਾਂਜੀ। ਤਾਂ 500 ਰੁਪਏ ਤੁਸੀਂ ਕਵਰ ਲੈਂਦੇ ਜੇ ਹਾਂਜੀ ਅਸੀਂ ਜੇ ਘਰ ਜਾ ਕੇ ਲਗਾਣੀ ਹੋਵੇ ਤੇ ਫਿਰ ਉਹਦੇ ਕਿੰਨੀ ਚਾਰਜ ਲੈਂਦੇ ਵੱਖਰਾ ਉਹਦਾ ਚਾਰਜਸ ਹੈਗੇ ਜੇ ਹੋਮ ਫਿਟਮੈਂਟ ਦੇ ਚਾਰਜਸ ਕਿੰਨੇ ਆ 716 716 ਯਾਨੀ ਕਿ 500 ਤੋਂ ਉੱਪਰ ਆਪਾਂ 600 700 177 ਰੁਪਏ ਹਾਂਜੀ 177 ਰੁਪਏ ਹੋਰ ਐਡ ਹੋਏ ਨੇ ਵਿੱਚ ਹਾਂਜੀ ਤਾਂ ਬਿਲਕੁਲ ਇਹ ਹੁਣ ਤਸਵੀਰਾਂ ਦੇਖੋ ਕਿ ਲਗਾਤਾਰ ਗੱਡੀਆਂ ਦੀਆਂ ਪਲੇਟਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤਾਂ ਤੁਸੀਂ ਆਪਣੀ ਗੱਡੀ ਦੀ ਭਾਜੀ ਪਲੇਟ ਲਗਾ 4 ਵੀਲਰ ਦੀ ਹਾਂਜੀ ਅੱਛਾ ਕਿੰਨੇ ਪੈਸੇ ਤੁਸੀਂ ਦੇਣ ਭਾਜੀ ਕਿੰਨੇ ਚ ਲਵਾਈਆਂ ਪਲੇਟ ਆਨਲਾਈਨ ਪੇਮੈਂਟ ਹੋਈ ਹੈ ਜੀ ਅੱਛਾ ਕਿੰਨੇ 566 ਰੁਪਏ ਜੀ ਅੱਛਾ ਤੇ ਇੱਥੇ ਤੁਸੀਂ ਫਰੇਮ ਲਗਾਉਣਾ ਵਾ ਜਾਂ ਕਿਸ ਤਰ੍ਹਾਂ ਹਾਂਜੀ ਫਰੇਮ ਲਗਾ ਕੀ ਕਹਿੰਦੇ ਤੁਹਾਨੂੰ ਕੁਛ ਵੀ ਨਹੀਂ ਕਹਿੰਦੇ ਲਗਾਉਣਾ ਲਗਾ ਲਓ ਨਹੀਂ ਲਗਾਉਣਾ ਤੁਹਾਡੀ ਮਰਜ਼ੀ ਅੱਛਾ ਤੁਸੀਂ ਲਗਵਾਉਣ ਨੂੰ ਤਿਆਰ ਜੇ ਹਾਂਜੀ ਤੇ ਕਿੰਨੇ ਪੈਸੇ ਫਰੇਮ ਦੇ ਇਹਨਾਂ ਨੇ ਦੱਸੇ 500 ਰੁਪਏ ਲਿਆ ਜਾਂਦਾ ਹਾਂਜੀ ਤਾਂ ਬਿਲਕੁਲ 500 ਰੁਪਿਆ ਫਰੇਮ ਦਾ ਲਿਆ ਤਾਂ ਆਜੋ ਅੰਦਰ ਚੱਲਦੇ ਹਾਂ ਇੱਕ ਵਾਰ ਅੰਦਰ ਜਾ ਕੇ ਝਾਕ ਮਾਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਪਲੇਟਾਂ ਲੱਗਦੀਆਂ ਪਈਆਂ ਨੇ ਇਹ ਦੇਖੋ ਤੁਹਾਨੂੰ ਹੁਣ ਸਾਰਾ ਕਲੀਅਰ ਦੱਸਾਂਗੇ ਕਿ ਪਲੇਟ ਦਾ ਫਰੇਮ ਜਿਹੜਾ ਹੈ ਉਹ ਕਿੰਨੇ ਦਾ ਲੱਗਦਾ ਤੇ ਕਿਸ ਤਰੀਕੇ ਦੇ ਨਾਲ
ਇਹ ਸਾਹਮਣੇ ਇਹ ਇੱਕ ਬ੍ਰਾਂਚ ਹੈਗੀ ਹੈ ਤੇ ਬ੍ਰਾਂਚ ਇਹ ਮੇਨ ਆਫਿਸ ਹੈਗਾ ਜਿੱਥੇ ਪਲੇਟਾਂ ਲੱਗਦੀਆਂ ਨੇ ਤਾਂ ਬਹੁਤ ਸਾਰੀਆਂ ਬ੍ਰਾਂਚਾਂ ਨੇ ਅੰਦਰ ਇਸ ਅੰਮ੍ਰਿਤਸਰ ਦੇ ਵਿੱਚ ਜਿੱਥੇ ਪਲੇਟਾਂ ਲੱਗਦੀਆਂ ਨੇ। ਤਾਂ ਦੇਖੋ ਚੂਨਾ ਕਿਸ ਤਰੀਕੇ ਨਾਲ ਲੋਕਾਂ ਦੀ ਜੇਬਾਂ ਲੱਗਦਾ। ਅੱਜ ਅਸੀਂ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਜ਼ਰੂਰ ਕਰਾਂਗੇ। ਫਿਲਹਾਲ ਤੁਸੀਂ ਦੇਖੋ ਇੱਧਰ ਤਾਂ ਇਸ ਜਗ੍ਹਾ ਦੇ ਉੱਤੇ ਲਗਾਤਾਰ ਅਸੀਂ ਇਹ ਤਸਵੀਰ ਜਿਹੜੀ ਹੈ ਸਾਂਝੀ ਕਰਦੇ ਪਏ ਹਾਂ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ। ਕੌਣ ਜੀ ਮੇਨ ਇੱਥੇ ਕੌਣ ਨੇ ਮੇਨ ਕੌਣ ਨੇ ਇੱਥੇ ਜਿਹੜੇ ਹਾਂਜੀ ਆਏ ਨਹੀਂ ਆ? ਅੱਛਾ ਫਿਰ ਥੋੜਾ ਦੱਸੋ ਮੈਨੂੰ ਵੀ ਕਿਸ ਤਰੀਕੇ ਦੇ ਨਾਲ ਆਪਾਂ ਰੇਟ ਵਗੈਰਾ ਲੈਣੇ ਉਹਨਾਂ ਜੇ ਕੋਈ ਉਹ ਨਹੀਂ ਹੈਗੇ ਤੇ ਉਸ ਤੋਂ ਬਾਅਦ ਕੌਣ ਸਾਂਭਦਾ? ਪਤਾ ਨਹੀਂ ਸਰ, ਮੈਨੂੰ ਨਹੀਂ ਸਾਂਭਣ ਵਾਲਾ ਕੋਈ ਵੀ ਨਹੀਂ ਹੈਗਾ ਇੱਥੇ? ਭਾਜੀ ਕੌਣ ਹੈਗਾ ਮੇਨ ਸਾਂਭਣ ਵਾਲਾ ਇੱਥੇ? ਛੁੱਟੀ ਜੀ ਸਾਰੇ ਛੁੱਟੀ ਤੇ ਫਿਰ ਕੰਮ ਕੌਣ ਕਰੇਗਾ? ਹੈ। ਅੱਛਾ ਓਕੇ ਠੀਕ ਹੈ ਜੀ। ਭਾਜੀ ਸਾਰੇ ਛੁੱਟੀ ਤੇ ਕੰਮ ਕੌਣ ਕਰੇਗਾ? ਭਾਜੀ ਜਿਹੜਾ ਮੇਨ ਇੰਚਾਰਜ ਆ ਉਹ ਛੁੱਟੀ ਤੇ ਆ, ਬਾਕੀ ਇੰਚਾਰਜ ਤੋਂ ਥੱਲੇ ਤੇ ਕੋਈ ਨਾ ਕੋਈ ਹੁੰਦਾ ਨਾ ਜਿਹੜਾ ਜਿਹਨੇ ਸਾਹਮਣਾ ਹੁੰਦਾ ਸਾਰੇ ਸਟਾਫ ਨੂੰ। ਮੈਂ ਬੈਠਾ ਤੁਸੀਂ ਹਾਂ, ਮੈਂ ਆਜੋ ਫਿਰ 2 ਮਿੰਟ ਤੁਹਾਨੂੰ ਦੱਸੋ। ਹੋਰ ਸੁਣਾਓ ਠੀਕ ਹੋ? ਹਾਂਜੀ ਵਧੀਆ ਸਰ। ਅੱਛਾ ਕਿੰਨੀਆਂ ਪਲੇਟਾਂ ਭਾਜੀ ਆਪਾਂ ਹੁਣ ਤੱਕ ਲਾ ਚੁੱਕੇ ਮੈਨੂੰ ਥੋੜਾ ਡਿਟੇਲ ਦੱਸੋ। ਸਰ ਹੁਣ ਤੱਕ ਜਿਹੜੀ ਡਿਟੇਲ ਲਾ ਚੁੱਕੇ ਆ ਉਹ ਲਾ ਲਓ ਕਿ ਕੁਝ 10,000 ਤੋਂ ਵੀ ਪਲੱਸ ਹੋ ਸਕਦੀ ਆ। ਕਿੰਨੀ ਦੇਰ ਦੇ ਵਿੱਚ? 2019 ਤੋਂ ਕੰਮ ਚੱਲਦਾ ਪਿਆ, ਮਾਰਚ ਅਪ੍ਰੈਲ ਤੋਂ ਸਟਾਰਟ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਵੀ ਅਪਲਾਈ ਕਰਦਾ ਕਸਟਮਰ ਆਨਲਾਈਨ, ਠੀਕ ਹੈ ਜੀ, ਤੇ ਆਪਣੀ ਅਪਾਇੰਟਮੈਂਟ ਲੈ ਕੇ ਆਉਂਦਾ ਵਾ ਤੇ ਆਪਣੀ ਪਲੇਟ ਲਗਵਾਈ ਚੱਲ ਜਾਂਦਾ। ਅੱਛਾ ਭਾਜੀ ਜਿਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਪਿਆ ਕਿ ਜਿਸ ਤਰ੍ਹਾਂ ਤੁਸੀਂ 10,000 ਕਹਿੰਦੇ ਪਏ, ਮੈਨੂੰ ਨਹੀਂ ਲੱਗਦਾ 10,000 ਲੱਖਾਂ ਦੇ ਹਿਸਾਬ ਨਾਲ ਪਲੇਟਾਂ ਲੱਗ ਚੁੱਕੀਆਂ ਕਿਉਂਕਿ 70% ਲੋਕਾਂ ਨੇ ਪਲੇਟਾਂ ਲਵਾ ਲਿੱਤੀਆਂ ਹੋਈਆਂ ਨੇ। ਉਹ ਤੇ ਆਪਣੇ ਰੂਲ ਫੋਲੋ ਕਰਦੇ ਆ ਕਿ ਹਾਂ ਵੀ ਉਹ ਦਿੱਲੀ ਚੰਡੀਗੜ੍ਹ ਚਲਾਨ ਸ਼ੁਰੂ ਹੋਏ ਆ ਸਰਕਾਰੀ ਨੰਬਰ ਪਲੇਟਾਂ ਦੇ। ਆਪਣੇ ਇੱਥੇ ਨਹੀਂ ਹੋਏ ਵੀ ਸ਼ੁਰੂ ਆ ਪਰ ਹਜੇ ਲਾਗੂ ਨਹੀਂ ਹੋਏ ਕਿ ਹਾਂ ਵੀ ਚਲਾਨ ਕੱਟਣੇ ਸ਼ੁਰੂ ਹੋਏ ਨੇ। ਪਰ ਕਿਤੇ ਉਹਨਾਂ ਨੇ ਡੈਰੀ ਬੁੱਕਾਂ ਮਿਲ ਗਈਆਂ ਕਿ ਹਾਂ ਵੀ ਚਲਾਨ ਸ਼ੁਰੂ ਹੋਏ ਨਾ। ਹਾਂਜੀ ਡੈਰੀ ਬੁੱਕਾਂ ਮਿਲ ਗਈ ਤਾਂ ਕਰਕੇ ਪਲੇਟਾਂ ਲਵਾ ਲੀਆਂ। ਹਾਂ ਅੱਧਿਆਂ ਨੇ ਲਵਾ ਲੀਆਂ, ਅੱਧਿਆਂ ਨੂੰ ਅਜੇ ਜਦੋਂ ਨਿਊਜ਼ ਆਏਗੀ ਕਿ ਹਾਂ ਵੀ 10,000 ਤੇ ਬਹੁਤ ਘੱਟ ਕਹਿੰਦੇ ਪਏ 30 ਲੱਖ ਦੇ ਵਿੱਚ ਹੁੰਦੀ ਹੈ। ਮੈਂ ਤੁਹਾਨੂੰ ਦੱਸ ਦਿੰਦਾ ਮੈਂ ਤੁਹਾਨੂੰ ਡਿਟੇਲ ਪਈ ਸਾਰੀ। ਹਾਂਜੀ ਮੈਂ ਤੁਹਾਨੂੰ ਦੱਸ ਦਿੰਦਾ। ਸੋ ਇੱਕ ਵਾਰ ਤੁਹਾਡੇ ਨਾਲ ਤਸਵੀਰ ਜ਼ਰੂਰ ਸਾਂਝੀ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਇੱਥੇ ਨੰਬਰ ਪਲੇਟਾਂ ਲੱਗਦੀਆਂ ਨੇ। 10,000 ਵੀਰ ਜੀ ਕਹਿ ਰਹੇ ਨੇ 2019 ਤੋਂ ਸ਼ੁਰੂਆਤ ਹੋਈ ਸੀ। 2019 ਤੋਂ ਮੈਂ ਡਿਟੇਲਸ ਪੂਰੀ ਦੱਸ ਦਿੰਦਾ ਤੁਹਾਨੂੰ ਕਿੰਨੀ ਲੱਗੀ ਹੈ। ਥੋੜਾ ਜਿਹਾ ਟਾਈਮ ਲੱਗਣਾ, ਮੈਂ ਤੁਹਾਨੂੰ ਦੱਸ ਦਿੰਦਾ, ਕੋਈ ਚੱਕਰ ਨਹੀਂ। ਆਪਣਾ ਨਾਮ ਕੀ ਵੀਰ ਜੀ? ਮੇਰਾ ਨਾਮ ਭਾਜੀ ਅਜੀਵੀਰ ਸਿੰਘ ਜੀ। ਅਜੀਵੀਰ ਸਿੰਘ। ਅਜੀਵੀਰ ਸਿੰਘ। ਤਾਂ ਤੁਸੀਂ ਮਤਲਬ ਕਿ ਸ਼ੁਰੂਆਤ ਤੋਂ ਹੈਗੇ ਜੀ ਤੁਸੀਂ? ਮੈਨੂੰ ਕੱਢੀ ਉਹਨਾਂ ਡਿਟੇਲ ਕੱਢੀ ਜੋ? ਹਾਂ ਮੈਂ ਕਰਤੀ ਸਰਚ, ਵੇਟ ਕਰ ਲਓ ਤੁਸੀਂ। ਮੈਨੂੰ ਨਹੀਂ, ਮੈਂ ਜਦੋਂ ਕੰਮ ਸਟਾਰਟ ਆਇਆ ਉਸ ਤੋਂ ਬਾਅਦ ਆਇਆ ਮੈਂ ਇੱਥੇ। ਮੈਂ ਆਪਰੇਟਰ ਆ ਇੱਥੇ ਇਸ ਟਾਈਮ ਕਿ ਹੋਮ ਫਿਟਮੈਂਟ ਇੰਚਾਰਜ ਜਿਹੜੇ ਲੜਕੇ ਘਰਾਂ ਪਲੇਟ ਲੱਗ ਜਾਂਦੇ ਨੇ, ਮੈਂ ਉਹਦਾ ਇੰਚਾਰਜ ਇੱਥੋਂ ਦਾ ਡਿਸਟ੍ਰਿਕਟ ਅੰਮ੍ਰਿਤਸਰ ਦਾ। ਅੱਛਾ ਘਰ 'ਚ ਜਦੋਂ ਪਲੇਟ ਲੈ ਕੇ ਜਾਂਦੇ ਅਸੀਂ ਉਹਦੇ ਕਿੰਨੇ ਚਾਰਜ ਲੈਂਦੇ? ਜਿਹੜਾ ਤੇ 4 ਵੀਲਰ ਆ ਉਹਦਾ 716 ਰੁਪਏ ਆ ਤੇ ਜਿਹੜੇ ਜਿਹੜਾ ਫਰੇਮ ਦਾ ਰੇਟ ਉਹ ਨਾ ਦੱਸੋ ਤੇ ਘਰ ਜਿਹੜੀ ਡਿਲੀਵਰੀ ਘਰ ਜਾ ਕੇ ਘਰ ਦੀ ਡਿਲੀਵਰੀ ਜਿਹੜੀ 4 ਵੀਲਰ ਦੀ ਡਿਲੀਵਰੀ ਆ 716 ਰੁਪਏ ਫੀਸ ਆ। ਜਿਹੜਾ ਫਰੇਮ ਨਾਲ ਲਾਉਂਦੇ ਉਹਦਾ ਕਿੰਨਾ ਪੈਸੇ ਫਿਰ ਘਰ ਜਾ ਕੇ ਵੱਖਰੇ? ਉਹ ਤੇ ਕਸਟਮਰ ਨੂੰ ਪੁੱਛੀਦਾ ਕਿ ਹਾਂ ਵੀ ਤੁਸੀਂ ਲਾਉਣਾ ਜਾਂ ਨਹੀਂ ਲਾਉਣਾ। ਠੀਕ ਹੈ ਜੀ। ਉਹ ਲੜਕੇ ਲੈ ਕੇ ਜਾਂਦੇ ਆ ਜਿਹਦੇ ਕਿ ਉਹਨਾਂ ਨੂੰ ਕਸਟਮਰ ਨੂੰ ਲੱਗਦਾ ਕਿ ਅਸੀਂ ਲਾਉਣਾ। ਠੀਕ ਹੈ। ਕੋਈ ਇਹਨੂੰ ਫੋਰਸ ਨਹੀਂ ਕੀਤਾ ਜਾਂਦਾ ਕਿ ਤੁਸੀਂ ਲਵਾਓ ਨਾ ਲਵਾਓ। ਜਿਹਦਾ ਦਿਲ ਕਰਦਾ ਲਵਾਉਂਦਾ ਵਾ, ਜਿਹਦਾ ਨਹੀਂ ਦਿਲ ਕਰਦਾ ਨਹੀਂ ਲਾਉਂਦਾ। ਅੱਛਾ ਉਹਦੀ ਡਿਟੇਲ ਨਿਕਲ ਆਏਗੀ ਵੀ ਕਿੰਨਿਆਂ ਦੇ ਫਰੇਮ ਲਗਾ ਦਿੱਤੇ ਆ ਤੇ ਕਿੰਨੇ ਫਰੇਮ ਤੋਂ ਬਿਨਾਂ ਵਾਸੀ ਲਗਾਏ? ਇਹਦੀ ਡਿਟੇਲ ਨਹੀਂ ਆਪਣੇ ਤੋਂ ਕੁਛ ਹੈਗੀ। ਅੱਛਾ ਇਹਦਾ ਵੇਖੋ ਕਿੰਨੇ ਹੈਗੇ ਆ? ਮੈਂ ਤੁਹਾਨੂੰ ਪਲੇਟ ਦੱਸ ਦਿੰਦਾ। ਇਹ ਕਿ ਉਹ ਫਿਟਰ ਲੈ ਕੇ ਜਾਂਦੇ ਆ ਆਪਾਂ ਨੂੰ ਜਿਹੜੇ, ਤੇ ਫਿਟਰ ਇਹ ਪੁੱਛਦੇ ਆ ਜਿਨ੍ਹਾਂ ਨੂੰ ਹੋਮ ਫਿਟਮੈਂਟ ਵਾਲੇ ਸਰਚ ਆਉਂਦਾ। ਮੈਂ ਤੁਹਾਨੂੰ ਦੱਸ ਦਿੰਦਾ ਕਿੰਨੀ ਡਿਟੇਲ, ਵੇਟ ਕਰ ਲਓ। ਅੱਛਾ ਵੈਸੇ ਜਿਹੜਾ ਆਪਾਂ 500 ਕੁਝ ਰੁਪਏ ਦੀ ਜਿਹੜੀ 4 ਵੀਲਰ ਦੀ ਪਲੇਟ 566 ਰੁਪਏ ਦੀ ਆਪਾਂ 4 ਵੀਲਰ ਦੀ ਪਲੇਟ ਲਗਾਉਂਦੇ ਆ ਉਹਦੇ ਵਿੱਚੋਂ ਦੀ ਇੱਥੋਂ ਦੀ ਹੈ ਕਿ ਉਹ ਇੱਥੇ ਆਣ ਕੇ ਵਿਜ਼ਿਟ ਕਰਕੇ ਪਲੇਟ ਲਗਾਉਣਗੇ। ਅੱਛਾ ਜਿਸ ਤਰ੍ਹਾਂ ਤੁਸੀਂ ਆਪਣੀ ਵਹੀਕਲ ਲੈ ਕੇ ਆਓਗੇ, ਠੀਕ ਹੈ ਜੀ, ਤੁਹਾਡਾ ਵਹੀਕਲ ਦਾ ਚਾਸੀ ਦਾ ਨੰਬਰ ਚੈੱਕ ਹੋਏਗਾ ਬਕਾਇਦਾ, ਫਿਰ ਪਲੇਟ ਲੱਗੇਗੀ। ਠੀਕ ਹੈ ਜੀ। ਉੱਦਾਂ ਨਹੀਂ ਲੱਗਣੀ। ਅੱਛਾ 566 ਰੁਪਏ ਠੀਕ ਹੈ ਨਾ। ਤੇ 566 ਜਿਹੜਾ ਹੈਗਾ ਵਾ ਉਹ ਜਿਹੜੀ ਰਸੀਦ ਕੱਟਦੇ ਆ ਉਹ ਕਿਹੜੇ ਖਾਤੇ 'ਚ ਪੈਸੇ ਜਾਂਦੇ ਆ?
ਉਹ ਸਰ ਆਪਣੇ ਜਿਹੜੇ ਜਿਨ੍ਹਾਂ ਦੇ ਸਰਕਾਰੀ ਖਾਤੇ ਉਸ 'ਚ ਜਾਂਦੇ ਪੈਸੇ ਸਰਕਾਰੀ ਖਾਤੇ ਦੇ ਵਿੱਚ ਪੈਸੇ ਜਾਂਦੇ। ਪੰਜਾਬ HSRP.in ਦੇ ਖਾਤੇ 'ਚ ਜਾਂਦੇ ਸਾਰੇ ਪੈਸੇ HSRP ਹਾਂ ਉਹਨਾਂ ਦੇ। ਤੁਹਾਨੂੰ ਤੁਹਾਡੇ ਜਿਹੜੀ ਕੰਪਨੀ ਆ ਤੁਹਾਡੀ ਕੰਪਨੀ ਨੂੰ ਕਿੰਨੇ % ਮਿਲਦਾ, ਸਰਕਾਰ ਵੱਲੋਂ ਕਿੰਨੇ % ਦਿੱਤਾ ਜਾਂਦਾ ਉਹਦੇ ਵਿੱਚੋਂ? ਇਹ ਸਰ ਮੈਨੂੰ ਨਹੀਂ, ਮੈਨੇਜਰ ਸਰ ਨੂੰ ਪਤਾ, ਮੇਨ ਜਿਹੜੇ ਇੰਚਾਰਜ ਨੇ। ਇਹਦੇ ਬਾਰੇ ਮੈਨੂੰ ਨਹੀਂ ਨੌਲੇਜ ਹੈਗੀ, ਉਹਨਾਂ ਨੂੰ ਪਤਾ ਹੈ। ਜੇ ਤੁਸੀਂ ਕਹੋਗੇ ਤਾਂ ਮੈਂ ਉਹਨਾਂ ਨੂੰ ਫੋਨ ਕਰਕੇ ਤੁਹਾਨੂੰ ਇੱਕ ਵਾਰੀ ਬੁਲਾ ਲਓ ਜੇ ਆ ਸਕਦੇ ਤੇ। ਮੁਹਾਲੀ ਸਰ ਬੈਠੇ। ਮੁਹਾਲੀ ਗਏ ਹੋਏ ਨੇ? ਨਹੀਂ ਬੈਠੇ ਮੁਹਾਲੀ ਹੁੰਦੇ ਆ ਮੇਨ ਇਹ ਸਾਡਾ। ਇੱਕ ਵਾਰੀ ਆਪਾਂ ਫੋਨ ਕਰ ਦਈਏ ਜਰਾ ਉਹਨਾਂ ਨੂੰ, ਸਪੀਕਰ ਔਨ ਕਰ। ਕੋਈ ਨਾ ਮੈਂ ਤੁਹਾਡੀ ਗੱਲ ਕਰਵਾਉਣਾ, ਵੇਟ ਕਰ ਲਿਓ। ਆ ਮੈਂ ਸਰਚ ਕਰ ਲੈਂਦਾ। ਜਿਹੜੇ ਮੇਨ ਨੇ ਉਹ ਇੱਥੋਂ ਦੇ ਗਗਨ ਨੇ। ਗਗਨ ਜੀ ਕਿੱਥੇ ਨੇ? ਗਗਨ ਜੀ ਆ ਛੁੱਟੀ ਤੇ ਨੇ। ਹਾਂ ਗਗਨ ਜੀ ਉਹ ਕਦੀ ਦੂਜੀ ਲੋਕੇਸ਼ਨ ਤੇ, ਕਦੀ ਅੱਜ ਪਰ ਛੁੱਟੀ ਤੇ ਨੇ। ਉਹ ਸ਼ਨੀਵਾਰ ਮੈਰਿਜ ਤੇ ਗਏ ਅੱਜ। ਅੱਛਾ, ਜਿਹੜਾ ਫਰੇਮ ਹੁੰਦਾ ਹੈ, ਫਰੇਮ ਜਿਹੜਾ ਅਸੀਂ ਲਵਾਉਂਦੇ ਆ 4 ਵੀਲਰ ਦਾ ਫਰੇਮ, ਉਹਦਾ ਰੇਟ ਕੀ ਰੱਖਿਆ ਸਰ? 4 ਵੀਲਰ ਦਾ ਰੇਟ ਹੈਗਾ ਹੈ ਆਪਣਾ 500 ਰੁਪਿਆ ਤੇ 2 ਵੀਲਰ ਦਾ 200 ਰੁਪਿਆ ਹੈ। 2 ਵੀਲਰ ਦਾ 200 ਰੁਪਿਆ ਤੇ ਜਿਹੜਾ 500 ਰੁਪਿਆ ਵਾ ਫਰੇਮ, ਤੇ ਉਹਦੇ ਜਿਹੜੇ ਪੈਸੇ ਨੇ ਉਹ ਕਿਹੜੇ ਖਾਤੇ ਜਾਂਦੇ ਨੇ? ਸਰ ਉਹ ਵੀ ਕੰਪਨੀ ਦੇ ਖਾਤੇ 'ਚ ਜਾਂਦੀ, ਇੱਥੋਂ ਕੈਸ਼ ਪੇਮੈਂਟ ਦੇਈਦੀ ਹੈ ਜਦੋਂ ਆਉਂਦੇ ਆ ਲੈ ਕੇ ਜਾਂਦੇ। ਉਹ ਕੌਣ ਲੈ ਕੇ ਜਾਂਦਾ ਇੱਥੋਂ? ਜਿਹੜੇ ਮੇਨ ਹੈ, ਜਿਹੜੇ ਉੱਤੋਂ ਹੈੱਡ ਹੁੰਦੇ ਆ ਉਹ ਲੈ ਕੇ ਜਾਂਦੇ ਨੇ। ਹੈੱਡ ਕੌਣ ਸਰ? ਇੱਥੋਂ ਦੇ ਅੰਮ੍ਰਿਤਸਰ ਦੇ ਜਾਂ ਫਿਰ ਪੰਜਾਬ ਦੇ ਹੈੱਡ ਨੇ? ਕਿਹੜੇ ਆਂਦੇ ਤੁਹਾਡੇ ਕੋਲ? ਜਿਹੜਾ ਇੱਥੇ ਗਗਨ ਬੈਠਾ ਉਹਨਾਂ ਨੂੰ ਦੇ ਦਿਓ, ਉਹਨਾਂ ਨੂੰ ਪੇਮੈਂਟ ਦੇ ਦੀ ਆਪਾਂ। ਹੁਣ ਕਿੰਨੀ ਪੇਮੈਂਟ ਦੇ ਦੇਣੀ ਅਸੀਂ ਰੋਜ਼ ਦੀ? ਰੋਜ਼ ਦੀ ਸਰ ਜਿਹਨੇ ਲਵਾਉਣੇ ਆ ਉਸ ਹਿਸਾਬ ਨਾਲ ਹੀ ਪਤਾ, ਇੰਨਾ ਨਹੀਂ ਪਤਾ। ਕਈ ਯਾਰ ਆਪਣੀ ਮਰਜ਼ੀ ਨਾਲ ਕੋਈ 2 ਲਵਾ ਜਾਂਦਾ, ਕਦੀ 1 ਲਵਾ ਜਾਂਦਾ, ਜਿਸ ਤਰ੍ਹਾਂ ਜਿਹੜੇ ਹਿਸਾਬ ਨਾਲ। ਇੰਨੀ ਦੇਰ ਹੋ ਗਈ ਹੈ ਸਾਨੂੰ ਕੰਮ ਕਰਦੇ, ਸਾਨੂੰ ਪਤਾ ਹੋਣਾ ਚਾਹੀਦਾ ਸਾਰਾ ਕਿ ਅਸੀਂ ਪੇਮੈਂਟ ਕਿੱਥੇ ਜਾਣੀ ਆ। ਅਸੀਂ ਰਫਲੀ ਪੈਸੇ ਦੇ ਦੇਣੇ ਕਿਸੇ ਨੂੰ ਵੀ, ਗਗਨ ਜੀ ਨੂੰ ਪੈਸੇ ਫੜਾਤੇ, ਆਪਾਂ ਕੋਈ ਖਾਤੇ ਜਮ੍ਹਾਂ ਨਹੀਂ ਕਰਾਉਂਦੇ। ਮੇਰਾ ਇੰਚਾਰਜ ਜਿਹੜਾ ਮੈਂ ਉਸ ਨੂੰ ਦੇਵਾਂਗਾ, ਜਿਹੜਾ ਇੱਥੋਂ ਦੇ ਡਿਸਟ੍ਰਿਕਟ ਇੰਚਾਰਜ ਕਿੱਥੇ ਦਿੰਦਾ ਤੁਹਾਨੂੰ ਪਤਾ ਕੁਛ? ਇਹ ਮੈਂ ਇੰਚਾਰਜ ਦਾ ਨਹੀਂ ਪਤਾ। ਆਪਰੇਟਰ ਆਪਾਂ ਮੈਪਿੰਗ ਕਰਦੇ, ਆਪਾਂ ਪਲੇਟਾਂ ਬਣਵਾ ਦੀਆਂ, ਉਹਨਾਂ ਨੂੰ ਪਤਾ ਸਾਰੀ ਡਿਟੇਲ, ਉਹ ਰੱਖ ਦੇਣੀ ਇੰਚਾਰਜ ਸਾਹਿਬ। ਅੱਛਾ, ਵੈਸੇ ਫਰੇਮ ਜਿਹੜਾ ਵਾ ਨੋਰਮਲ ਰੇਟ ਕਿੰਨਾ ਹੈਗਾ ਵਾ ਪਤਾ ਤੁਹਾਨੂੰ? ਸਰ ਨਾਰਮਲ ਰੇਟ ਸਾਨੂੰ ਜਿਹੜਾ ਰੇਟ ਦਾ ਮੈਂ ਤੁਹਾਨੂੰ ਉਹ ਰੇਟ ਦੱਸਿਆ ਕਿ ਸਾਨੂੰ ਇਹ ਰੇਟ ਦੇ। ਤੁਸੀਂ ਲਾਉਂਦੇ 500, ਜੇ ਫਲਿੱਪਕਾਰਟ ਦੇ ਉੱਤੇ ਅਸੀਂ ਰੇਟ ਭਰੀਏ ਤਾਂ ਮੇਰੇ ਹਿਸਾਬ ਦੇ ਨਾਲ 210 ਰੁਪਏ ਪਲੇਟ ਦਾ ਜਿਹੜੀ ਫਰੇਮ ਦਾ ਰੇਟ ਹੈਗਾ 210 ਰੁਪਏ। ਤਾਂ ਜਿਹੜਾ 2 ਵੀਲਰ ਹੈਗਾ ਉਹਦਾ 144 ਰੁਪਏ ਰੇਟ ਹੈਗਾ, ਤੇ ਤੁਸੀਂ 500 ਰੁਪਏ ਲੈਂਦੇ ਜੀ ਇੱਕ ਪਲੇਟ ਦਾ। ਤੁਸੀਂ 500, ਜੇ ਤੁਹਾਡੇ ਹਿਸਾਬ ਨਾਲ ਅਸੀਂ 10,000 ਵੀ ਕਹੀਏ ਵੀ ਤੁਸੀਂ 10,000, ਵੈਸੇ ਤਾਂ ਲੱਖਾਂ ਦੇ ਹਿਸਾਬ ਨਾਲ ਪਲੇਟਾਂ ਲੱਗ ਹੀ ਆਣੇ। ਜੇ 10,000 ਵੀ ਪਲੇਟ ਅਸੀਂ ਕਹੀਏ, ਉਹਦੇ ਵਿੱਚ 5,000 ਦਾ ਵੀ ਫਰੇਮ ਲੱਗਾ ਹੋਵੇ ਤਾਂ ਗੱਲ ਕਿੱਥੇ ਕਰੋ? ਨਹੀਂ ਲਾਉਂਦਾ 5,000 ਤੇ ਕੋਈ ਕਸਟਮਰ ਉਹ ਆ ਜਿਹੜਾ ਜੇ ਆਪਦੀ ਮਰਜ਼ੀ ਹੋਵੇ, ਆਪਦੀ ਇੱਛਾ ਹੋਵੇ ਫੇਰ ਮੈਂ ਲਵਾਉਂਦਾ। ਆਪਣੀ ਪਲੇਟ ਲਗਾਉਣਾ ਹੈ ਨਾ, ਤੁਸੀਂ ਕਹਿ ਕੇ ਲਵਾਈ ਸੀ ਵੀ ਉਸੇ ਵੇਲੇ ਲਵਾਓਗੇ ਪਲੇਟ ਤਾਂ ਫੇਰ ਗੱਲ ਬਣੇਗੀ, ਫੇਰ ਤੁਹਾਨੂੰ ਉਸੇ ਵੇਲੇ ਮਿਲ ਜਾਏਗਾ, ਨਹੀਂ ਤੇ ਖੱਜਲ ਖੁਆਰੀ ਹੋਣੀ ਪਏਗੀ ਤੁਹਾਨੂੰ। ਤੁਸੀਂ ਇਸ ਤਰ੍ਹਾਂ ਤੁਸੀਂ ਆਪ ਕਹਿੰਦੇ ਜੀ ਹਰ ਇੱਕ। ਭਾਜੀ ਜਿਹੜਾ ਤੇ ਅਪਾਇੰਟਮੈਂਟ ਤੇ ਆਉਂਦਾ ਵਾ, ਆਪਾਂ ਉਹਨਾਂ ਨੂੰ ਫੋਰਸ ਕਰੀਦਾ ਨਹੀਂ ਕਿ ਤੁਸੀਂ ਲਵਾਉਣਾ ਜਾਂ ਨਹੀਂ ਲਵਾਉਣਾ, ਠੀਕ ਹੈ ਜੀ। ਜਿਹੜਾ ਆਪਣਾ ਅਪਾਇੰਟਮੈਂਟ ਤੋਂ ਬਿਨਾਂ ਹੁੰਦਾ, ਐਮਰਜੈਂਸੀ ਚਾਹੀਦਾ, ਉਹਨੂੰ ਕਹਿਣਾ ਕਿ ਭਾਜੀ ਤੁਸੀਂ ਲਗਵਾ ਲਓ ਬਸ ਪਲੇਟ ਲਓ। ਕਹਿੰਦਾ ਲਾ ਦਿਓ ਤੇ ਫਿਰ ਤੁਸੀਂ ਮਤਲਬ ਕਿ 1 ਨਹੀਂ 2 ਨਹੀਂ 3 ਗੁਣਾ ਵੱਧ ਰੇਟ ਲਾਓਗੇ? ਪਰ ਜਿਹੜਾ ਰੇਟ ਹੈਗਾ ਸਰ ਇਹ ਤੇ ਉਹ ਲਵਾਂਗੇ। ਤੁਹਾਨੂੰ ਰੇਟ ਦਿੱਤਾ ਹੈ ਨਾ, ਤੁਹਾਨੂੰ ਵੈਸੇ ਉਸ ਤਰ੍ਹਾਂ ਪਤਾ ਵਾ ਆਪਣੀ ਜਾਣਕਾਰੀ ਵਾਸਤੇ ਵੀ ਰੇਟ ਕਿੰਨਾ ਹੈਗਾ ਵਾ ਨਾ ਸਰ। ਇਹ ਮੌਂਡੇ ਆ ਜਿਓ। ਮੇਰੀ ਗੱਲ ਕਰਾਓ ਭਾਜੀ ਨਾਲੇ ਮੈਨੂੰ ਡਿਟੇਲ ਦੱਸੋ ਵੀ ਕਿੰਨੇ ਪਲੇਟਾਂ ਲਾ ਚੁੱਕੇ ਹੁਣ ਤੱਕ? ਹਲੋ ਮੈਂ ਗੱਲ ਕਰਵਾਉਣਾ ਤੁਹਾਡੀ। ਚੰਡੀਗੜ੍ਹ ਕਰਾਂਡੇ 'ਚ ਕਿ ਇੱਥੇ? ਜਿਹੜਾ ਪਹਿਲਾਂ ਇੱਥੋਂ ਮੇਨ ਇੰਚਾਰਜ ਹੈ ਉਹ ਤੁਹਾਨੂੰ ਡਿਟੇਲ ਦੇਗਾ, ਫਿਰ ਉਹ ਅੱਗੇ ਗੱਲ ਕਰਾ ਦੇਗਾ ਤੁਹਾਡੀ। ਇਹ ਗਗਨ ਨੇ ਜਿਹੜੇ ਇੱਥੋਂ ਦੇ ਇੰਚਾਰਜ ਨੇ। ਸੱਚ ਕਹ ਸਰ, ਆਪਣੇ ਡੇਲੀ ਪੋਸਟ ਵਾਲੇ ਆਏ ਸਰ, ਗੱਲ ਕਰਿਓ ਡਿਟੇਲ। ਡੇਲੀ ਪੋਸਟ ਵਾਲੇ ਆਏ ਨੇ, ਗੱਲ ਕਰ ਲਓ ਉਹਨਾਂ ਨੇ, ਗੱਲ ਕਰਨੀ ਤੁਹਾਡੇ ਨਾਲ। ਲਓ ਸਰ। ਹੈਲੋ ਹੈਲੋ ਹੈਲੋ, ਹਾਂਜੀ ਸਰ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਸਰ? ਠੀਕ ਹੋ? ਵਧੀਆ। ਗਗਨ ਜੀ ਬੋਲਦੇ ਪਏ? ਹਾਂਜੀ ਗਗਨ ਗੱਲ ਕਰ। ਅੱਛਾ ਗਗਨ ਜੀ, ਮੈਨੂੰ ਇਹ ਦੱਸੋ ਵੀ ਆਪਾਂ ਕਦੋਂ ਸ਼ੁਰੂਆਤ ਕੀਤੀ ਸੀ ਪਲੇਟਾਂ ਦੀ ਲਾਣੀਆਂ ਇੱਥੇ? ਇੱਕ ਮਿੰਟ ਸਰ, ਮੈਂ ਨਾ ਐਕਚੁਅਲੀ ਡਰਾਈਵ ਕਰ ਰਿਹਾ ਜੇ। ਤੁਸੀਂ ਕਿੱਧਰ ਬੈਠੇ ਜੇ ਇੱਥੇ ਹੀ ਨਾ? ਮੈਂ ਸਰ ਤੁਹਾਡੇ ਦਫ਼ਤਰ ਹੀ ਬੈਠਾ ਹਾਂ ਜੀ। ਮੈਂ ਤੁਹਾਨੂੰ 10-15 ਮਿੰਟ ਦਾ ਕਾਲ ਕਰਾਂ? ਤੁਸੀਂ ਇੱਥੇ ਜੇ ਜਾਂ ਫਿਰ ਕਿਤੇ ਗਏ ਜੀ? ਮੈਂ ਸਰ ਐਕਚੁਅਲੀ ਅੱਜ ਦੇ ਤਰਨਤਾਰਨ ਬ੍ਰਾਂਚ 'ਚ ਆ। ਅੱਛਾ ਹਾਂ, ਜੇ ਤੁਸੀਂ ਮੈਨੂੰ 10-15 ਮਿੰਟ ਦੋਗੇ, ਤੁਸੀਂ ਨਾ ਮੈਨੂੰ ਆਪਣੇ ਨੰਬਰ ਤੋਂ ਰਿੰਗ ਕਰ ਦਿਓ, ਮੈਂ ਤੁਹਾਨੂੰ ਬੈਕ ਕਾਲ ਕਰਦਾ। ਠੀਕ ਹੈ। ਮੈਨੂੰ ਭਾਜੀ ਚੰਡੀਗੜ੍ਹ ਕਹਿੰਦੇ ਪਏ ਨੇ, ਕਹਿੰਦੇ ਚੰਡੀਗੜ੍ਹ ਗਏ ਹੋਏ ਨੇ ਭਾਜੀ। ਨਹੀਂ ਚੰਡੀਗੜ੍ਹ ਨਹੀਂ ਸਰ, ਅੱਛਾ ਤਰਨਤਾਰਨ ਜੇ ਤੁਸੀਂ। ਠੀਕ ਉਧਰੋਂ ਮੈਂ ਐਕਚੁਅਲੀ ਨਾ ਹੈ ਤਾਂ ਮੈਂ ਚੰਡੀਗੜ੍ਹ ਦੀ ਡਾਇਰੈਕਟ ਮੈਂ ਉੱਥੇ ਹੀ ਗਿਆ ਵਾਂ, ਤਰਨਤਾਰਨ ਬ੍ਰਾਂਚ 'ਚ। ਠੀਕ ਹੈ ਭਾਜੀ, ਮੈਂ ਤੁਹਾਨੂੰ ਮਿਲਣਾ ਚਾਹਾਂਗਾ, ਮੈਂ ਤੁਹਾਨੂੰ ਕਾਲ ਕਰਦਾ, ਕੋਈ ਗੱਲ ਨਹੀਂ। ਇੱਕ ਵਾਰੀ ਫੇਰ ਤੁਸੀਂ ਮੈਂ ਵੇਟ ਕਰਾਂਗੇ ਤੁਹਾਡੀ ਕਾਲ ਦੀ। ਸਰ ਕੀ ਪੁੱਛ ਰਹੇ? ਭਾਜੀ ਮੈਨੂੰ ਦੱਸੋ ਵੀ ਕਦੋਂ ਆਪਾਂ ਸ਼ੁਰੂਆਤ ਕੀਤੀ ਸੀ ਇੱਥੇ ਪਲੇਟਾਂ ਲਾਉਣ ਦੀ? ਹੋਮ ਫਿਟਮੈਂਟ ਦੀ? ਇਹਦੀ
ਨੰਬਰ ਪਲੇਟ ਦੀ ਜੀ ਨੰਬਰ ਪਲੇਟ ਫਿਟਮੈਂਟ ਦੀ ਕਹਿ ਰਹੇ ਨਾ ਤੁਸੀਂ? ਹਾਂਜੀ ਬਿਲਕੁਲ ਮੇਰੀ ਗੱਲ ਕਰ ਰਹੇ ਜਾਂ ਕੰਪਨੀ ਦੀ ਗੱਲ ਕਰ ਰਹੇ? ਕੰਪਨੀ ਦੀ ਗੱਲ ਕਰਦਾ ਪਿਆ ਮੈਂ। ਕੰਪਨੀ ਨੇ ਸਰ 2018-19 ਨੂੰ ਦੁਬਾਰਾ ਤੋਂ ਇਹਨਾਂ ਦਾ ਕੰਮ ਸਟਾਰਟ ਹੋਇਆ, ਪਹਿਲਾਂ ਤਾਂ ਇਹਨਾਂ ਨੇ 13 ਦੇ ਵਿੱਚ ਵੀ ਸਟਾਰਟ ਕੀਤਾ ਸੀ। ਓਕੇ ਹਾਂਜੀ ਹਾਂਜੀ। ਤੇ ਜੇ ਤੁਹਾਡੀ ਆਪਾਂ ਗੱਲ ਕਰੀਏ ਤੇ ਫਿਰ ਤੁਸੀਂ ਕਦੋਂ ਕੀਤਾ ਸ਼ੁਰੂ? ਮੈਨੂੰ 6 ਮੰਥ ਹੋ ਗਿਆ ਸਰ। ਹਾਂਜੀ 6 ਮੰਥ। ਮੈਨੂੰ 6 ਮਹੀਨੇ ਹੋ ਗਿਆ। ਮੇਰੇ ਤੋਂ ਪਹਿਲਾਂ ਸਾਹਿਲ ਦੁੱਗਲ ਸਨ। ਓਕੇ ਅੱਛਾ, ਮੈਨੂੰ ਫੁੱਲ ਡਿਟੇਲ ਭਾਈ ਚਾਹੀਦੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਹੁਣ ਤੱਕ ਅਸੀਂ ਕਿੰਨੀਆਂ ਪਲੇਟਾਂ ਲਗਾ ਦਿੱਤੀਆਂ ਹੋਈਆਂ ਨੇ? ਮਿਲ ਜੇਗੀ ਸਰ, ਸਾਰੀ ਡਿਟੇਲ ਮਿਲ ਜੇਗੀ ਤੁਹਾਨੂੰ। ਤੇ ਇੱਕ ਕਦੋਂ ਤੱਕ ਮਿਲੇਗੀ ਸਰ ਮੈਨੂੰ? ਤੁਸੀਂ ਇੱਕ ਕੰਮ ਕਰਿਓ, ਤੁਹਾਡੀ ਜਿਹੜੀ ਮੇਲ ਆਈਡੀ ਹੋਏਗੀ ਤੁਹਾਡੀ ਨਾ ਡੇਲੀ ਉਹਦੀ। ਜੀ ਨਹੀਂ ਸਰ, ਮੈਂ ਮਿਲ ਕੇ ਤੁਹਾਡੇ ਕੋਲ ਕੈਮਰੇ ਦੇ ਸਾਹਮਣੇ ਪੁੱਛਣਾ ਚਾਹਨਾ ਤੁਹਾਨੂੰ। ਅਰੇ ਡੈਫੀਨਿਟਲੀ, ਫਿਰ ਆਪਾਂ ਮੰਡੇ ਨੂੰ ਮਿਲੀਏ ਸਰ। ਠੀਕ ਹੈ, ਕੋਈ ਗੱਲ ਨਹੀਂ, ਮੈਂ ਡਾਟਾ ਪੂਰਾ ਪ੍ਰੋਵਾਈਡ ਕਰਾ ਦਾਂਗਾ। ਓਕੇ ਸਰ, ਓਕੇ ਠੀਕ ਠੀਕ ਹੈ। ਹੋਰ ਸੇਵਾ ਮੇਰੇ ਲਈ ਬਸ ਸ਼ੁਕਰੀਆ। ਚਾਹ ਪੀ ਕੇ ਜਾਇਓ। ਨਹੀਂ ਕੋਈ ਦਿੱਕਤ ਨਹੀਂ ਭਾਜੀ, ਚਾਹ ਤੁਹਾਡੀ ਪੀ ਦੀ ਅੱਗੇ ਵੀ। ਗੱਲ ਕਰਾਓ ਮੇਰੀ। ਲੋ ਤਾਂ ਹੋਰ ਗੱਲਬਾਤ ਅਸੀਂ ਜ਼ਰੂਰ ਸਾਂਝੀ ਕਰਾਂਗੇ। ਫਿਲਹਾਲ ਤੁਸੀਂ ਪਲੇਟਾਂ ਦਾ ਢੇਰ ਦੇਖ ਸਕਦੇ ਜੇ। ਗੱਲ ਦੇ ਵਿੱਚ ਸਾਹਮਣੇ ਕੀ ਆਉਂਦਾ ਇਹ ਦੇਖਣ ਵਾਲਾ ਉਹ ਕੰਮ ਹੋਏਗਾ। ਪਰ ਵੱਡੀ ਗੱਲ ਹੈ ਕਿ ਦੇਖੋ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਜੇਬਾਂ ਦੇ ਉੱਤੇ ਚੂਨਾ ਲੱਗਦਾ ਪਿਆ, ਚਾਹੇ ਕੰਪਨੀ ਲਗਾਉਂਦੀ ਪਈ ਹੈ, ਚਾਹੇ ਕੋਈ ਆਮ ਬੰਦਾ ਲਗਾਉਂਦਾ ਪਿਆ, ਪਰ ਕਰੋੜਾਂ ਰੁਪਈਏ ਅਸੀਂ ਜੇ ਹਿਸਾਬ ਕਰਾਂਗੇ ਤਾਂ ਕਰੋੜਾਂ ਰੁਪਈਏ ਚੂਨਾ ਲੱਗਦਾ ਪਿਆ ਲੋਕਾਂ ਨੂੰ। ਤਾਂ ਇਹ ਸਾਹਮਣੇ ਲਿਆਂਦੀ ਜਾਏਗੀ, ਇਹ ਪਿਕਚਰ ਜਿਹੜੀ ਇਹ ਸਾਹਮਣੇ ਲਿਆਵਾਂਗੇ ਕਿ ਆਖਿਰਕਾਰ ਕਿੰਨੇ ਪੈਸੇ ਦਾ ਚੂਨਾ ਹੁਣ ਤੱਕ ਲੱਗ ਚੁੱਕਿਆ। ਤੇ ਸਾਰੀ ਰਿਪੋਰਟ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ, ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਸਾਡੇ ਨਾਲ ਆਰਟੀਓ ਸਾਹਿਬ ਮੌਜੂਦ ਨੇ, ਅਰਸ਼ਦੀਪ ਲੁਬਾਣਾ ਜੀ। ਅਰਸ਼ ਜੀ, ਬੜੇ ਮੁਸ਼ਕਲ ਦੇ ਨਾਲ ਅਸੀਂ ਪਹੁੰਚੇ ਸੀ ਉਸ ਦਫ਼ਤਰਾਂ ਦੇ ਵਿੱਚ, ਜਿਹੜੇ ਦਫ਼ਤਰਾਂ ਨਾਲ ਤੁਹਾਡੀ ਮੈਂ ਗੱਲਬਾਤ ਸਾਂਝੀ ਕਰਨ ਲੱਗਾ ਵਾਂ। ਸਰਕਾਰਾਂ ਵੱਲੋਂ ਪੈਰ ਦੇ ਉੱਤੇ ਕਦੋਂ ਪਹਿਲੇ ਵਾਈਟ ਪਲੇਟਾਂ ਹੁੰਦੀਆਂ ਸੀ ਤੇ ਬਲੈਕ ਨੰਬਰ ਹੋ ਜਾਂਦੇ ਸੀ, ਫਿਰ ਬਲੈਕ ਪਲੇਟਾਂ ਵਾਈਟ ਨੰਬਰ, ਯਾਨੀ ਕਿ ਕੋਈ ਵੀ ਉਪਰਾਲਾ ਸਰਕਾਰ ਕਰ ਸਕਦੀ, ਲੋਕ ਉਹਦਾ ਸਹਿਯੋਗ ਦਿੰਦੇ ਸਨ। ਹੁਣ ਇਸ ਤੋਂ ਬਾਅਦ ਸਰਕਾਰ ਦੀ ਮੋਹਰ ਲਗਾ ਕੇ ਜਿਹੜੀ ਨੰਬਰ ਪਲੇਟਾਂ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਸੀ, ਜਿਹੜੀਆਂ ਕਿ ਇੱਕ ਕੰਪਨੀ ਨੂੰ ਦਿੱਤੀਆਂ ਗਈਆਂ, ਠੀਕ ਹੈ। ਤਾਂ ਉਹ ਕੰਪਨੀ ਦੇ 3 ਇਸ ਜਗ੍ਹਾ ਤੋਂ ਦਫ਼ਤਰ ਨੇ, 2 ਅੰਮ੍ਰਿਤਸਰ ਦੇ ਵਿੱਚ ਦਫ਼ਤਰ ਨੇ, ਇੱਕ ਦਫ਼ਤਰ ਉਹਦਾ ਤਰਨਤਾਰਨ ਦੇ ਵਿੱਚ ਹੈਗਾ। ਤਾਂ ਮੈਨੂੰ ਇਹ ਦੱਸੋ ਵੀ ਪਲੇਟ ਦੀ ਜਿਹੜੀ ਕਿੰਨੀ ਅਮਾਊਂਟ ਜਿਹੜੀ ਹੈ ਰੱਖੀ ਗਈ ਹੈ 4 ਵੀਲਰ ਦੀ? ਇਫ ਆਈ ਐਮ ਨਾਟ ਰੋਂਗ, ਕਿਉਂਕਿ ਹਰੇਕ ਸਰਵਿਸ ਦਾ ਜਿਹੜਾ ਐਗਜ਼ੈਕਟਲੀ ਨਹੀਂ ਮੈਨੂੰ ਯਾਦ ਹੁੰਦਾ, ਬਟ ਤਕਰੀਬਨ ਆਈ ਥਿੰਕ ਜਿਹੜੀ 4 ਵੀਲਰ ਨੇ ਉਹਦੇ 566 ਨੇ, ਔਰ ਜਿਹੜੇ 2 ਵੀਲਰ ਨੇ ਉਹਦੇ 199 200 ਦੇ ਇਰਦ ਗਿਰਦ ਹੈ। ਉਹਦੇ ਵਿੱਚ 70% ਮੇਰੇ ਹਿਸਾਬ ਨਾਲ, ਜਿੱਥੋਂ ਕਿ ਮੈਨੂੰ ਹੈਗਾ ਵਾ ਕਿ ਸਰਕਾਰ ਨੇ ਕਿਹਾ 30% ਸਾਨੂੰ ਦੇ ਦਿਓ ਤੇ 70% ਉਹ ਕੰਪਨੀ ਦਾ ਹੈ ਨਾ। ਮੈਨੂੰ ਇਹ ਰੇਸ਼ੋ ਜਿਹੜਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਉਹਨਾਂ ਦਾ ਹੋਏਗਾ, ਕੰਪਨੀ ਆਊਟਸੋਰਸ ਜਿਹਨੂੰ ਕੀਤਾ, ਇਹ ਰੇਸ਼ੋ ਮੇਰੇ ਧਿਆਨ 'ਚ ਨਹੀਂ, ਬਟ ਉਹ ਦੇਖਿਆ ਜਾ ਸਕਦਾ। ਅੱਛਾ, ਜਿਹੜਾ ਫਰੇਮ ਲੱਗਦਾ ਸਰ, ਜਿਸ ਤਰ੍ਹਾਂ ਆਪਾਂ ਮੋਬਾਈਲ ਹੈ ਇਹਦੀ ਬੈਕ ਸਾਈਡ ਤੇ ਗਾਰਡ ਚੜਿਆ, ਇਸ ਤਰ੍ਹਾਂ ਦਾ ਜਿਹੜਾ ਫਰੇਮ ਲੱਗਦਾ ਪਲੇਟਾਂ ਨੂੰ, ਕੀ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਫਰੇਮ ਲਵਾਉਣਾ ਜ਼ਰੂਰੀ ਹੈ? ਨਹੀਂ ਜੀ, ਬਿਲਕੁਲ ਨਹੀਂ। ਜਿਹੜਾ ਫਰੇਮ ਹੈ ਆਲੇ ਦੁਆਲੇ ਨੰਬਰ ਪਲੇਟ ਹੈ ਜਿਹੜੀ ਸਪੈਸੀਫਾਈਡ ਹੈ, ਨੰਬਰ ਪਲੇਟ ਸਿਕਿਉਰਿਟੀ ਨੰਬਰ ਪਲੇਟ HSRN ਨੰਬਰ ਪਲੇਟ ਜਿਹਨੂੰ ਅਸੀਂ ਕਹੀਦਾ, ਉਹ ਲਗਾਉਣਾ ਜਿਹੜਾ ਉਹ ਮੈਂਡੇਟਰੀ ਹੈ, ਨਾ ਕਿ ਫਰੇਮ। ਔਰ ਇਸ ਬਾਬਤ ਜਿਹੜਾ ਪਿਛਲੇ ਹਫਤੇ ਵੀ ਮੇਰੇ ਕੋਲ ਇਸ਼ੂ ਆਇਆ ਸੀਗਾ ਕਿ ਇਹ ਰਿਪੋਰਟਰ ਸਾਹਿਬਾਨ ਨੇ ਹੀ, ਦੈਨਿਕ ਭਾਸਕਰ ਦੇ ਰਿਪੋਰਟਰ ਸੀਗੇ ਜਿਨ੍ਹਾਂ ਨੇ ਮੇਰੇ ਧਿਆਨ ਦੇ ਵਿੱਚ ਇਹ ਚੀਜ਼ ਲਿਆਂਦੀ ਸੀ। ਜਿਹੜੇ ਉਹ ਕੰਪਨੀ ਨੇ ਐਗਰੋਟੈਕ ਹੈ, ਉਹਨਾਂ ਦੇ ਜਿਹੜੇ ਇੱਥੇ ਗਗਨਦੀਪ ਧਵਨ ਕਰਕੇ ਨੇ, ਉਹਨਾਂ ਨੂੰ ਮੈਂ ਬੁਲਾ ਲਏ ਸੀਗੇ। ਤਾਂ ਉਹਨਾਂ ਨੂੰ ਬੁਲਾ ਕੇ ਫਿਰ ਇਹ ਸਾਰੀ ਚੀਜ਼ ਅਸੀਂ ਦੇਖੀ, ਅਸੀਂ ਇਨਸ਼ੋਰ ਕੀਤਾ, ਮੇਰੇ ਵੱਲੋਂ ਉਹਨਾਂ ਨੂੰ ਡਾਇਰੈਕਸ਼ਨਸ ਦਿੱਤੀਆਂ ਗਈਆਂ ਸੀਗੀਆਂ ਕਿ ਤੁਸੀਂ ਮੌਕੇ ਤੇ ਪਹਿਲੇ ਤੇ ਇੱਕ ਫਲੈਕਸ ਬਣਾ ਕੇ ਉੱਥੇ ਲਗਾ ਲਓ ਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਫਰੇਮ ਲਗਾਉਣ ਦੀ ਲੋੜ ਨਹੀਂ ਹੈ। ਇਹ ਰੇਟ ਹੈ ਇਹਦੇ ਵਿੱਚ, ਔਰ ਇੱਥੇ ਫਰੇਮ ਜਿਹੜਾ ਕਿਸੇ ਵੀ ਤਰ੍ਹਾਂ ਦਾ ਉਹ ਕੋਈ ਮੈਂਡੇਟਰੀ ਨਹੀਂ ਆ। ਹਾਂ, ਆਪਣੇ ਲੈਵਲ ਤੇ ਕੋਈ ਵੀ ਬਾਹਰੋਂ ਫਰੇਮ ਲਵਾਉਣਾ ਚਾਹੁੰਦਾ ਉਹ 100 ਵਾਰੀ ਲਵਾਏ। ਵੱਡੀ ਗੱਲ ਹੈ ਕਿ ਸਰ ਆਪਣੇ ਤੌਰ ਦੇ ਉੱਤੇ ਲੋਕ ਲਗਵਾ ਕੇ ਨਹੀਂ ਰਾਜੀ, ਲੋਕ ਕਹਿੰਦੇ ਨੇ ਕਿ ਸਸਤੇ ਵਿੱਚ ਸਾਡੀ ਪਲੇਟ ਲੱਗ ਜਾਏ। ਇੱਥੋਂ ਤੱਕ ਕਿ ਮੈਂ ਖੁਦ ਪਲੇਟ ਲਗਾਈ ਸੀ, ਮੈਂ 1100 ਰੁਪਏ ਦਿੱਤਾ ਉਹਨਾਂ ਨੂੰ। ਮੈਨੂੰ ਵੀ ਕਹਿੰਦੇ ਸੀ ਕਿ ਜੇ ਇਮੀਡੀਏਟਲੀ ਕਰਾਉਣਾ ਹੈ ਤਾਂ ਫਿਰ 1100 ਰੁਪਏ ਲੱਗੇਗਾ। ਤਾਂ ਫਿਰ ਮੈਂ ਕਿਹਾ ਮੇਰੇ ਕੋਲ ਟਾਈਮ ਵੇਸਟ ਨਹੀਂ ਹੋਣਾ ਚਾਹੀਦਾ, ਮੈਂ 1100 ਰੁਪਏ ਦਿੱਤਾ ਤੇ ਮੈਂ ਕਰਾ ਲਿੱਤਾ। ਇਹ ਹਰ ਇੱਕ ਨੂੰ ਕਹਿੰਦੇ ਨੇ, ਤਾਂ ਲੋਕ ਜਿਹੜੇ ਨੇ ਉਹ ਕਰਵਾ ਲੈਂਦੇ ਨੇ ਕਿ ਚਲੋ 1100, ਪਰ 500 ਰੁਪਈਆ ਜਿਹੜਾ ਫਰੇਮ ਦਾ ਉਹ 500 ਰੁਪਏ ਦੇ ਆਪਾਂ ਰੇਸ਼ੋ ਕੱਢੀਏ ਤਾਂ ਮੈਂ ਤੁਹਾਨੂੰ ਰੇਸ਼ੋ ਵੀ ਦੱਸਦਾ, ਰੇਸ਼ੋ ਕੱਢੀਏ ਤਾਂ ਬਹੁਤ ਜ਼ਿਆਦਾ ਬਣਦੀ ਹੈ। 30 ਲੱਖ ਦੇ ਕਰੀਬ ਅੰਮ੍ਰਿਤਸਰ ਦੀ ਆਬਾਦੀ ਆ। ਅਸੀਂ ਜੇ ਪੰਜਾਬ ਦੀ ਗੱਲ ਚਲੋ ਬਾਅਦ ਚੋਂ ਕਰ ਲੈਂਦੇ, ਪੰਜਾਬ ਦੇ ਵਿੱਚ 3 ਕਰੋੜ ਆਬਾਦੀ ਹੈ, ਤਾਂ ਉਹਦੇ ਵਿੱਚ 3 ਕਰੋੜ ਹੀ ਗੱਡੀਆਂ ਕਹਿ ਸਕਦੀਆਂ ਸੀ, ਠੀਕ ਹੈ। 3 ਕਰੋੜ ਗੱਡੀਆਂ, ਜੇ ਇੱਕ ਫਰੇਮ ਦੇ ਮਗਰ ਸਾਨੂੰ 500 ਰੁਪਈਆ ਬਚਦਾ ਪਿਆ, 3 ਕਰੋੜ ਨੂੰ ਅਸੀਂ ਜੇ ਫਲਿੱਪਕਾਰਟ ਦੇ ਉੱਤੇ ਆਪਾਂ ਸਰਚ ਕਰੀਏ, ਉਸ ਫਰੇਮ ਦਾ ਰੇਟ ਆਉਂਦਾ 100 ਤੇ ਕੁਝ ਰੁਪਈਏ, ਠੀਕ ਹੈ। ਤਾਂ ਯਾਨੀ ਕਿ 400 ਰੁਪਈਆ ਇੱਕ ਫਰੇਮ ਦੇ ਮਗਰ ਬਚਦਾ ਪਿਆ, ਠੀਕ ਹੈ। ਤਾਂ ਜੇ ਅਸੀਂ 3 ਕਰੋੜ ਗੱਡੀ ਦਾ ਲਾਈਏ ਤਾਂ ਅਰਬਾਂ ਰੁਪਈਏ ਸਰ ਘਪਲਾ ਬਣਦਾ ਪਿਆ, ਜਿਹੜਾ ਕਿ ਲੋਕਾਂ ਦੀ ਜੇਬਾਂ ਤੋਂ ਚੂਨਾ ਲੱਗ ਚੁੱਕਿਆ। ਉਹਦੇ ਉੱਤੇ ਆਪਾਂ ਇਕੱਲੇ ਅੰਮ੍ਰਿਤਸਰ ਦੇ ਉੱਤੇ ਕਾਰਵਾਈ ਕਰਾਂਗੇ ਕੋਈ? ਸਿੰਘ ਸਾਹਿਬ, ਇਹਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਲਾਸਟ ਟਾਈਮ ਜਿਹੜਾ ਮੇਰੇ ਕੋਲ ਜਿਹੜਾ ਦੈਨਿਕ ਭਾਸਕਰ ਦੇ, ਕਿਉਂਕਿ ਪਬਲਿਕ ਨੇ ਕਦੀ ਵੀ ਇਹੋ ਜਿਹੀ ਕੰਪਲੇਂਟ ਨਹੀਂ ਕੀਤੀ ਅੱਜ ਤੱਕ। ਆਈ ਹੈਵ ਨਾਟ ਰਿਸੀਵਡ ਈਵਨ ਅ ਸਿੰਗਲ ਕੰਪਲੇਂਟ HSRP ਨੰਬਰ ਪਲੇਟ ਜਿਹੜੀ ਇਹਨਾਂ ਦੀ ਕੰਪਨੀ ਆ ਉਹਨਾਂ ਦੇ ਅਗੇਂਸਟ ਅੱਜ ਤੱਕ ਮੈਂ ਕਦੀ ਨਹੀਂ ਸੁਣੀ। ਬਟ ਇਹਦੇ 'ਚ ਜਿੱਦਾਂ ਹੀ ਸਾਨੂੰ ਦੈਨਿਕ ਭਾਸਕਰ ਦੇ ਵਿੱਚ ਇਹਨਾਂ ਨੇ ਰਿਪੋਰਟਰ ਸਾਹਿਬਾਨ ਨੇ ਦੱਸਿਆ,
ਸੋ ਸਾਡੇ ਵੱਲੋਂ ਇਹ ਬੁਲਾਇਆ ਗਿਆ। ਇਹਦੇ ਵਿੱਚ ਜਦੋਂ ਅਸੀਂ ਲਿਖ ਕੇ ਹੀ ਲਾਤਾ ਉੱਥੇ ਉਸ ਜਗ੍ਹਾ ਤੇ ਇਹਨਾਂ ਨੂੰ ਅਸੀਂ ਇੰਸਟਰਕਟ ਕਰ ਲੈ ਕੇ ਆਪਾਂ ਹੋਣ ਲਾਇਆ 2014 'ਚ ਸ਼ੁਰੂ ਹੋਇਆ ਸੀ ਕੰਮ। ਉਦੋਂ ਤੱਕ ਦੇ ਜਿਹੜੇ ਪੈਸੇ ਨੇ ਉਹ ਕਿਹੜੀ ਜੇਬਾਂ 'ਚ ਗਏ? ਕਿਸੇ ਖਾਤੇ ਵਿੱਚ ਨਹੀਂ ਜਮ੍ਹਾਂ ਹੁੰਦੇ ਪਏ ਸਰ, ਉਹ ਸਿਰਫ ਕੈਸ਼ਮ ਕੈਸ਼ ਉਹਨਾਂ ਨੂੰ ਮਿਲਦੇ। ਉਹ ਕਿੱਥੇ ਜਾਂਦੇ ਪਏ ਨੇ ਪੈਸੇ? ਤੁਹਾਡਾ ਫਰਜ਼ ਬਣਦਾ ਵਾ ਉਹਨਾਂ ਨੂੰ ਪੁੱਛੋ ਵੀ ਕਿੱਥੇ ਗਏ ਪੈਸੇ, ਅਰਬਾਂ ਰੁਪਏ ਅੰਮ੍ਰਿਤਸਰ ਦੇ ਵਿੱਚੋਂ ਚਲੇ ਗਏ, ਕਿੱਥੇ ਗਏ ਨੇ? ਇਹਦੇ ਵਿੱਚ ਨਾ ਦੇਖੋ ਜੀ, ਜਿਹੜਾ ਇਹ ਆਊਟਸੋਰਸਡ ਹੈ ਜਿਹੜੀ ਇਹਨਾਂ ਦੇ ਵਿੱਚ, ਇਹਨਾਂ ਦਾ ਐਗਰੀਮੈਂਟ ਡਾਇਰੈਕਟਲੀ ਐਸਟੀਸੀ ਆਫਿਸ ਨਾਲ ਹੁੰਦਾ। ਆਰਟੀਓ ਆਫਿਸ ਦੀ ਜਨਰਲ ਸੁਪਰਵਿਜ਼ਨ ਅਸੀਂ ਕਿਸੇ ਵੇਲੇ ਵੀ ਇਹਨਾਂ ਤੇ ਕਰ ਸਕਦੇ, ਕਿਉਂਕਿ ਜਦੋਂ ਵੀ ਕੋਈ ਏਜੰਸੀ 'ਚੋਂ ਗੱਡੀ ਲੈਂਦਾ ਉਹਦੀ HSRN ਨੰਬਰ ਪਲੇਟ ਜਿਹੜੀ ਇਹਨਾਂ ਕੋਲ ਬਣਨੀ ਹੈ, ਤਾਂ ਵੀ ਕੈਨ ਆਲਵੇਜ਼ ਮੋਨੀਟਰ। ਔਰ ਇਹ ਵੀ ਚੀਜ਼ ਅਸੀਂ ਜੇ ਇਹਦੇ ਵਿੱਚ ਫਰੇਮ ਦਾ ਜਿਹੜਾ ਇਸ਼ੂ ਹੈ ਉਹ ਵੀ ਅਸੀਂ ਚੈੱਕ ਕਰਵਾ ਲੈਂਦੇ ਹਾਂ। ਹੁਣ ਤੱਕ ਦੀ ਜੇਕਰ ਗੱਲ ਕੀਤੀ ਜਾਵੇ, ਜਿਸ ਤਰ੍ਹਾਂ ਤੁਸੀਂ ਦੱਸਦੇ ਪਏ ਜੀ ਕਿ ਪਹਿਲੇ ਰਿਪੋਰਟਰ ਨੇ ਕਿਹਾ ਤੇ ਉਦੋਂ ਆਪਾਂ ਉਹਨਾਂ ਨੂੰ ਬੁਲਾਇਆ, ਅਸੀਂ ਬੁਲਾ ਕੇ ਅਸੀਂ ਸਿਰਫ ਸਮਝਾਇਆ ਹੈ, ਅਸੀਂ ਇਹੋ ਹੀ ਕਹਿ ਦਿੱਤਾ ਕਿ ਇੱਕ ਪੋਸਟਰ ਲਗਾ ਦਿਓ, ਕਿਉਂਕਿ ਹੁਣ ਤੇ ਕੰਮ ਕੰਢੇ ਤੇ ਪਹੁੰਚ ਗਿਆ। 70% ਪਲੇਟਾਂ ਲੱਗੀਆਂ ਹੋਈਆਂ ਨੇ, ਤਾਂ ਹੁਣ ਤੇ ਰਹਿ ਹੀ ਨਹੀਂ ਗਿਆ ਕੁਛ। ਹੁਣ ਤੇ ਜਿਹੜੀ ਏਜੰਸੀ 'ਚੋਂ ਆਉਂਦੀ ਹੈ ਵੀ ਉਹ ਲੱਗੀਆਂ ਲਗਾਈਆਂ ਆਂਡੀਆਂ ਨੇ, ਪਲੇਟ ਏਜੰਸੀ ਦੇ ਦਿੰਦੀ ਹੈ। ਦੂਸਰਾ ਪਾਸੇ ਵੱਧ ਤੋਂ ਵੱਧ 10% ਰਹਿ ਗਿਆ। ਪਰ ਪਿੱਛੇ ਦਾ ਅਸੀਂ ਕੋਈ ਕਾਰਵਾਈ ਕੀਤੀ ਹੈ ਜਾਂ ਕਾਰਵਾਈ ਬਣਦੀ ਹੈ? ਜੇ ਬਣਦੀ ਹੈ ਤਾਂ ਕਿਹਦੀ ਬਣਦੀ ਹੈ? ਤੁਹਾਡੀ ਬਣਦੀ ਹੈ ਜਾਂ ਫਿਰ ਸਰਕਾਰ? ਨਹੀਂ, ਇਹਦੇ ਵਿੱਚ ਇਨ ਜਨਰਲ ਦੇਖੋ ਅਸੀਂ ਵੀ ਕਰ ਸਕਦੇ ਆ, ਸਰਕਾਰ ਵੀ ਕਰ ਸਕਦੀ ਹੈ, STC ਆਫਿਸ ਜਿਹੜੇ ਉਹਨਾਂ ਦੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਨ੍ਹਾਂ ਨਾਲ ਸਾਈਨ ਉਹ ਵੀ ਕਰ ਸਕਦੇ ਆ। ਦਿੱਕਤ ਹੈ ਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੰਪਲੇਂਟ ਜਿਹੜੀ ਐ ਸੱਚ ਕੋਈ ਵੀ ਮਦਈ ਜਾਂ ਕੋਈ ਵੀ ਅਦਰਵਾਈਜ਼ ਬੰਦਾ ਨਹੀਂ ਹੈ ਜਿਹਨੇ ਇਹ ਕੰਪਲੇਂਟ ਕੀਤੀ ਹੈ ਕਿ ਉਹਦੇ ਵਿੱਚ ਫਰੇਮ ਲਗਾਉਂਦੇ ਪਏ ਨੇ। ਮੈਂ ਹੀ ਕਰ ਦਿੰਦਾ ਸਰ ਕੰਪਲੇਂਟ। 1100 ਰੁਪਿਆ ਤੇ ਮੇਰੇ ਕੋਲ ਹੀ ਲਿਆ, ਮੈਂ ਤੁਹਾਨੂੰ ਕਹਿੰਦਾ ਹੀ ਪਿਆ ਔਨ ਕੈਮਰਾ। ਕੋਈ ਗੱਲ ਨਹੀਂ, ਤੁਸੀਂ ਕਰ ਦਿਓ ਉਹਦੇ ਤੇ ਅਸੀਂ ਇਨਕੁਆਇਰ ਅਪਨ ਕਰਕੇ ਜੋ ਬਣਦੀ ਕਾਰਵਾਈ ਹੋਏਗੀ ਜੀ ਕਰ ਦਿਆਂਗੇ। ਨੋ ਇਸ਼ੂਜ਼ ਇਨ ਦੈਟ। ਬਿਲਕੁਲ ਜੀ, ਤਾਂ ਬਿਲਕੁਲ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ। ਕਿਹਾ ਗਿਆ ਕਿ ਪਹਿਲਾਂ ਬੁਲਾਇਆ ਗਿਆ ਸੀ, ਪਰ ਦੇਖਣਾ ਹੋਏਗਾ ਕਿ ਹੁਣ ਕਾਰਵਾਈ ਕੀਤੀ ਕੀ ਜਾਏਗੀ। ਕਿਉਂਕਿ ਤੁਹਾਨੂੰ ਮੈਂ ਦੱਸ ਦਿੰਦਾ ਕਿ ਜੇਕਰ ਅਸੀਂ ਪੰਜਾਬ ਸਰਕਾਰ ਨਾਲ ਮੈਂ ਥੋੜਾ ਜਿਹਾ ਹਿਸਾਬ ਥੋੜਾ ਦੱਸ ਦਿੰਦੇ ਆਪਾਂ ਦੂਰੋਂ ਦਾ ਕਿ 3 ਕਰੋੜ ਲੋਕ ਨੇ ਤੇ 3 ਕਰੋੜ ਦੇ ਵਿੱਚੋਂ 2 ਕਰੋੜ ਗੱਡੀਆਂ ਜਿਹੜੀਆਂ ਨੇ 4 ਵੀਲਰ ਹੋਣਗੀਆਂ। 4 ਵੀਲਰ ਗੱਡੀਆਂ ਹੋਣਗੀਆਂ ਤਾਂ ਉਹਦੇ ਮਗਰ 450 ਰੁਪਏ ਦੇ ਕਰੀਬ ਇੱਕ ਗੱਡੀ ਦੇ ਮਗਰ ਬਚਦਾ। ਉਹਨੂੰ ਤੁਸੀਂ ਹਿਸਾਬ ਲਗਾ ਕੇ ਦੇਖ ਸਕਦੇ ਕਿੰਨੇ ਅਰਬ ਬਣਦਾ। ਉਸ ਤੋਂ ਬਾਅਦ ਜੇ 2 ਵੀਲਰ ਦੀ ਗੱਲ ਕਰੀਏ ਤਾਂ 2 ਵੀਲਰ ਹਰ ਘਰ ਦੇ ਵਿੱਚ ਹੈਗਾ, 2 ਹੈਗੇ ਨੇ ਕਈਆਂ ਕੋਲੋਂ, ਯਾਨੀ ਕਿ 5 ਕਰੋੜ 2 ਵੀਲਰ ਨੇ। ਤੇ ਜੇ 200 ਰੁਪਈਆ ਆਪਾਂ 2 ਵੀਲਰ ਦਾ ਲਗਾਈਏ ਤਾਂ ਫਿਰ ਕਿੰਨੇ ਕਰੋੜ ਰੁਪਈਆ, ਕਿੰਨੇ ਅਰਬ ਰੁਪਈਆ ਬਣਦਾ, ਕਿੰਨਾ ਚੂਨਾ ਲੱਗਾ ਹੈ ਆਮ ਲੋਕਾਂ ਨੂੰ, ਆਮ ਲੋਕਾਂ ਦੀ ਜੇਬਾਂ ਦੇ ਉੱਤੇ। ਤਾਂ ਸਰਕਾਰ ਇਸ ਦੇ ਉੱਤੇ ਹੁਣ ਜਲਦ ਤੋਂ ਜਲਦ ਐਕਸ਼ਨ ਲਵੇ ਤਾਂ ਜੋ ਜਿਹੜੀ ਲੋਕਾਂ ਦੀ ਜੇਬ ਤੇ ਚੂਨਾ ਲਾਇਆ ਤਾਂ ਚੂਨਾ ਲੱਗਣ ਤੋਂ ਬਾਅਦ ਵੀ ਲੱਗਦਾ ਕਿ ਸਰਕਾਰ ਕਹਿ ਰਹੀ ਹੈ ਕਿ ਖਜ਼ਾਨਾ ਖਾਲੀ, ਤੁਹਾਡਾ ਖਜ਼ਾਨਾ ਭਰ ਸਕੇ। ਕੈਮਰਾਮੈਨ ਸੰਦੀਪ ਦੇ ਨਾਲ ਸੁਖਚੈਨ ਸਿੰਘ, ਡੇਲੀ ਪੋਸਟ ਪੰਜਾਬੀ, ਅੰਮ੍ਰਿਤਸਰ। ਤਾਂ ਇਸ ਵੇਲੇ ਅਸੀਂ ਦੂਸਰੇ ਸੈਂਟਰ ਦੇ ਵਿੱਚ ਮੌਜੂਦ ਹੈ ਜਿੱਥੇ ਪਲੇਟਾਂ ਲੱਗਦੀਆਂ ਨੇ। ਤਾਂ ਆਓ ਦੂਸਰੇ ਸੈਂਟਰ ਵਿੱਚ ਚੱਲਦੇ ਹਾਂ। ਮਜੀਠਾ ਰੋਡ ਤੇ ਸਥਿਤ ਹੈ ਜਿਹੜਾ, ਉਸ ਸੈਂਟਰ ਦੇ ਬਾਹਰ ਅਸੀਂ ਮੌਜੂਦ ਹੈ। ਤਾਂ ਇੱਕ ਵਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇਹ ਜਿਹੜੀਆਂ ਪਲੇਟਾਂ ਨੇ ਉਹ ਲੱਗੀਆਂ ਹੋਈਆਂ ਨੇ। ਇਹ ਤਸਵੀਰ ਜਿਹੜੀ ਦੇਖੋ, ਇਹ ਪਲੇਟ ਲੱਗਦੀ ਪਈ ਹੈ। ਤੇ ਇਹ ਭਾਜੀ ਆਹ ਪਲੇਟ ਲੱਗੀ ਸੀ ਪਹਿਲੇ? ਹਾਂਜੀ ਭਾਜੀ। ਤੇ ਇਹ ਆਪਾਂ ਨੰਬਰ ਚੇਂਜ ਕਰਾਇਆ ਕਿ ਰਿਟੇਨ ਕੇਸ ਜੇ ਵਿਧੀਏ? ਹਾਂਜੀ ਭਾਜੀ। ਕੀ ਦਿੱਲੀ ਦਾ ਨੰਬਰ ਸੀ ਪਹਿਲੇ? ਚੇਂਜ ਬਦਲਾਇਆ ਨੰਬਰ ਭਾਜੀ? ਹਾਂਜੀ ਬਦਲਾਇਆ। ਅੱਛਾ, ਤੇ ਕਦੋਂ ਲਿਆਂਦੀ ਸੀ ਗੱਡੀ? ਹੋ ਗਏ 4-5 ਮਹੀਨੇ ਹੋ ਗਏ। 4-5 ਮਹੀਨੇ ਹੋ ਗਏ। ਤੇ ਕਿੰਨੇ ਪੈਸੇ ਲੱਗੇ ਗੱਡੀ ਨੰਬਰ ਚੇਂਜ ਕਰਾਉਣ ਦੇ? 52,000 ਲੱਗਾ ਜੀ। ਅੱਛਾ, ਇੱਥੇ ਕਿੰਨੇ ਪੈਸੇ ਲੱਗੇ? 600 ਰੁਪਏ ਲੱਗਾ ਉੱਥੇ ਕਚਹਿਰੀ। 600 ਰੁਪਏ ਲੱਗੇ। ਹਾਂ, ਆਨਲਾਈਨ ਭਰਨ ਦਾ। ਬਿਲਕੁਲ, ਆਓ ਭਾਜੀ ਤੁਹਾਡੇ ਨਾਲ ਵੀ ਗੱਲ ਕਰਨੀ ਹੋ ਜਾਏਗਾ। ਹਾਂ ਬਿਲਕੁਲ, ਲਾਓ। ਤਾਂ ਇਹ ਦੇਖ ਸਕਦੇ ਹੋ ਨੰਬਰ ਪਲੇਟਾਂ ਲੱਗਦੀਆਂ ਪਈਆਂ ਨੇ, ਦਿੱਲੀ ਦਾ ਨੰਬਰ ਸੀ। ਤਾਂ ਹੁਣ ਨੰਬਰ ਚੇਂਜ ਕਰਾਇਆ ਗਿਆ। ਨੰਬਰ ਚੇਂਜ ਕਰਾ ਕੇ ਅਸੀਂ ਇੱਥੇ ਪਹੁੰਚੇ ਹਾਂ। ਨੰਬਰ ਚੇਂਜ ਕਰਾ ਕੇ ਫਿਰ ਅਸੀਂ ਨੰਬਰ ਪਲੇਟਾਂ ਲਗਾ ਰਹੇ ਹਾਂ। ਤਾਂ ਇੱਕ ਵਾਰ ਤੁਹਾਨੂੰ ਤਸਵੀਰ ਦਿਖਾ ਦਿੰਦੇ। ਦੇਖੋ ਇੱਕ ਵਾਰੀ ਫਰੇਮ ਦੇਖੋ। ਫਰੇਮ ਹਰ ਇੱਕ ਦੀ ਗੱਡੀ ਦੇ ਕਿਤੇ ਨਾ ਕਿਤੇ ਲਗਾਏ ਜਾਂਦੇ। ਦੇਖੋ ਉਤਸਵ ਕੰਪਨੀ ਹੈ ਕੋਈ, ਜਿਹੜੀ ਦਿੱਲੀ ਵਿੱਚ ਵੀ ਚੱਲਦੀ ਪਈ ਹੈ, ਜਿਹੜੀ ਕਿ ਹਰਿਆਣੇ ਵਿੱਚ ਵੀ ਚੱਲਦੀ ਪਈ ਹੈ ਕੰਪਨੀ। ਉਹ ਕੰਪਨੀ ਵੀ ਜਿਹੜੀ ਹੈ ਇਸ ਤਰ੍ਹਾਂ, ਯਾਨੀ ਕਿ ਹਰ ਕੰਪਨੀ ਕਿਤੇ ਨਾ ਕਿਤੇ ਪਲੇਟਾਂ ਜਿਹੜੀਆਂ ਨੇ ਉਹ ਪਲਾਸਟਿਕ ਦੀਆਂ ਲਗਾਉਂਦੀ ਆ। ਆਓ ਇੱਕ ਵਾਰ ਅੰਦਰ ਚੱਲਦੇ ਹਾਂ ਕਿਸ ਤਰੀਕੇ ਦੇ ਨਾਲ ਚੈੱਕ ਕਰ ਸਕਦੇ। ਮਜੀਠਾ ਰੋਡ ਦੇ ਉੱਤੇ ਅਸੀਂ ਪਹੁੰਚੇ ਹੋਏ ਹਾਂ ਜਿੱਥੇ ਪਲੇਟਾਂ ਬਣਦੀਆਂ ਨੇ। ਆਜੋ ਇੱਕ ਵਾਰ। ਤਾਂ ਇਹ ਪਲੇਟਾਂ ਨੇ, ਇਸ ਜਗ੍ਹਾ ਦੇ ਉੱਤੇ ਪਲੇਟਾਂ ਲੱਗਦੀਆਂ ਨੇ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਇੱਕ ਦਿਨ ਪਹਿਲਾਂ ਅਸੀਂ ਇੱਥੇ ਪਹੁੰਚੇ ਸੀ, ਉਦੋਂ ਅਸੀਂ ਪੂਰਾ ਰੇਟ ਜਿਹੜਾ ਵਾ ਉਹ ਬਿਲਕੁਲ ਕੈਮਰੇ ਦੇ ਵਿੱਚ ਉਤਾਰਿਆ ਸੀ ਕਿ ਕਿੰਨਾ ਰੇਟ ਚੱਲਦਾ ਪਿਆ, ਕਿਸ ਤਰੀਕੇ ਨਾਲ ਪਲੇਟਾਂ ਜਿਹੜੀਆਂ ਨੇ ਉਹ ਇੱਥੇ ਲੱਗਦੀਆਂ ਨੇ। ਆਜੋ ਭਾਜੀ ਅੰਦਰ ਆਜੋ। ਵੀਰ ਜੀ ਕੀ ਨਾਮ ਆ ਆਪਣਾ? ਹਾਂਜੀ ਸਰ, ਕੀ ਨਾਮ? ਅਮਨਦੀਪ ਸਰ। ਅੱਛਾ, ਇਹ ਜਿਹੜੀਆਂ ਪਲੇਟਾਂ ਜਿਹੜੀਆਂ ਸਾਰੀਆਂ ਪਈਆਂ ਨੇ ਕਿੰਨੀਆਂ ਕਿ ਪੁਰਾਣੀਆਂ ਲੋਕਾਂ ਨੇ ਨਹੀਂ ਲਵਾਉਣਾ ਸੀ ਉਹ ਨੇ ਪਲੇਟਾਂ? ਹਾਂਜੀ ਸਰ, ਅਪਲਾਈ ਕੀਤੀਆਂ ਹੋਈਆਂ ਵਾ। ਅੱਛਾ, ਤੇ ਜਿਹੜੇ ਲਵਾਨ ਨਹੀਂ ਆਉਂਦੇ ਉਹਨਾਂ ਦੀਆਂ। ਰੇਟ ਕਿੰਨਾ ਕੁ ਰੱਖਿਆ ਪਲੇਟਾਂ ਦਾ? ਸਰ ਆਨਲਾਈਨ ਪੇਮੈਂਟ ਹੈਗੀ ਹੈ। ਕਿੰਨੀ? ਸਰ 566 ਰੁਪਏ। 566 ਰੁਪਏ ਆਨਲਾਈਨ। ਤੇ
ਤੁਸੀਂ ਕਿੰਨੇ ਪੈਸੇ ਲੈਂਦੇ ਹੋ ਸਰ ਅਸੀਂ ਕੋਈ ਨਹੀਂ ਲੈਣਾ ਫਰੇਮ ਜਿਹੜਾ ਲਾਉਂਦੇ ਸਰ ਫਰੇਮ ਕੋਈ ਨਹੀਂ ਕਿੰਨਲ ਦਾ ਹੈਗਾ ਫਰੇਮ ਕੋਈ ਲਾਉਂਦੇ ਨਹੀਂ 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 ਸਰ ਵੀਡੀਓ ਦਿਖਾਵਾਂ ਤੁਹਾਡੀ ਇੱਕ ਬਣਾ ਕੇ ਗਿਆ ਸੀ ਮੈਂ ਕੋਈ ਗੱਲ ਨਹੀਂ ਸਰ ਹਾਂ ਇੱਕ ਮਿੰਟ ਤੁਹਾਨੂੰ ਮੈਂ ਵੀਡੀਓ ਦਿਖਾ ਦਿੰਦਾ ਜਿਹੜੀ ਤੁਹਾਡੀ ਮੈਂ ਪਹਿਲੇ ਬਣਾਈ ਸੀ ਤਾਂ ਉਹ ਵੀਡੀਓ ਦੇ ਵਿੱਚ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਿਹਾ ਜਿੰਨਾ ਰੇਟ ਤੁਸੀਂ ਮੰਗਦੇ ਪਏ ਜੇ ਕਿਤੇ 1100 ਰੁਪਏ ਦੱਸਦੇ ਪਏ ਜੇ ਕਿਤੇ ਕੁਝ ਦੱਸਦੇ ਪਏ ਜੇ ਉਹ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਦਾ ਆਪਣੇ ਦਰਸ਼ਕਾਂ ਨਾਲ ਟੀਵੀ ਸਕਰੀਨ ਦੇ ਉੱਤੇ ਜ਼ਰੂਰ ਅਸੀਂ ਸਾਂਝੀ ਕਰਾਂਗੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਵੀਰ ਜਿਹੜੇ ਨੇ ਇਹ ਪਲੇਟਾਂ ਇੱਥੇ ਲਗਾਉਂਦੇ ਨੇ ਤਾਂ ਸ਼ਾਇਦ ਇਨਫੋਰਮੇਸ਼ਨ ਮਿਲ ਚੁੱਕੀ ਸੀ ਪਹਿਲੇ ਕਿ ਪੱਤਰਕਾਰ ਜਿਹੜੇ ਨੇ ਉਹ ਪਹਿਲਾਂ ਆ ਗਏ ਨੇ ਜਾਂ ਫਿਰ ਹੈੱਡ ਆਫਿਸ ਤੇ ਜਦੋਂ ਉੱਥੇ ਪਹੁੰਚੇ ਸੀ ਤਾਂ ਸ਼ਾਇਦ ਉਹਨਾਂ ਨੇ ਦੱਸ ਦਿੱਤਾ ਤਾਂ ਉਸ ਤੋਂ ਬਾਅਦ ਜਿਹੜੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਕੋਈ ਫਰੇਮ ਨਹੀਂ ਲੱਗਦਾ ਪਿਆ ਇਸ ਵੇਲੇ ਫਰੇਮ ਨਹੀਂ ਲੱਗਦਾ ਪਿਆ ਯਾਨੀ ਕਿ ਅੱਜ ਦੇ ਦਿਨ ਤਾਂ ਕੱਲ ਦੀ ਗੱਲ ਕਰੀਏ ਤਾਂ ਕੱਲ ਇੱਕ ਵੀਡੀਓ ਬਣਾਈ ਸੀ ਉਹ ਵੀਡੀਓ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਦੇਖੋ ਰੇਟ ਦੀ ਗੱਲ ਕੀਤੀ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਫਰੇਮਾਂ ਦੀ ਜਿਹੜੀ ਗੱਲ ਹੁੰਦੀ ਆ ਤਾਂ ਉਹ ਅਸੀਂ ਜ਼ਰੂਰ ਤੁਹਾਡੇ ਦਰਸ਼ਕਾਂ ਦੇ ਨਾਲ ਅਸੀਂ ਜ਼ਰੂਰ ਸਾਂਝਾ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਤਿਆਰੀਆਂ ਜਿਹੜੀਆਂ ਨੇ ਹੁੰਦੀਆਂ ਨੇ ਇਹ ਦੇਖੋ ਇਹ ਵੀਰ ਹੈ ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਆ ਇੱਕ ਵਾਰ ਤੁਸੀਂ ਕੇਰ ਲਾਂਗੇ 4.5 ਇਹਦੇ 'ਚ ਰੇਟ ਦੀ ਗੱਲ ਹੋਏਗੀ ਹਾਂਜੀ ਕੱਟ ਤੁਸੀਂ ਨੰਬਰ ਮੈਂ ਨਾ ਤੁਸੀਂ ਆਪੇ ਵੇਖ ਲਿਓ ਕਿੰਨੇ ਕੰਪਿਊਟਰ ਕੱਟ ਕਰ ਸਕਦਾ ਨਹੀਂ ਕਰਨਾ ਚੱਲ ਕਰ ਲਾਂਗੇ ਤੁਹਾਡੇ ਨਾਲ ਨਹੀਂ ਕੋਈ ਵੀ ਹੈਗਾ ਚੰਨਾ ਕੱਢੋ ਹੋ ਸਟਾਰਟ 88 ਇਹ ਅਸੀਂ ਦਿਖਾਵਾਂਗੇ ਤੁਹਾਨੂੰ ਪੂਰੀ ਟੀਵੀ ਸਕਰੀਨ ਦੇ ਉੱਤੇ ਚੱਲਦਾ ਨਜ਼ਰ ਆਏਗਾ ਪਤਾ ਲੱਗੇਗਾ ਕਿ ਇਹ ਬੰਦੇ ਵੀ ਜਿਹੜੇ ਨੇ ਕਿਸ ਤਰੀਕੇ ਨਾਲ ਤੇ ਹੁਣ ਜਦੋਂ ਮੀਡੀਆ ਦੇ ਕੈਮਰੇ ਖੋਲ੍ਹਦੇ ਨੇ ਤਾਂ ਇਹ ਕਹਿੰਦੇ ਆ ਕਿ ਹੁਣ ਅਸੀਂ ਫਰੇਮ ਲਗਾਉਂਦੇ ਹੀ ਨਹੀਂ ਆ ਬਾਹਰ ਚੱਲਦੇ ਆ ਬਾਹਰ ਇੱਕ ਵਾਰ ਗੱਲ ਕਰਦੇ ਆ ਕਿ ਕਿੰਨੀ ਦੇਰ ਤੋਂ ਅਸੀਂ ਲਗਾਉਣੇ ਪਏ ਆ ਪਲੇਟਾਂ ਕਿੰਨੀ ਦੇਰ ਤੋਂ ਲੱਗਦੀਆਂ ਪਈਆਂ ਵੀਰ ਜੀ ਇਹ ਥੋੜਾ ਦੱਸੋ ਇਹ ਪਹਿਲਾਂ ਫਰੇਮ ਲਗਾਉਂਦੇ ਸੀ ਅਸੀਂ ਹਾਂਜੀ ਵੀਰ ਜੀ ਪਹਿਲਾਂ ਫਰੇਮ ਲਾਉਂਦੇ ਸੀ ਵੀਰ ਜੀ ਵੇਖੋ ਕੀ ਨਾਲ ਦਾ ਜਿਹੜੇ ਹੈਗੇ ਆਪਾਂ ਪਹਿਲਾਂ ਕੋਈ ਫਰੇਮ ਨਹੀਂ ਲੱਗਦਾ ਤੁਹਾਡੀ ਮੈਂ ਕੱਲ ਦੀ ਵੀਡੀਓ ਤੁਹਾਨੂੰ ਦਿਖਾਣਾ ਪਿਆ ਜਿਹਦੇ ਵਿੱਚ ਰੇਟ ਦੀ ਗੱਲ ਕਰਦੇ ਪਏ ਜੇ ਉਹ ਤੋਂ ਥੋੜੀ ਮੁੱਕਰ ਸਕਦੇ ਅਸੀਂ ਸਰ ਕੀ ਨਾਲ ਦਾ ਆਪਾਂ ਕੀ ਨਾਲ ਦਾ ਨਹੀਂ ਕੋਈ ਵੀ ਲਾਉਂਦੇ ਫਰੇਮ ਜਿਸ ਤਰ੍ਹਾਂ ਰੇਟ ਕਿਹੜੇ ਦੀ ਗੱਲ ਕਰਦੇ ਪਏ ਰੇਟ ਸਰ ਕੀ ਨਾਲ ਦਾ ਪਲੇਟਾਂ ਦੀਆਂ ਜਿਹੜੀਆਂ ਚੀਜ਼ਾਂ ਚੱਲਦੀਆਂ ਵੀਡੀਓ ਸੈਂਡ ਵੀ ਕਰ ਦਾਂਗਾ ਨਾ ਹਾਂਜੀ ਆ ਸਰ ਕਿਹੜੇ ਦੀ ਗੱਲ ਕਰਦੇ ਪਏ ਸਰ ਮੈਂ ਦੱਸਦਾ ਹਾਂਜੀ ਇੱਕ ਮਿੰਟ ਮੈਂ ਸਟicker ਕੱਢ ਲੈਣ ਦੋ ਮੈਂ ਸਟicker ਕੱਢਣੇ ਜ਼ਰੂਰੀ ਨਹੀਂ ਆ ਇੱਥੇ ਲੋਕਾਂ ਦੇ ਜਿਹੜੀ ਜੇਬਾਂ ਦੇ ਡਾਕਾ ਪੈਣ ਡਿਆ ਉਹ ਜ਼ਰੂਰੀ ਆ ਸਰ ਸਾਡਾ ਕੋਈ ਡਾਕਾ ਨਹੀਂ ਹੈਗਾ ਆਨਲਾਈਨ ਪੇਮੈਂਟ ਹੈਗੀ ਆ ਫੀਸਾਂ ਸਰ ਸਾਹਮਣੇ ਲਿਖੀਆਂ ਪੇਮੈਂਟ ਭਾਜੀ ਇਹਦੀ ਵਾ ਜਿਹੜੀ ਆਪਾਂ ਲਾਣੇ ਪਲੇਟਾਂ ਉਹਦੀ ਆ ਫੀਸ ਫਰੇਮਾਂ ਦੀ ਆਨਲਾਈਨ ਪੇਮੈਂਟ ਨਹੀਂ ਆ ਮੈਂ ਤੁਹਾਨੂੰ ਕਹਿੰਦਾ ਮੈਂ ਤੁਹਾਡੀ ਮੈਂ ਵੀਡੀਓ ਬਣਾਈ ਪਈ ਆ ਤੁਸੀਂ ਵੀਡੀਓ ਤੋਂ ਕਿਤਨਾ ਮੁੱਕਰ ਸਕਦੇ ਹੋ ਸਰ ਠੀਕ ਹੈ ਬਣਾਈ ਆ ਚਲੋ ਕੋਈ ਗੱਲ ਨਹੀਂ ਉਹਦੇ ਵਿੱਚ ਕਲੀਅਰ ਆ ਤੁਸੀਂ ਰੇਟ ਦੱਸਦੇ ਪਏ ਜੇ 1100 ਰੁਪਏ ਲੱਗੇਗਾ 2 ਵੀਲਰ ਦਾ ਇੰਨਾ ਲੱਗੇਗਾ ਤੁਸੀਂ ਫਿਰ ਆਪਣੇ ਜ਼ਬਾਨ ਤੋਂ ਕਿਤਨਾ ਮੁੱਕਰ ਸਕਦੇ ਤੁਹਾਡੀ ਵੀਡੀਓ ਕਿਸੇ ਹੋਰ ਦੀ ਨਹੀਂ ਆ ਠੀਕ ਹੈ ਸਰ ਮੈਂ ਆਦਾ ਮੈਂ ਕਿੰਨਾ ਕਿਉਂ ਕਹਿੰਦੇ ਪਏ ਕਿ ਆਪਾਂ ਬਣਾਉਂਦੇ ਹੀ ਨਹੀਂ ਆ ਪਹਿਲਾਂ ਲਾਉਂਦੇ ਹੁੰਦੇ ਸੀ ਨਹੀਂ ਸਰ ਕੋਈ ਨਹੀਂ ਕਦੀ ਲੱਗਦਾ ਨਹੀਂ ਲਾਈ ਪੱਕੀ ਗੱਲ ਹੈ ਆਪਾਂ ਵੀਡੀਓ ਨਾਲ ਚਲਾਣੀ ਆ ਠੀਕ ਹੈ ਸਰ ਚਲਾ ਦਿਓ ਕੋਈ ਗੱਲ ਨਹੀਂ ਤਾਂ ਬਿਲਕੁਲ ਇਹ ਵੀਡੀਓ ਕਹਿੰਦਾ ਵੀਰ ਕਹਿੰਦਾ ਚਲਾ ਦਿਓ ਕੋਈ ਡਰ ਨਹੀਂ ਹੈ ਯਾਨੀ ਕਿ ਕੋਈ ਡਰ ਨਹੀਂ ਹੈ ਕੋਈ ਚੱਕਰ ਨਹੀਂ ਸਰ ਯਾਨੀ ਕਿ ਆਪਾਂ ਕਲੀਅਰ ਆ ਕਿ ਆਪਾਂ ਕੁਝ ਨਹੀਂ ਕੀਤਾ ਬਿਲਕੁਲ ਬਿਲਕੁਲ ਇਸ ਵੀਰ ਨੇ ਕੁਝ ਨਹੀਂ ਕੀਤਾ ਤਾਂ ਨਾ ਕੀਤਾ ਹੁੰਦਾ ਤੇ ਜ਼ਿਆਦਾ ਵਧੀਆ ਹੋਣਾ ਸੀ ਪਰ ਆਜੋ ਇੱਕ ਦੂਸਰੇ ਵੀਰ ਕੋ ਵੀ ਚੱਲਦੇ ਆ ਉੱਥੇ ਵੀ ਵੀਡੀਓ ਦਿਖਾ ਦਿੰਨੇ ਆ ਕਿੰਨਾ ਰੇਟ ਜਿਹੜਾ ਵਾ ਉਹ ਲੱਗਦਾ ਪਿਆ ਕਿਸ ਤਰੀਕੇ ਦੇ ਨਾਲ ਇੱਥੇ ਲੋਕਾਂ ਦੀ ਜੇਬਾਂ ਦੇ ਉੱਤੇ ਡਾਕੇ ਪੈਂਦੇ ਪਏ ਨੇ ਤੇ ਕਿੰਨੀ ਦੇਰ ਤੋਂ ਇਹ ਡਾਕੇ ਪੈਂਦੇ ਹੋਣੇ ਨੇ ਇਹਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਆ ਆ ਵੀਰ ਵੀ ਆ ਦੂਸਰਾ ਵੀਰ ਜੀ ਆਜੋ ਵੀਰ ਜੀ ਦੋ ਮਿੰਟ ਗੱਲਾਂ ਦੋ ਚਾਰ ਤੁਹਾਡੇ ਨਾਲ ਵੀ ਸਾਂਝੀਆਂ ਕਰ ਲਈਏ ਆਜੋ ਅੱਛਾ ਤੁਸੀਂ ਦੱਸੋ ਫਰੇਮ ਲਾਣੇ ਅਸੀਂ ਆਪਾਂ ਨਹੀਂ ਲਾਉਂਦੇ ਵੀਰ ਜੀ ਆ ਕਸਟਮਰ ਲੈ ਕੇ ਆਏ ਇਹ ਤੇ ਲੈ ਕੇ ਆ ਗਏ ਆ ਤੁਸੀਂ ਲਵਾਉਂਦੇ ਲੈ ਕੇ ਆਏ ਜੇ ਨਾ ਕਸਟਮਰ ਉਹ ਭਾਜੀ ਮੈਂ ਤੁਹਾਨੂੰ ਵੀ ਪੁੱਛ ਰਿਹਾ ਅੱਛਾ ਤੁਸੀਂ ਲਾਣੇ ਕਿ ਨਹੀਂ ਲਾਉਂਦੇ ਆਪਾਂ ਆ ਲਾਉਂਦੇ ਆ ਤੁਹਾਡੇ ਸਾਹਮਣੇ ਫਰੇਮ ਲਾਉਂਦੇ ਕਿ ਨਹੀਂ ਲਾਉਂਦੇ ਤੁਹਾਡੀ ਵੀਡੀਓ ਜਿਹੜੀ ਮੈਂ ਬਣਾਈ ਪਹਿਲਾਂ ਕਿਦਾਂ ਦੀ ਦਿਖਾ ਲਾ ਇਹਦੇ ਵਿੱਚ ਤੁਸੀਂ ਰੇਟ ਦੀ ਗੱਲ ਕਰਦੇ ਪਏ ਜੇ 1100 ਰੁਪਏ ਭਾਜੀ ਸਾਰਾ ਦੂਜਾ ਬੋਲਿਆ ਮੈਂ ਬੋਲਿਆ ਦੂਜਾ ਬੋਲਿਆ ਤਾਂ ਮਤਲਬ ਮੈਂ ਬੋਲਿਆ ਨਾ ਤੁਸੀਂ ਨਹੀਂ ਬੋਲੇ ਜਾਂ ਦੂਜਾ ਬੋਲਿਆ ਭਾਜੀ ਮੇਰੀ ਸੁਣੋ ਸਾਨੂੰ ਕੰਮ ਕਰ ਲੈਣ ਦਿਓ ਫ੍ਰੀ ਹੋ ਕੇ ਗੱਲ ਕਰ ਲੈਨੇ ਭਾਜੀ ਤੁਸੀਂ ਸਰਕਾਰੀ ਨੌਕਰੀ ਨਹੀਂ ਕਰਦੇ ਪਏ ਇੱਥੇ ਕੰਮ ਦੱਸੋ ਲੋਕਾਂ ਦੀ ਜੇਬਾਂ 'ਚ ਡਾਕੇ ਵੱਜਦੇ ਪਏ ਤੇ ਤੁਸੀਂ ਕਹਿੰਦੇ ਕੰਮ ਕਰ ਲੈਂਦੇ ਉਹ ਭਰਾ ਮੇਰੀ ਸੁਣ ਗੱਲ ਜੀ ਬੋਲੋ ਆਪਾਂ ਇੱਥੇ ਕੰਮ ਕਰਨੇ ਵਿਹਲੇ ਨਹੀਂ ਖਲੋਤੇ ਅੱਛਾ ਅਸੀਂ ਵਿਹਲੇ ਆ ਲਿਆਓ ਭਾਜੀ ਪਲੇਟ ਆਪਣੀ ਅਸੀਂ ਵਿਹਲੇ ਆ ਭਾਜੀ ਪਤਾ ਨਹੀਂ ਵੀਰ ਜੀ ਹਾਂ ਤੇ ਫਿਰ ਆਪਾਂ ਕਿੰਨੀ ਦੇਰ ਤੋਂ ਕਰਦੇ ਪਏ ਆ ਦੱਸੋ ਪਲੇਟ ਲਿਆ ਚਾਹ ਕਿੰਨੀ ਦੇਰ ਤੋਂ ਲਾਣੇ ਪਏ ਆ ਵੇਖੋ ਰਵਈਆ ਵੇਖੋ ਵੀਰ ਦਾ ਕਿ ਸਾਨੂੰ ਕੰਮ ਕਰ ਲੈਣ ਤੋਂ ਅਸੀਂ ਵਿਹਲੇ ਨਹੀਂ ਆ ਤਾਂ ਹੁਣ ਤੱਕ ਵਿਹਲੇ ਹੀ ਬੈਠੇ ਸੀ ਆ ਵੀਰ ਇੱਕ ਵਾਰੀ ਝਾਤੀ ਮਾਰੋ ਇਸ ਵੀਰ ਵੱਲ ਜਿਹਦੀ ਵੀਡੀਓ ਵੀ ਤੁਹਾਨੂੰ ਆਪਾਂ ਟੀਵੀ ਸਕਰੀਨ ਤੇ ਸ਼ੋਅ ਕਰਾਂਗੇ ਦਿਖਾਵਾਂਗੇ ਨਾਲ ਟੀਵੀ ਸਕਰੀਨ ਦੇ ਉੱਤੇ ਵੀਡੀਓ ਵੀ ਕਿਸ ਤਰੀਕੇ ਦੇ ਨਾਲ ਰੇਟ ਦੀ ਗੱਲਬਾਤ ਹੁੰਦੀ ਪਈ ਆ ਗੁੱਸਾ ਚੜਦਾ ਪਿਆ ਭਾਜੀ ਮੇਰੇ ਤੇ ਗੁੱਸਾ ਚੜਦਾ ਪਿਆ
ਮੈਂ ਤੇ ਸਿਰਫ ਲੋਕਾਂ ਦੀ ਜੇਬਾਂ ਦੇ ਜਿਹੜੇ ਡਾਕੇ ਪੈਂਦੇ ਨਾ ਉਹਦੀ ਗੱਲ ਕਰਦੇ ਪਏ ਆ। ਕਿੰਨਾ ਡਾਕਾ, ਕਰੋੜਾਂ ਨਹੀਂ ਅਰਬਾਂ ਰੁਪਏ ਸਰਕਾਰ ਨੂੰ ਤੇ ਬਸ ਤੁਸੀਂ ਕਿਉਂ ਕਹਿੰਦੇ ਪਏ ਸਾਡੀ ਨਾਲ ਗੱਲ ਕਰੋ? ਤੁਸੀਂ ਦੱਸੋ ਨਾ ਕਿਹੜਾ ਤੁਹਾਨੂੰ ਕਹਿੰਦਾ? ਤੇ ਕਿਸੇ ਨੂੰ ਕਿਹਾ ਨਹੀਂ ਵੀ ਸਾਡੇ ਨਾਲ ਗੱਲ ਕਰੋ। ਅਸੀਂ ਤੇ ਕਿਸੇ ਨੂੰ ਅਸੀਂ ਬੁਲਾਇਆ। ਤੁਸੀਂ ਥੋੜੀ ਬੁਲਾਓਗੇ, ਅਸੀਂ ਆਵਾਂਗੇ ਭਾਜੀ, ਤੁਸੀਂ ਨਹੀਂ ਬੁਲਾਓਗੇ। ਤੁਸੀਂ ਬੁਲਾਇਆ ਸਾਨੂੰ। ਹਾਂ, ਤੁਸੀਂ ਥੋੜੀ ਬੁਲਾਣਾ। ਜਿਹੜਾ ਡਾਕਾ ਮਾਰਦਾ ਵੇ ਲੋਕਾਂ ਦੀ ਜੇਬਾਂ ਤੇ ਉਹਨੇ ਥੋੜੀ ਸਾਨੂੰ ਬੁਲਾਣਾ। ਭਾਜੀ ਆ ਵੇਖੋ ਕੰਮ ਕਰ ਲੈ, ਜੋੜ ਦੇਣਾ ਭਾਜੀ, ਮੈਂ ਵੀ ਹੱਥ ਜੋੜ ਕਰ ਲੈਂਦੇ। ਕੰਮ ਕਰੋ, ਕੋਈ ਗੱਲ ਨਹੀਂ ਕਰ ਲੈਂਦੇ। ਆ ਵੇਖੋ ਰਵਈਆ ਵੇਖੋ ਵੀਰ ਦਾ। ਅਸੀਂ ਚਾਹਾਂਗੇ ਕਿ ਪੂਰੇ ਮਹਿਕਮੇ ਤੇ ਕਾਰਵਾਈ ਕੀਤੀ ਜਾਵੇ। ਇੱਕ ਵਾਰ ਤਸਵੀਰ ਦਿਖਾ ਦਿੰਦੇ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਚੂਨਾ ਲੱਗਦਾ ਪਿਆ। ਕਰੋੜਾਂ ਦਾ ਨਹੀਂ, ਅਰਬਾਂ ਦਾ ਚੂਨਾ ਜਿਹੜਾ ਵਾ ਇਹ ਪਲੇਟਾਂ ਦੇ ਸਿਰ ਦੇ ਉੱਤੇ ਲੱਗਦਾ ਪਿਆ। ਇਹ ਜਿਹੜੇ ਪੂਰੇ ਇਕੱਲੇ ਅੰਮ੍ਰਿਤਸਰ ਦੀ ਗੱਲ ਨਹੀਂ ਆ, ਪੂਰੇ ਪੰਜਾਬ ਦੇ ਵਿੱਚ 3 ਕਰੋੜ ਲੋਕ ਰਹਿੰਦੇ ਨੇ। 3 ਕਰੋੜ ਦੇ ਵਿੱਚੋਂ ਜੇਕਰ 2 ਕਰੋੜ ਗੱਡੀਆਂ ਦੀ ਵੀ ਗੱਲ ਕੀਤੀ ਜਾਵੇ, 2 ਕਰੋੜ ਗੱਡੀਆਂ ਦੇ ਵਿੱਚੋਂ 1 ਕਰੋੜ ਗੱਡੀ ਦੇ ਉੱਤੇ 20 ਫਰੇਮ ਇਹਨਾਂ ਨੇ ਲਗਾਇਆ ਹੋਵੇ ਤੇ 450 ਰੁਪਏ ਇੱਕ ਫਰੇਮ ਦੇ ਮਗਰ ਬਚਦਾ ਹੈ, ਜਿਹੜਾ ਕਿਸੇ ਵੀ ਖਾਤੇ 'ਚ ਨਹੀਂ ਜਾਂਦਾ। ਯਾਨੀ ਕਿ ਭਾਈ ਸਾਹਿਬ ਤੁਸੀਂ ਦੱਸੋ ਕਿਸ ਤਰ੍ਹਾਂ ਆਪਾਂ ਇਹਨੂੰ ਸਹੀ ਸਮਝਦੇ ਹਾਂ? ਮੈਂ ਤੁਹਾਨੂੰ ਦੱਸਦਾ ਰੇਸ਼ੋ ਕੀ ਹੈ। 1 ਕਰੋੜ ਗੱਡੀ ਨੂੰ ਆਪਾਂ ਜੇ ਲਾਉਂਦੇ ਹਾਂ ਪਲੇਟ, 450 ਰੁਪਏ ਇੱਕ ਗੱਡੀ ਦੇ ਪਿੱਛੇ ਇੱਕ ਫਰੇਮ ਦੇ ਮਗਰ ਬਚਦਾ। 450 ਨੂੰ 1 ਕਰੋੜ ਨੂੰ 450 ਦੇ ਨਾਲ ਕਰ ਲਓ, ਕਿੰਨੇ ਅਰਬ ਰੁਪਈਆ ਬਣਦਾ? ਦੇਖੋ ਜੀ, ਇਹ ਤੇ ਮੈਂ ਸਮਝਦਾ ਕਿ ਇਹ ਸਰਕਾਰ ਦੀ ਨਾਕਾਮੀ ਹੈ ਕਿ ਜਿਹੜੇ ਕਿ ਗਰੀਬ ਦੇ ਮੋਟਰਸਾਈਕਲ ਤੇ ਵੀ ਜਾਂ ਕੋਈ ਗੱਡੀਆਂ ਤੇ ਵੀ ਕੋਈ ਸਰਕਾਰੀ ਪਲੇਟ ਦਾ ਹੈ, ਤੇ ਮੈਂ ਸਮਝਾਂਗਾ ਕਿ ਪ੍ਰਸ਼ਾਸਨ ਦੀ ਹੈ, ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅੱਗੇ ਜਿਹੜਾ ਪੰਜਾਬ ਹੈ ਇਸ ਵਕਤ ਪੂਰਾ ਗਰੀਬੀ ਰੇਖਾ 'ਚ ਚੱਲ ਰਿਹਾ ਵੈ। ਕਰਜ਼ ਹੋ ਗਿਆ, ਕਰਜ਼ਾ ਚੜ ਗਿਆ ਤੇ ਕਰਜ਼ਾ ਤੇ ਇਸ ਤਰ੍ਹਾਂ ਦੇ ਲੋਕ ਚੜਾਉਂਦੇ ਪਏ ਨੇ। ਬਹੁਤ ਜ਼ਿਆਦਾ ਕਰਜ਼ਾ ਵੈ। ਇਹ ਸਰਕਾਰ ਨੂੰ ਚਾਹੀਦਾ ਵੈ ਕਿ ਇਹਦੇ ਬਾਰੇ ਕੋਈ ਕੜੇ ਤੋਂ ਕੜੇ ਐਕਸ਼ਨ ਲਿੱਤਾ ਜਾਵੇ, ਕਿਉਂਕਿ ਪਿਛਲੀ ਸਰਕਾਰ ਵੀ ਸੀ ਜਿਹੜੀ ਕਾਂਗਰਸ ਦੀ ਰਹੀ ਹੈ, ਉਹਨਾਂ ਨੇ ਵੀ ਜਦੋਂ ਨਵੇਂ ਆਏ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਆਪਣੀਆਂ ਸਰਕਾਰੀ ਪਲੇਟਾਂ ਲਵਾਓ। ਉਹਨਾਂ ਨੇ ਠੇਕੇ ਪ੍ਰਾਈਵੇਟ ਵਾਲਿਆਂ ਨੂੰ ਦੇਤੇ। ਜਦੋਂ ਪ੍ਰਾਈਵੇਟ ਵਾਲਿਆਂ ਨੂੰ ਠੇਕੇ ਦਿੱਤੇ ਤੇ ਵੇਖੋ ਚੌਂਕਾਂ 'ਚ ਨਾਕੇ ਲਾਗੇ ਚਲਾਨ ਦੇ, ਇੱਕ ਗਰੀਬ ਬੰਦੇ ਦਾ ਮੋਟਰਸਾਈਕਲ ਦਾ 500 ਦਾ ਚਲਾਨ ਕੱਟੀ ਜਾਂਦੇ, 1000 ਰੁਪਏ ਦਾ ਚਲਾਨ ਕੱਟੀ ਜਾਂਦੇ ਪਏ ਨੇ। ਤੇ ਫਿਰ ਗਰੀਬ ਬੰਦਾ ਕੀ ਹਾਰ ਕੇ ਕਹਿੰਦਾ ਵੈ ਭਾਜੀ ਆਪਾਂ ਲਵਾ ਲੈਂਦੇ ਹਾਂ, ਸਰਕਾਰੀ ਨੇਮ ਪਲੇਟ ਲਵਾ ਲੈਂਦੇ ਹਾਂ, ਪਰ ਉਹ ਜਿਹੜਾ ਸਾਰਾ ਜਿਹੜਾ ਪੈਸਾ ਵਾ ਉਹ ਸਰਕਾਰ ਦੇ ਖਾਤੇ 'ਚ ਜਾਂਦਾ ਤੇ ਪ੍ਰਾਈਵੇਟ ਬੰਦਿਆਂ ਨਾਲ, ਜਿਨ੍ਹਾਂ ਨਾਲ ਤੁਸੀਂ ਹੁਣੇ ਇੰਟਰਵਿਊ ਕਰੇ ਸੀ, ਇਹ ਪ੍ਰਾਈਵੇਟ ਬੰਦਿਆਂ ਦਾ ਠੇਕੇ ਆ ਸਾਰੇ, ਤੇ ਇਹਦਾ ਸਾਰਾ ਗਰੀਬ ਦੇ ਜੇਬ 'ਚੋਂ ਜਿਹੜਾ ਪੈਸਾ ਜਾਂਦਾ ਉਹਦਾ ਨੁਕਸਾਨ ਹੁੰਦਾ ਵਾ। ਪੰਜਾਬ ਅੱਗੇ ਬਹੁਤ ਜ਼ਿਆਦਾ ਕਰਜ਼ਦਾਰ ਹੋ ਚੁੱਕਿਆ ਹੈ ਤੇ ਇਹਨੂੰ ਪੰਜਾਬ ਸਰਕਾਰ ਨੂੰ ਚਾਹੀਦਾ, ਨਵੀਂ ਪੰਜਾਬ 'ਚ ਆਈ ਹੈ, 8-9 ਮਹੀਨੇ ਹੋ ਗਏ ਸਰਕਾਰ ਨੂੰ, ਕਿ ਨਕੇਲ ਕੱਸੀ ਜਾਵੇ ਤੇ ਇਹਦੇ ਤੇ ਕੜਾ ਐਕਸ਼ਨ ਲਿੱਤਾ ਜਾਵੇ। ਅਰਬਾਂ ਰੁਪਏ 500 ਕਰਕੇ ਅਰਬਾਂ ਰੁਪਏ ਕਮਾ ਲਏ ਇਹਨਾਂ ਕੰਪਨੀਆਂ ਨੇ। ਭਾਜੀ ਮੈਂ ਤੁਹਾਨੂੰ ਦੱਸ ਰਿਹਾ ਵਾਂ, ਜੇ ਪਿਛਲੇ 5 ਸਾਲਾਂ 'ਚ ਕਾਂਗਰਸ ਸਰਕਾਰ ਵੀ ਰਹੀ, ਉਹਨੇ ਵੀ ਇਹੋ ਕੁਛ ਹੀ ਕੀਤਾ ਵਾ। ਇਹ ਉਹਦੇ ਨਕਸ਼ੇ ਕਦਮ ਤੇ ਹੀ ਇਹ ਸਰਕਾਰ ਚੱਲ ਰਹੀ ਏ। ਇਹ ਜਿਹੜੀ ਸਰਕਾਰ ਏ, ਬਿਲਕੁਲ ਅਸੀਂ ਫਿਲਹਾਲ ਸਰਕਾਰ ਦਾ ਦੋਸ਼ ਨਹੀਂ ਕੱਢਾਂਗੇ। ਅਸੀਂ ਕਹਾਂਗੇ ਕਿ ਸਰਕਾਰ ਤੱਕ ਤਸਵੀਰ ਪਹੁੰਚਾ ਦਿੰਦੇ ਆ। ਜੇ ਪਹੁੰਚਾਉਣ ਤੋਂ ਬਾਅਦ ਵੀ ਐਕਸ਼ਨ ਨਹੀਂ ਲਿੱਤਾ ਜਾਂਦਾ ਫਿਰ ਆਪਾਂ ਸਰਕਾਰ ਨੂੰ ਕਹਿੰਦੇ, ਕਿਉਂਕਿ ਸਰਕਾਰਾਂ ਨੂੰ ਤੇ ਸ਼ਾਇਦ ਨਵੀਂ ਸਰਕਾਰ ਨੂੰ ਨਹੀਂ ਪਤਾ ਹੋਏਗਾ, ਦੱਸਣਾ ਸਾਡਾ ਫਰਜ਼ ਵਾ। ਅਸੀਂ ਵੀਰ ਜੀ, ਮੈਂ ਡੇਲੀ ਪੋਸਟ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਮੈਂ ਇੱਥੋਂ ਵੈਸੇ ਹੀ ਲੰਘ ਰਿਹਾ ਸਾਂ, ਪਰ ਜਿਹੜਾ ਤੁਸੀਂ ਅੱਜ ਇਹ ਮੁੱਦਾ ਉਠਾਇਆ ਵੈ, ਇਹ ਤੁਸੀਂ ਬਹੁਤ ਵਧੀਆ, ਡੇਲੀ ਪੋਸਟ ਦਾ ਮੈਂ ਦਿਲੋਂ ਧੰਨਵਾਦ ਕਰਦਾ ਵਾਂ ਕਿ ਇਹੋ ਜਿਹੇ ਜਿਹੜੇ ਮੁੱਦੇ ਹੈ ਪੰਜਾਬ 'ਚ ਉਠਾਉਣੇ ਚਾਹੀਦੇ, ਤਾਂ ਕਿ ਇਹ ਗਰੀਬ ਬੰਦੇ ਦਾ ਜਿਹੜੇ ਜੇਬ 'ਚੋਂ ਪੈਸੇ ਜਾ ਰਹੇ ਆ ਨਜਾਇਜ਼, ਉਹਦਾ ਬਚਾਅ ਹੋ ਸਕੇ। ਜਿੰਨਾ ਆਪਾਂ ਕਿੰਨਾ ਡੇਲੀ ਪੋਸਟ ਲਿਆ ਦਾ ਦਹਿ ਦਿਲੋਂ ਧੰਨਵਾਦ ਕਰ ਸਕੀ, ਉਹਨਾਂ ਹੀ ਘੱਟ ਹੈ। ਤੁਸੀਂ ਇਹ ਜਿਹੜੀ ਪੰਜਾਬ ਸਰਕਾਰ 'ਚ ਨਿਗਾਹ 'ਚ ਗੱਲ ਪਹੁੰਚਾਓਗੇ ਤੇ ਉਹ ਇਹਨਾਂ ਨੂੰ ਨਕੇਤ ਪਾਏਗੀ, ਇਹ ਜਿਹੜੇ ਪ੍ਰਾਈਵੇਟ ਇਹ ਕੰਮ ਕਰ ਰਹੇ ਨੇ। ਬਿਲਕੁਲ ਨਕੇਲ ਪੈਣੀ ਚਾਹੀਦੀ ਆ। ਤਾਂ ਅਸੀਂ ਚੱਲਦੇ ਹਾਂ, ਹੋਰ ਪਾਸੇ ਵੀ ਚੱਲਦੇ ਹਾਂ। ਹੋਰ ਵੀ ਬੜੇ ਸੈਂਟਰ ਨੇ। ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ 2 ਸੈਂਟਰ ਨੇ, ਤਾਂ ਇੱਕ ਤਰਨਤਾਰਨ ਦੇ ਵਿੱਚ ਸੈਂਟਰ ਆ। ਯਾਨੀ ਕਿ 2 ਜ਼ਿਲ੍ਹਿਆਂ ਦੇ ਵਿੱਚ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜੇ ਗੱਲ ਕਰੀਏ ਤਾਂ 30 ਕਹਿ ਸਕਦੇ 30 ਲੱਖ ਦੇ ਲਾਗੇ ਆਬਾਦੀ ਹੈਗੀ ਆ, 20 ਲੱਖ 30 ਲੱਖ ਦੇ ਵਿੱਚ ਆਬਾਦੀ ਹੈਗੀ, ਤੇ ਬਾਕੀ ਤਰਨਤਾਰਨ ਦੇ ਇਲਾਕੇ ਦੇ ਵਿੱਚ ਕਿੰਨੀ ਆਬਾਦੀ ਹੈ ਸਾਰਾ ਅਸੀਂ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਬਹੁਤ ਸਾਰੀਆਂ ਠੱਗੀਆਂ ਵੱਜ ਚੁੱਕੀਆਂ ਨੇ ਲੋਕਾਂ ਦੇ ਨਾਲ। ਤਮਾਮ ਲੋਕ ਜਿਹੜੇ ਠੱਗੀ ਦੇ ਸ਼ਿਕਾਰ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਮਜਬੂਰੀ ਇਹ ਹੁੰਦੀ ਕਿ ਸਮਾਂ ਘੱਟ ਹੁੰਦਾ, ਸਮਾਂ ਨਹੀਂ ਹੁੰਦਾ। ਜਦੋਂ ਸਮਾਂ ਘੱਟ ਹੁੰਦਾ ਤਾਂ ਫਿਰ ਉਹ ਪੈਸੇ ਖਰਚ ਲੈਂਦੇ ਨੇ। ਤਾਂ ਇਸ ਚੀਜ਼ ਦਾ ਫਾਇਦਾ ਜਿਹੜਾ ਵਾ ਇਸ ਤਰ੍ਹਾਂ ਦੀਆਂ ਕੰਪਨੀਆਂ ਚੁੱਕਦੀਆਂ ਨੇ ਸਰਕਾਰ ਤੱਕ, ਤੇ ਉਹ ਪੈਸਾ ਪਹੁੰਚਦਾ ਹੀ ਨਹੀਂ ਹੈ, ਜਿਹੜਾ ਪੈਸਾ ਆਪਾਂ ਲੋਕਾਂ ਦੀ ਜੇਬਾਂ ਦੇ ਵਿੱਚੋਂ ਕੱਢਦੇ ਹਾਂ। ਦੇਖਦੇ ਹਾਂ ਕਿ ਹੁਣ ਸਰਕਾਰ ਵੱਲੋਂ ਐਕਸ਼ਨ ਕੀ ਲਿੱਤਾ ਜਾਂਦਾ ਹੈ। ਉੱਚ ਅਧਿਕਾਰੀ ਜਿਹੜੇ ਨੇ ਇਸ ਕੰਪਨੀ ਦੇ ਅੰਮ੍ਰਿਤਸਰ ਦੇ, ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਹਾਂ ਕਿ ਆਖਿਰਕਾਰ ਉਹ ਇਸ ਸਾਰੇ ਮੁੱਦੇ ਤੇ ਸਫਾਈ ਕੀ ਦਿੰਦੇ ਆ। ਤਾਂ ਇੰਚਾਰਜ ਸਾਡੇ ਨਾਲ ਮੌਜੂਦ ਨੇ ਗਗਨਦੀਪ ਧਵਨ ਜੀ। ਤਾਂ ਧਵਨ ਜੀ, ਸਵਾਗਤ ਹੈ ਤੁਹਾਡਾ ਡੇਲੀ ਪੋਸਟ ਪੰਜਾਬੀ ਦੇ ਉੱਤੇ। ਖਾਮੀਆਂ ਬਹੁਤ ਸਾਹਮਣੇ ਆਈਆਂ ਨੇ, ਤਾਂ ਉਹਨਾਂ ਸਵਾਲਾਂ ਦੇ ਜਵਾਬ ਲੈਣ ਵਾਸਤੇ ਆਏ ਆ। ਜਨਤਾ ਦੇ ਵੀ ਸਵਾਲ ਨੇ, ਸਾਡੇ ਵੀ ਸਵਾਲ ਨੇ। ਪਹਿਲਾਂ ਸਭ ਤੋਂ ਦੱਸੋ ਕਿ ਕਿੰਨੀ ਦੇਰ ਹੋ ਚੁੱਕੀ ਹੈ ਤੁਹਾਨੂੰ ਇਹ ਪਲੇਟਾਂ ਦੇ ਕੰਮ ਦੇ ਵਿੱਚ? ਸਰ ਮੈਨੂੰ ਤਕਰੀਬਨ 3 ਤੋਂ 4 ਮਹੀਨੇ ਹੋ ਚੁੱਕੇ ਆ। ਐਜ਼ ਅ ਸੁਪਰਵਾਈਜ਼ਰ ਮੈਂ ਇੰਚਾਰਜ ਕੰਟੀਨਿਊ ਕਰ ਰਿਹਾ ਅੰਮ੍ਰਿਤਸਰ ਐਂਡ ਤਰਨਤਾਰਨ ਦੇ ਜਿਹੜੀ ਆਫਿਸਿਸ ਆ ਮੇਰੇ ਅੰਡਰ ਆ। ਹਾਂਜੀ ਸਰ। ਤਾਂ ਤੁਹਾਡੇ ਤੋਂ ਪਹਿਲਾਂ ਕੌਣ ਸੀ? ਮੇਰੇ ਤੋਂ ਪਹਿਲਾਂ ਸਰ ਕੋਈ ਸਾਹਿਲ ਦੁੱਗਲ ਸਨ। ਕੋਈ ਰਿਸ਼ਤੇਦਾਰੀ ਸਰ ਤੁਹਾਡੇ ਉਹਨਾਂ ਦੇ ਨਾਲ ਮੈਨੂੰ ਪਤਾ ਲੱਗਾ? ਰਿਸ਼ਤੇਦਾਰੀ ਸਰ ਕਹਿ ਸਕਦੇ ਹੋ, ਲਾਈਕ ਮੇਰੇ ਮਦਰ ਦੇ ਬ੍ਰਦਰ ਦੇ ਗਾਂ
ਉਹ ਬੇਟੇ ਨੇ। ਕੋਈ ਵੀ ਰਿਸ਼ਤੇਦਾਰੀ ਹੈ ਜਾਨੀ ਕਿ। ਤੇ ਉਸ ਤੋਂ ਪਹਿਲਾਂ ਵੀ ਜਿਹੜੇ ਹੈਗੇ ਸੀ ਉਹ ਕੌਣ ਨੇ? ਉਹਨਾਂ ਤੋਂ ਪਹਿਲਾਂ ਨਹੀਂ ਸਰ, ਇਹਦੇ ਬਾਰੇ ਮੈਨੂੰ ਨੌਲੇਜ ਨਹੀਂ, ਇੰਨੀ ਡੀਪਲੀ ਨਹੀਂ ਨੌਲੇਜ ਮੈਨੂੰ, ਕਿਉਂਕਿ ਮੇਰੇ ਟੋਟਲ 3 ਜਾਣੇ ਤੇ ਹੈਗੇ ਸੀ, ਇੱਕ ਤੁਸੀਂ ਹੋ ਗਏ, ਇੱਕ ਸਾਹਿਲ ਜੀ ਹੋ ਗਏ, ਇੱਕ ਉਹਨਾਂ ਤੋਂ ਪਹਿਲਾਂ ਸੀ। ਉਹਨਾਂ ਤੋਂ ਪਹਿਲੇ ਵਾਲਾ ਦਾ ਨਹੀਂ ਸਰ ਪਤਾ। ਸਾਹਿਲ ਨੂੰ ਤੇ ਆਈ ਥਿੰਕ ਸੋ 2 to 3 ਇਅਰਸ ਹੋ ਚੁੱਕੇ ਸੀ ਉਹਨਾਂ ਨੂੰ ਕੰਟੀਨਿਊ ਕਰਦੇ ਹੋਏ। ਅੱਛਾ, ਯਾਨੀ ਕਿ ਉਸ ਤੋਂ ਪਹਿਲਾਂ ਦਾ ਤੁਹਾਨੂੰ ਨਹੀਂ ਪਤਾ। ਤਾਂ ਜੇਕਰ ਪਲੇਟਾਂ ਦੀ ਗੱਲ ਕਰੀਏ ਤਾਂ ਪਲੇਟਾਂ ਦੇ ਫਰੇਮ ਜਿਹੜੇ ਲੱਗਦੇ ਨੇ ਉਹਦੀ ਵੀਡੀਓ ਵੀ ਤੁਹਾਡੇ ਉੱਥੇ ਪਹਿਲਾਂ ਜਿਹੜਾ ਨਿਊ ਅੰਮ੍ਰਿਤਸਰ ਦਫ਼ਤਰ ਹੈਗਾ ਉਹਦੇ ਵੀ ਪਲੇਟਾਂ ਦੇ ਫਰੇਮ ਲੱਗਦੇ ਪਏ ਨੇ, ਉਸ ਦਾ ਰੇਟ ਵੀ ਦੱਸਦੇ ਪਏ, ਤੁਹਾਡੇ ਹੀ ਜਿਹੜੇ ਵਰਕਰ ਨੇ ਉਹ ਰੇਟ ਦੱਸਦੇ ਪਏ ਨੇ। ਜਿਹੜੇ ਦਫ਼ਤਰ ਤੁਸੀਂ ਬੈਠੇ ਜੇ ਇੱਥੇ ਵੀ ਸਾਡੇ ਕੋਲ ਵੀਡੀਓ ਹੈਗੀ ਜਿਹਦੇ ਵਿੱਚ ਪਲੇਟਾਂ ਦੇ ਰੇਟ ਦੱਸੇ ਜਾ ਰਹੇ ਨੇ। 4 ਵੀਲਰ ਦਾ ਇੰਨਾ ਰੇਟ ਹੈ ਫਰੇਮ ਦੇ ਨਾਲ, 2 ਵੀਲਰ ਦਾ ਇੰਨਾ ਰੇਟ ਹੈ। ਕੀ ਫਰੇਮ ਲੱਗਣਾ ਸਰਕਾਰ ਵੱਲੋਂ ਅਲਾਉ ਕੀਤਾ ਤੁਹਾਨੂੰ? ਪਹਿਲੀ ਗੱਲ ਤਾਂ ਸਰ ਕੰਪਨੀ ਜਿਹੜੀ ਹੈ ਉਹ ਕੁਝ ਵੀ ਤਰ੍ਹਾਂ ਦਾ ਇਸ ਦਾ ਫਰੇਮ ਦਾ ਜਿਹੜਾ ਵਰਕ ਨਹੀਂ ਕਰਦੀ। ਅਗਰ ਕੋਈ ਪਰਸਨ, ਜਿਸ ਤਰ੍ਹਾਂ ਤੁਸੀਂ ਮੈਨੂੰ ਲਾਸਟ ਟਾਈਮ ਦੱਸਿਆ ਸੀ ਕਿ ਸਰ ਤੁਹਾਡੇ ਦੂਸਰੇ ਆਫਿਸ ਦੇ ਵਿੱਚ ਇਹ ਚੀਜ਼ ਚੱਲ ਰਹੀ ਹੈ, ਅਗਰ ਕੋਈ ਪਰਸਨ ਇਹ ਚੀਜ਼ ਕਰ ਰਿਹਾ ਇਟ ਮੀਨਸ ਕਿ ਉਹ ਆਪਣੇ ਲਈ ਇੱਕ ਐਸਿਡ ਬਣਾ ਕੇ ਕੋਸ਼ਿਸ਼ ਕਰ ਰਿਹਾ ਕਿ ਮੈਂ ਕੁਝ ਐਕਸਟਰਾ ਅਰਨਿੰਗ ਕਰ ਸਕਾਂ। ਔਰ ਸਾਡੀ ਕੰਪਨੀ ਇੰਨੀ ਕੁ ਜ਼ਿਆਦਾ ਉਹ ਆ ਐਥਿਕਸ ਦੇ ਵਿੱਚ ਹੈ ਕਿ ਅਗਰ ਉਹ ਕਿਸੇ ਨੂੰ ਉਹਨੂੰ ਪਤਾ ਲੱਗਦਾ ਹੈ ਕਿ ਇਹ ਕੰਮ ਕੋਈ ਕਰ ਰਿਹਾ ਵਾ ਤਾਂ ਉਹਨੂੰ ਇਮੀਡੀਏਟਲੀ ਜਿਹੜੀ ਉਹ ਫਾਇਰ ਕਰ ਦਿੰਦੀ, ਕੋਈ ਵੀ ਉਹਨੂੰ ਇੰਟੀਮੇਟ ਨਹੀਂ ਦਿੰਦੀ। ਤੁਸੀਂ ਨਹੀਂ ਰਹਿੰਦੇ ਦਫ਼ਤਰ ਦੇ ਵਿੱਚ? ਸਰ ਮੇਰੇ ਕੋਲ 3 ਤੋਂ 4 ਜਿਹੜੇ ਆਫਿਸਿਸ ਹੈਗੇ ਆ, ਤਾਂ ਵਿਜ਼ਿਟ ਦੇ ਅਕੋਰਡਿੰਗ ਕਈ ਵਾਰੀ ਉੱਧਰ ਹੁੰਦਾ ਮੈਂ, ਕਈ ਵਾਰੀ ਤਰਨਤਾਰਨ ਹੁੰਦਾ। ਤੇ ਤੁਹਾਡੇ ਸਾਰੇ ਬੰਦੇ ਫਿਰ ਤੁਹਾਡੇ ਨਾਲ ਦਗਾ ਕਰਦੇ ਪਏ ਆ, ਕਿਉਂਕਿ ਉਧਰ ਵੀ ਪਲੇਟਾਂ ਚੱਲਦੀਆਂ ਪਈ ਸੀ ਫਰੇਮ ਦੇ ਨਾਲ, ਇੱਧਰ ਵੀ ਚੱਲਦੀਆਂ ਪਈ, ਫਿਰ ਤਾਂ ਤੁਹਾਨੂੰ ਸਾਰਾ ਸਟਾਫ ਢਾਣਾ ਪਏਗਾ ਆਪਣਾ। ਸਰ ਅਗਰ ਜੇ ਇਦਾਂ ਦਾ ਕੁਝ ਚੱਲ ਰਿਹਾ ਵਾ, ਮੈਂ ਵੀਡੀਓ ਵਿਖਾ ਦਿੰਦਾ, ਇੱਥੋਂ ਦੀ ਵੀਡੀਓ ਦਿਖਾ ਦਿੰਦਾ ਸਰ। ਡੈਫੀਨੇਟਲੀ ਅਗਰ ਤੁਸੀਂ ਇੰਨੀ ਗੱਲ ਕਹਿ ਰਹੇ ਜੇ ਤਾਂ ਅਗਰ ਇਦਾਂ ਦਾ ਕੁਝ ਚੱਲ ਰਿਹਾ ਵਾ ਤਾਂ ਕੰਪਨੀ ਉਹਨੂੰ ਬਰਦਾਸ਼ਤ ਨਹੀਂ ਕਰੇਗੀ, ਤਾਂ ਇਮੀਡੀਏਟਲੀ ਅਸੀਂ ਉੱਤੇ ਐਕਸ਼ਨ ਲਵਾਂਗੇ। ਵੈਸੇ ਰੇਟ ਫਰੇਮ ਦਾ ਹੈਗਾ ਕੀ ਆ? ਫਰੇਮ ਦਾ ਸਰ ਨਹੀਂ, ਪਲੇਟ ਦਾ ਮੈਨੂੰ ਪੁੱਛ ਲਓ, ਉਹ ਮੈਂ ਦੱਸ ਸਕਦਾ। ਫਰੇਮ ਪਲੇਟ ਦਾ ਰੇਟ ਕੀ ਆ? ਜਿਹੜੀ ਸਰ ਸਰਕਾਰੀ ਪਲੇਟ ਆ, ਅਗਰ ਆਪਾਂ ਫਸਟ ਟਾਈਮ ਫਿਟਮੈਂਟ ਕਰਾਉਂਦੇ 4 ਵੀਲਰ ਦੀ ਗੱਲ ਕਰਦੇ ਹਾਂ, ਰੁਪਏ ਲੱਗਦੇ ਆ। ਹਾਂਜੀ ਹਾਂਜੀ। 566 ਦੇ ਵਿੱਚ ਕਿੰਨੇ % ਸਰਕਾਰ ਨੇ ਤੁਹਾਨੂੰ ਆਖਿਆ ਕਿ ਤੁਸੀਂ ਰੱਖਣਾ ਤੇ ਕਿੰਨਾ? ਇੰਨੀ ਸਰ ਡਿਟੇਲ ਦੇ ਵਿੱਚ ਆਪਾਂ ਮਤਲਬ ਆਪਣੀ ਅਬਵ ਲਾਈਨ ਨੂੰ ਜਿਹੜੇ ਕੁਐਸਚਨ ਨਹੀਂ ਪੁੱਟ ਹੋਣਗੇ। ਤੁਹਾਨੂੰ ਫਿਰ ਕੀ ਮਿਲਦਾ ਵਾ? ਸਰ ਸੈਲਰੀ ਹੈ ਸਾਡੀ ਸਰ। ਕਿੰਨੀ ਸੈਲਰੀ ਦੀ ਲੱਗੀ? ਮੇਰੀ ਤਕਰੀਬਨ ਸਰ 18 ਤੋਂ 19,000 ਸੈਲਰੀ ਕੱਟ ਕਟਾ ਕੇ ਆਉਂਦੇ ਜੀ ਸਰ। ਕੌਣ ਸੈਲਰੀ ਪੇ ਕਰਦਾ? ਕੰਪਨੀ ਦੇ ਓਨਰ ਕਿਹੜੇ ਨੇ? ਸਰ ਕੰਪਨੀ ਦੇ ਇਹ 2 ਕੰਪਨੀਆਂ ਨੇ ਜਿਹੜੀ ਸਾਡੇ ਕੋਲ ਆਉਂਦੀਆਂ, ਇੱਕ ਐਗਰੋ ਇੰਪੈਕਸ ਹੈ ਔਰ ਇੱਕ FTA ਆ। FTA ਜਿਹੜੀ ਹੈ ਸਾਡੇ ਸਰ ਸੀਨੀਅਰ ਜਿਹੜੇ ਹੈਗੇ ਆ, ਜਿਸ ਤਰ੍ਹਾਂ ਪੰਜਾਬ ਹੈੱਡ ਦੇ ਜਿਹੜੇ ਸਾਡੇ ਉਹ ਅਜੇ ਸਰ ਨੇ। ਹਾਂਜੀ ਸਰ। ਸੋ ਉਹ ਜਿਹੜੇ ਆ ਉਹ ਪੰਜਾਬ ਨੂੰ ਹੈਂਡਲ ਕਰਦੇ, ਬਿਜ਼ਨਸ ਹੈੱਡ ਨੇ ਸਾਡੇ ਜੀ। ਤਾਂ ਯਾਨੀ ਕਿ ਅਜੇ ਜੀ ਸਾਰਾ ਕੰਮ ਤੁਹਾਨੂੰ ਸਾਰੇ ਪੇ ਉੱਥੇ ਅਜੇ ਜੀ ਕਰਦੇ ਨੇ, ਠੀਕ ਹੈ? ਬਿਲਕੁਲ ਸਰ। ਜੋ ਕੰਪਨੀ ਦਾ ਪ੍ਰੋਸੈਸ ਹੁੰਦਾ ਉਹਦੇ ਅਕੋਰਡਿੰਗ ਪੇਮੈਂਟ ਆਉਂਦੀ, ਸੈਲਰੀਜ਼ ਆਉਂਦੀ ਸਾਨੂੰ ਬਾਈ ਅਕਾਊਂਟ ਦੇ ਵਿੱਚ ਸਰ। ਅੱਛਾ ਸਰ, ਜਿਹੜੇ ਇਸ ਵੇਲੇ ਇੱਥੇ ਸਟਾਫ ਹੈ ਤੁਹਾਡਾ, ਟੋਟਲ ਕਿੰਨਾ ਸਟਾਫ ਹੈਗਾ ਤਰਨਤਾਰਨ ਤੇ ਇਸੇ? ਟੋਟਲ ਅਗਰ ਗੱਲ ਕਰਾਂ ਸਰ, ਇਹਦੇ ਐਟ ਪ੍ਰੈਜ਼ੈਂਟ 4 ਬੰਦੇ ਇੱਥੇ ਕੰਮ ਕਰ ਰਹੇ ਆ, 12 ਤੋਂ 13 ਬੰਦੇ ਸਾਡੇ ਕੋਲ ਜਿਹੜੀ ਸਾਡੀ ਬ੍ਰਾਂਚ ਅੰਮ੍ਰਿਤਸਰ ਬੰਦੀ ਉੱਥੇ ਕੰਮ ਕਰ ਰਹੇ ਆ, ਔਰ ਤਰਨਤਾਰਨ ਵਿੱਚ ਤਕਰੀਬਨ 5 ਤੋਂ 6 ਲੜਕੇ ਉੱਥੇ ਕੰਮ ਕਰ ਰਹੇ ਆ। ਐਵਰੇਜ ਸਰ 10,000 ਦੇ ਕਰੀਬ ਹੈ ਸਰ। 2, 2.5, 3 ਲੱਖ ਦੇ ਵਿੱਚ ਸੈਲਰੀਆਂ ਦਿੰਦੇ ਆ, ਤੁਹਾਡੀ ਪਾ ਕੇ 3 ਲੱਖ ਰੁਪਏ। ਜੀ ਸਰ ਬਿਲਕੁਲ। ਤਾਂ ਸਰ ਸੀਰੀਜ਼ ਇਸ ਵੇਲੇ ਕਿਹੜੀ ਚੱਲਦੀ ਪਈ ਹੈ? ਕਿੰਨੀ ਸੀਰੀਜ਼ ਚੱਲਦੀ ਪਈ ਹੈ ਪਲੇਟਾਂ ਦੀ? EL ਕਰਕੇ ਸਰ ਸੀਰੀਜ਼ EH ਹੋ ਗਿਆ, ਇਹ ਸੀਰੀਜ਼ ਚੱਲ ਰਹੀ ਹੈ PB02 ਦੀ। ਹੁਣ PB99 ਆ ਗਿਆ ਹੋਇਆ ਵਾ, ਕਿਉਂਕਿ ਅੰਮ੍ਰਿਤਸਰ ਨੂੰ 2 ਡਿਵੀਜ਼ਨ 'ਚ ਡਿਵਾਈਡ ਕਿੰਨੀਆਂ ਪਲੇਟਾਂ ਹੋ ਗਈਆਂ ਹੋਣਗੀਆਂ ਹੁਣ ਤੱਕ? ਇਟ ਮੀਨਸ ਤੁਸੀਂ ਪੁੱਛ ਰਹੇ ਜੇ ਟੋਟਲ ਜੋ ਦਾ ਕੰਮ ਸਟਾਰਟ ਹੋ ਰਿਹਾ ਵਾ, ਕਿਉਂਕਿ A ਤੋਂ ਸ਼ੁਰੂ ਹੋਣਾ PB02A, ਠੀਕ ਹੈ? ਫਿਰ PBZ ਤੱਕ ਜਾਣਾ, ਫਿਰ PB02AA, ਫਿਰ AB, ਫਿਰ AC, ਉਹ ਸਾਰੇ ਸੀਰੀਜ਼ ਕਿੰਨੀ ਹੋ ਗਈ? ਅਕੋਰਡਿੰਗ ਟੂ ਮੀ ਸਰ ਜੇ ਅਗਰ ਗੱਲ ਕਰੇ ਤਾਂ ਇਹ ਲੱਖਾਂ ਦੇ ਵਿੱਚ ਇਹ ਰੇਸ਼ੋ ਹੋ ਸਕਦੀ ਹੈ। ਔਰ ਅਗਰ ਤੁਸੀਂ ਐਗਜ਼ੈਕਟ ਅਮਾਊਂਟ ਤਾਂ ਸਰ ਮੈਨੂੰ ਇੰਨੀ ਪਤਾ ਨਹੀਂ ਹੈ, ਲੇਕਿਨ ਹਾਂ ਇਹ ਲੱਖਾਂ ਦੇ ਵਿੱਚ ਇਹ ਹੋ ਸਕਦੀ ਹੈ। ਲੱਖਾਂ ਦੇ ਵਿੱਚ, ਬਿਲਕੁਲ ਲੱਖਾਂ ਦੇ ਵਿੱਚ ਹੈਗੀ ਵੀ ਆ, ਉਹ ਪਰ ਰੇਸ਼ੋ ਵੀ ਕੱਢੀ ਹੋਈ ਆ ਲੱਖਾਂ। ਅੰਮ੍ਰਿਤਸਰ ਦੇ ਵਿੱਚ ਜੇ ਗੱਲ ਕਰੀਏ ਤਾਂ ਜੇਕਰ 20 ਤੋਂ 30 ਲੱਖ ਆਬਾਦੀ ਹੈਗੀ ਆ ਤਾਂ ਲੱਖਾਂ ਗੱਡੀਆਂ ਵੀ ਹੈਗੀਆਂ, ਹਰ ਘਰ ਦੇ ਵਿੱਚ ਇੱਕ ਗੱਡੀ ਤੇ ਹੈਗੀ ਆ। ਤਾਂ ਜੇ ਫॉर 2 ਵੀਲਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਉਹ ਵੀ ਇੰਨੇ ਲੱਖਾਂ ਦੀ ਗਿਣਤੀ ਵਿੱਚ। ਡੈਫੀਨੇਟਲੀ ਸਰ। ਜੇਕਰ ਇਸ ਤਰ੍ਹਾਂ ਫਰੇਮ ਲੱਗੇ ਨੇ ਤਾਂ ਕਿੰਨਾ ਕੁ ਘਾਟਾ ਪੈ ਚੁੱਕਿਆ ਵਾ ਲੋਕਾਂ ਦੀ ਜੇਬ ਦੇ? ਸਰ ਅਗਰ ਮੈਂ ਇਹ ਗੱਲ ਕਰਾਂ ਕਿ ਫਰੇਮ ਦੇ ਬਾਰੇ 4 ਮਹੀਨੇ ਮੈਨੂੰ ਕੰਮ ਕਰਦੇ ਨੂੰ ਹੋ ਗਿਆ ਵਾ। ਔਰ 4 ਮਹੀਨੇ 'ਚ ਕਿੰਨਾ ਘਾਟਾ ਪਾਤਾ ਤੁਹਾਡੇ ਸਟਾਫ ਨੇ ਤੁਹਾਨੂੰ? ਸਰ ਮੈਨੂੰ 4 ਮਹੀਨੇ ਵਿੱਚ ਪਹਿਲਾ ਕੇਸ ਹੀ ਮੇਰੇ ਕੋਲ ਆਇਆ ਵਾ ਕਿ ਫਰੇਮ ਕਰਕੇ ਬੰਦੇ ਕੋਲ ਪੈਸੇ ਲੈ ਗਏ। ਜੇ ਫਿਰ ਦੁਬਾਰਾ ਫੜ ਲਈ ਤੇ ਫਿਰ ਕਾਰਵਾਈ ਕਰੋਗੇ ਇਸ ਤੋਂ ਬਾਅਦ ਵੀ? ਡੈਫੀਨੇਟਲੀ ਸਰ। ਸਰ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਰ ਰਿਹਾ ਵਾਂ ਕਿ ਸਾਡੀ ਕੰਪਨੀ ਇੰਨੀ ਕੁ ਐਥਿਕਸ ਦੇ ਨੂੰ ਫੋਲੋ ਕਰਦੀ ਹੈ ਕਿ ਅਗਰ ਕੋਈ ਪਰਸਨ ਇਹ ਕੰਮ ਕਰਦਾ ਫੜਿਆ ਜਾਂਦਾ ਆ, ਇਮੀਡੀਏਟਲੀ ਉਹਨੂੰ ਜਿਹੜਾ ਫਾਇਰ ਕੀਤਾ ਜਾਂਦਾ, ਪਲੱਸ ਉੱਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਂਦੀ ਹੈ। ਲੱਗਦਾ ਨਹੀਂ ਕਿ ਸਰ ਜੇਕਰ ਤੁਸੀਂ ਕਹਿੰਦੇ ਵੀ ਕਿ ਮੈਨੂੰ ਪਤਾ ਨਹੀਂ ਹੈ, ਚਲੋ ਪਤਾ ਹੋਣਾ ਚਾਹੀਦਾ। CCTV ਲੱਗੇ ਉੱਥੇ ਤੁਹਾਡੇ ਸਾਰੇ ਦਫ਼ਤਰਾਂ? ਨਹੀਂ ਸਰ CCTV ਨਹੀਂ ਅਵੇਲੇਬਲ। ਅਸੀਂ ਨਜ਼ਰ ਕਿਸ ਤਰ੍ਹਾਂ ਰੱਖਦੇ ਹਾਂ? ਜੇ ਕੋਈ ਉਸ ਤਰ੍ਹਾਂ ਠੱਗੀਆਂ ਮਾਰੀ ਜਾਵੇ ਤੇ ਫਿਰ ਆਪਾਂ ਰੱਬ ਦੇ ਭਰੋਸੇ ਕੰਮ ਆਪਣੇ ਵਰਕਰਾਂ ਨੂੰ ਦੇ? ਨਹੀਂ ਸਰ ਇਸ ਦੀ ਗੱਲ ਨਹੀਂ ਹੈ। ਦੇਖੋ ਅਗਰ ਗੱਲ CCTV ਦੀ ਹੈ, ਵੀ ਆਲਸੋ ਦੈਟ ਜਿਹੜੀ ਸਾਡੀ ਮੇਲਸ ਆ ਆਲਰੇਡੀ ਫਾਰਵਰਡ ਆ ਕਿ CCTV ਇਹਦੇ ਤੇ ਮੁਹੱਈਆ। ਐਕਚੁਅਲੀ ਕਈ ਵਾਰੀ ਕੋਈ ਇਸ਼ੂ ਆ ਜਾਂਦਾ, ਸਿਸਟਮ ਦਾ ਇਸ਼ੂ ਹੁੰਦਾ ਆ, ਕਈ ਵਾਰੀ ਸਰ ਕੋਈ ਲਾਈਕ ਨੈਟ ਦਾ ਇਸ਼ੂ ਹੋ ਸਕਦਾ ਆ,
ਤਾਂ ਨੈਕਸਟਲੀ ਸਰ ਜਿਹੜਾ ਇਨ ਫਿਊਚਰ ਇਹ ਵੀ ਚੀਜ਼ ਅਵੇਲੇਬਲ ਹੋ ਜਾਏਗੀ ਉੱਥੇ, CCTV ਦੀ ਫੈਸਿਲਿਟੀ ਵੀ ਅਵੇਲੇਬਲ ਹੋ ਜਾਏਗੀ। ਤੁਸੀਂ ਆਪਣੇ ਜਿਹੜੇ ਮੇਨ ਓਨਰ ਨੇ ਤੁਹਾਡੇ ਅਜੇ ਜੀ, ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਕਿ ਇਸ ਤਰੀਕੇ ਦੇ ਨਾਲ ਇਸ ਜਗ੍ਹਾ ਤੇ ਸਟਾਫ ਲਗਾ ਰਿਹਾ ਸੀ ਪਲੇਟਾਂ? ਲਾਈਕ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਫਰਾਈਡੇ ਨੂੰ ਗਏ, ਸੈਚਰਡੇ ਨੂੰ ਜਦੋਂ ਗਏ ਸੀ ਸਾਡੇ ਫਰਸਟ ਬ੍ਰਾਂਚ ਦੇ ਵਿੱਚ, ਐਂਡ ਤੁਸੀਂ ਦੱਸਿਆ ਸੀ ਕਿ ਤੁਹਾਡਾ ਸਿਸਟਮ ਚੱਲ ਰਿਹਾ ਵਾ, ਤਾਂ ਅਸੀਂ ਆਪਣੀ ਸੀਨੀਅਰ ਨਾਲ ਕੋਆਰਡੀਨੇਟ ਕੀਤਾ ਕਿ ਸਰ ਇਸ ਤਰ੍ਹਾਂ ਲੜਕਾ ਹੈ ਕੰਮ ਸਾਹਮਣੇ ਆਇਆ ਵਾ ਜਿਹੜਾ ਇਹ ਕੰਮ ਕਰ ਰਿਹਾ ਵਾ ਫਰੇਮਸ ਵਗੈਰਾ ਦਾ, ਤਾਂ ਇਮੀਡੀਏਟਲੀ ਸਰ ਉਹਨੂੰ ਉੱਥੋਂ ਅਸੀਂ ਆਪਾਂ ਫਾਇਰ ਕਰਤੇ ਆਏ। ਉਹ ਲੜਕਾ ਇੱਕ ਸੀ ਉੱਥੇ ਜਿਹੜਾ ਦੱਸਦਾ ਪਿਆ, ਉੱਥੇ 10 ਜਣੇ ਹੈਗੇ ਆ, ਤੇ ਫਿਰ ਤੇ 10 ਜਣੇ ਹੀ ਕਰਦੇ ਹੋਣਗੇ। ਜੇਕਰ ਇੱਕ ਕਰਦਾ ਪਿਆ ਤੇ ਬਾਕੀ ਤੇ ਉਹਨਾਂ ਦੀ ਅੱਖਾਂ 'ਚ ਘੱਟਾ ਤੇ ਪਿਆ ਨਹੀਂ, ਉਹ ਤੇ ਵੇਖਦੇ ਹੋਣੇ ਆ ਕਿ ਆ ਪਲੇਟਾਂ ਲੱਗਦੀਆਂ ਪਈਆਂ ਨੇ, ਤੇ ਫਿਰ ਤੇ 10 ਦੇ 10 ਕਸੂਰ ਹੋਏ। ਤੇ ਜੇ ਉਹ 10 ਜਣੇ ਬਾਏ ਦੇਵੇ, ਤੁਸੀਂ ਕਹਿੰਦੇ ਮੈਂ ਸਹੀ ਆ, ਮੈਂ ਨਹੀਂ ਪਲੇਟਾਂ ਲਾਂਦਾ, ਮੈਂ ਨਹੀਂ ਲਾਂਦਾ, ਮੈਨੂੰ ਨਹੀਂ ਪਤਾ, ਫਰੇਮ ਨਹੀਂ ਲਗਾਉਂਦਾ, ਠੀਕ ਹੈ। ਤੇ ਜੇ ਉਹ 10 ਜਣੇ ਵਿੱਚੋਂ ਇੱਕ ਵੀ ਜਣਾ ਕਹਿ ਦਿੰਦਾ ਵਾ ਕਿ ਮੈਂ ਭਾਜੀ ਨੂੰ ਪਤਾ ਵਾ, ਮੈਂ ਭਾਜੀ ਨੂੰ ਪੇਮੈਂਟ ਦੇਣਾ ਵਾ, ਤਾਂ ਫਿਰ ਆਪਾਂ ਆਪਣੇ ਤੇ ਕਾਰਵਾਈ ਕਰਨ ਨੂੰ ਤਿਆਰ। ਡੈਫੀਨੇਟਲੀ ਸਰ, ਅਗਰ ਲੱਗਦਾ ਇੱਦਾਂ ਦਾ ਕੁਝ ਹੈਗਾ ਕਿ ਜੇ ਅਸੀਂ ਸਾਡੇ ਸਾਹਮਣੇ ਜੇ ਕੋਈ ਇਹੋ ਜਿਹਾ ਗਲਤ ਕੰਮ ਹੋਏਗਾ ਤਾਂ ਸਰ ਅਸੀਂ ਜਿਹੜਾ ਆ ਉਹਨੂੰ ਬਰਦਾਸ਼ਤ ਨਹੀਂ ਕਰ ਸਕਦੇ। ਅਗਰ ਕੋਈ ਆਪ ਹੁਣ ਜਿਸ ਤਰ੍ਹਾਂ ਲਾਈਕ ਮੈਂ ਆ, ਅਗਰ ਮੈਂ ਕੋਈ ਗਲਤ ਕੰਮ ਕਰ ਰਿਹਾ ਤਾਂ ਮੇਰੇ ਸੀਨੀਅਰ ਬਰਦਾਸ਼ਤ ਨਹੀਂ ਕਰਨਗੇ ਕਿ ਇਹ ਬੰਦਾ ਗਲਤ ਕੰਮ ਕਰ ਰਿਹਾ ਹੈ, ਉਸ ਇਮੀਡੀਏਟਲੀ ਮੇਰੇ ਤੇ ਵੀ ਉਹੀ ਐਕਸ਼ਨ ਆਏਗਾ ਜੋ ਦੂਜੇ ਪਰਸਨਸ ਤੇ ਆਉਂਦਾ ਹੈ। ਅੱਛਾ, ਅਜੇ ਜੀ ਦਾ ਨੰਬਰ ਹੈਗਾ, ਮੈਨੂੰ ਨੰਬਰ ਮਿਲ ਸਕਦਾ ਜੀ? ਸਰ ਨੰਬਰ ਮੈਂ ਤੁਹਾਨੂੰ ਹੁਣ ਤੇ ਨਹੀਂ ਪ੍ਰੋਵਾਈਡ ਕਰਾ ਸਕਦਾ, ਲੇਕਿਨ ਨੈਕਸਟ ਹੀ ਤੁਹਾਨੂੰ ਨੰਬਰ ਜ਼ਰੂਰ ਆ ਕੀ ਅਜੇ ਜੀ ਦਾ? ਅਜੇ ਰਿਆਲ ਸਰ। ਆ ਨੰਬਰ ਹੁਣ ਅਜੇ ਜੀ ਦਾ ਮੈਂ ਲੰਮਾ ਰਾਣਾ। ਕੀ ਕੰਪਨੀ ਦਾ ਨਾਮ ਕੀ ਤੁਹਾਡੀ ਦਾ? ਐਗਰੋਸ ਇੰਪੈਕਟ ਸਰ ਜੀ। ਹੈਲੋ ਹੈਲੋ, ਅਜੇ ਜੀ ਗੱਲ ਕਰ ਰਹੇ? ਹਾਂਜੀ ਅਜੇ ਜੀ, ਸੁਖਚੈਨ ਗੱਲ ਕਰ ਰਹੇ ਹਾਂ, ਡੇਲੀ ਪੋਸਟ ਪੰਜਾਬੀ ਤੋਂ। ਜੀ। ਹਾਂ ਸਰ, ਕੀ ਹਾਲ, ਠੀਕ ਹੋ? ਵਧੀਆ ਜੀ। ਅੱਛਾ ਸਰ, ਅੰਮ੍ਰਿਤਸਰ ਤੋਂ ਮੈਂ ਗੱਲ ਕਰਦਾ ਪਿਆ। ਅੰਮ੍ਰਿਤਸਰ ਦੇ ਵਿੱਚ ਤੁਹਾਡੇ 2 ਦਫ਼ਤਰ ਨੇ ਜਿੱਥੇ ਪਲੇਟਾਂ ਲੱਗਦੀਆਂ ਨੇ, ਠੀਕ ਹੈ। ਇੱਕ ਤਰਨਤਾਰਨ ਦੇ ਵਿੱਚ, ਤੇ ਮਿਸਟਰ ਗਗਨ ਨੇ ਜਿਹੜੇ ਉੱਥੇ ਹੈਂਡਲ ਕਰਦੇ ਸਾਰੇ, ਠੀਕ ਹੈ। ਤੇ ਸਰ ਜਿਹੜੀਆਂ ਪਲੇਟਾਂ ਦੇ ਮਗਰ ਫਰੇਮ ਲੱਗਦਾ ਵਾ, ਉਹ ਤੁਹਾਡੇ ਵੱਲੋਂ ਅਲਾਉ ਕੀਤਾ ਹੋਇਆ ਕਿ ਫਰੇਮ ਲੱਗਣਾ ਚਾਹੀਦਾ ਵਾ? ਫਰੇਮ ਤਾਂ ਕੋਈ ਮੈਂਡੇਟਰੀ ਹੈ ਹੀ ਨਹੀਂ ਹੈ। ਪਰ ਇੱਥੇ ਸਰ ਫਰੇਮ ਲੱਗਦੇ ਦੇ ਅਸੀਂ ਸਟਾਫ ਨੂੰ ਆਪਾਂ ਵੀਡੀਓ ਬਣਾਈ ਹੈ ਸਾਰੇ ਪਾਸੇ। ਗਗਨ ਜੀ ਮੇਰੇ ਲਾਗੇ ਬੈਠੇ ਹੋਏ ਨੇ, ਉਹਨਾਂ ਨਾਲ ਵੀ ਮੈਂ ਗੱਲ ਕਰਦਾ ਪਿਆ। ਤੇ ਆਪਾਂ ਫਿਰ ਫਰੇਮ ਲਗਾ ਰਹੇ ਹਾਂ, ਤੇ ਕਸਟਮਰ ਨੂੰ ਆਪਾਂ ਇੰਨੀ ਗੱਲ ਕਹਿੰਦੇ ਆ ਕਿ ਜੇਕਰ ਹੁਣੇ ਲਈ ਪਲੇਟ ਲਗਾਣੀ ਹੈ ਤਾਂ ਫਰੇਮ ਲਗਾਉਣਾ ਜ਼ਰੂਰੀ ਆ, ਤਾਂ ਕਸਟਮਰ ਆਪਣਾ ਟਾਈਮ ਬਚਾਉਣ ਦੇ ਚੱਕਰ ਦੇ ਵਿੱਚ ਉਹ ਫਰੇਮ ਲਗਾ ਲੈਂਦਾ। ਨਹੀਂ ਤਾਂ ਕੋਈ ਹੈ ਨਹੀਂ, ਸੀਨ ਹੀ ਨਹੀਂ ਹੈ। ਫਰੇਮ ਤਾਂ ਮੈਂਡੇਟਰੀ ਨਹੀਂ ਹੈ, ਨਾ ਆਪਾਂ ਅਲਾਉ ਕਰਦੇ ਹਾਂ ਕਿਸੇ ਨੂੰ ਕਿ ਫਰੇਮ ਲਗਾਓ। ਕਸਟਮਰ ਆਪਣਾ ਆਪ ਦਾ ਬਾਹਰੋਂ ਲੈ ਕੇ ਆਏ। ਅੱਛਾ ਸਰ, ਪੰਜਾਬ ਦੇ ਵਿੱਚ ਕੁੱਲ ਕਿੰਨੀ ਵਹੀਕਲ ਹੋਣਗੇ ਵੈਸੇ ਅੰਦਾਜ਼ਾ? ਟੋਟਲ ਵਹੀਕਲਸ ਦੀ ਕੈਟਾਗਰੀ ਤੋਂ ਤਾਂ ਮਤਲਬ ਆਰਟੀਐਸ ਤੋਂ ਮਿਲ ਪਾਏਗੀ ਨਾ ਤੁਹਾਨੂੰ। ਕਰੋੜਾਂ ਤੇ ਕਿੱਥੇ ਹੈ, ਇੰਨੀ ਤਾਂ ਕਿੱਥੇ। ਸਰ ਆਪਣੇ ਕੋਲ ਕਿੰਨੀਆਂ ਗੱਡੀਆਂ? 1-2 ਗੱਡੀਆਂ ਤੁਹਾਡੇ ਕੋਲ ਵੀ ਹੋਣਗੀਆਂ ਮੋਸਟਲੀ, ਮਤਲਬ ਕਿ ਹਾਂ ਵੀ ਨੰਬਰ ਲਿਖ ਕੇ। ਤੇ 2 ਗੱਡੀਆਂ ਮੇਰੇ ਕੋਲ ਵੀ ਹੈਗੀਆਂ ਨੇ, ਤੇ ਹਰ ਘਰ ਦੇ ਵਿੱਚ ਮੇਰੇ ਹਿਸਾਬ ਨਾਲ 2-3 ਗੱਡੀਆਂ ਹੁੰਦੀਆਂ ਨੇ। ਨਹੀਂ ਐਸਾ ਤਾਂ ਨਹੀਂ, ਮਤਲਬ ਕਿ 3 ਕਰੋੜ ਦੀ ਆਬਾਦੀ ਹੈ ਤਾਂ 2 ਕਰੋੜ ਗੱਡੀ ਤੇ ਆਪਾਂ ਲਗਾ ਸਕਦੇ ਹਾਂ, ਹੈਨਾ? ਨਹੀਂ ਚਲੋ ਵੈਸੇ ਮਾੜੀ ਰੈਸ਼ੋ ਦੱਸ ਦਿਓ ਜੇ ਤੁਹਾਨੂੰ ਪਤਾ ਥੋੜਾ ਜਿਹਾ। ਮੋਟਾ ਮਤਲਬ ਕਿੰਨਾ ਹੋਏਗਾ? 90 ਲੱਖ ਗੱਡੀ ਹੋਏਗੀ। ਕਰੋੜ ਗੱਡੀ ਲਾਉਣੀ ਆਪਾਂ। ਚਲੋ। ਤੇ 2 ਵੀਲਰ? 2 ਵੀਲਰ ਤੇ ਹਰ ਘਰ 'ਚ ਹੈਗਾ ਸਰ। 2 ਵੀਲਰ ਤਾਂ ਆਲਮੋਸਟ ਹਰ ਕੋਲ ਮਿਲੇਗਾ ਤੁਹਾਡੇ ਕੋਲ। ਹਾਂ, ਯਾਨੀ ਕਿ ਆਪਾਂ 1 ਕਰੋੜ ਗੱਡੀ ਤੁਹਾਡੇ ਹਿਸਾਬ ਨਾਲ ਲਗਾ ਲਈਏ। 1 ਕਰੋੜ ਗੱਡੀ ਦੇ ਵਿੱਚੋਂ ਜੇਕਰ ਫਰੇਮ ਲੱਗਦੇ ਨੇ, ਅਸੀਂ ਗੱਡੀਆਂ ਦੀ ਰੇਸ਼ੋ ਕਚਾ ਕਰਦੇ ਪਏ, ਜੇ ਫਰੇਮ ਲੱਗਦੇ ਨੇ, ਜੇ 50 ਲੱਖ ਗੱਡੀ ਨੂੰ ਫਰੇਮ ਲੱਗੇ ਤੇ ਸਰ ਕਰੋੜਾਂ ਰੁਪਏ ਦਾ ਚੂਨਾ ਲੱਗਦਾ ਪਿਆ ਲੋਕਾਂ ਦੀ ਜੇਬ ਤੇ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਜੀ ਕਿ ਫਰੇਮ ਲੱਗਦੇ ਹੈ, ਹਾਂਜੀ, ਕੌਣ ਲਾਉਂਦਾ ਹੈ? ਸਰ ਇੱਥੇ ਮੇਰੇ ਕੋਲ ਵੀਡੀਓ ਨਾ, ਤਾਂ ਮੈਂ ਇੱਥੇ ਦੀ ਗੱਲ ਕਰਦਾ ਪਿਆ। ਠੀਕ ਹੈ। ਸੈਕਿੰਡ ਚੀਜ਼ ਤੁਸੀਂ ਵੀ ਉੱਥੇ ਰਹਿੰਦੇ ਹੋ ਜਿੱਥੇ ਮਤਲਬ ਕਿ ਹੋ ਅੰਮ੍ਰਿਤਸਰ ਦੇ ਵਿੱਚ। ਓਕੇ। ਬਾਹਰ ਬੰਦੇ ਬੈਠੇ ਹੈ ਸਾਰੇ। ਹਾਂਜੀ। ਉੱਥੇ ਏਜੰਟਸ ਵੀ ਬੈਠੇ ਹੈ। ਓਕੇ। ਅੱਛਾ, ਏਜੰਟ ਦਾ ਕੰਮ ਕਰਦੇ ਹੈ ਬੰਦੇ, ਫਰੇਮ ਦੀ ਮਤਲਬ ਸੇਲ ਕਰਦੇ ਹੈ। ਓਕੇ, ਠੀਕ ਹੈ। ਸੋ ਤੁਸੀਂ ਮਤਲਬ ਕਿ ਕਿਵੇਂ ਕਹਿੰਦੇ ਹੋ ਕਿ ਆਪਾਂ ਮਤਲਬ ਲਾ ਰਹੇ ਫਰੇਮਸ? ਸਰ ਮੇਰੇ ਕੋਲ ਤੁਹਾਡੇ ਬੰਦਿਆਂ ਦੀ ਵੀਡੀਓ ਆ ਜਿਹਦੇ ਵਿੱਚ ਉਹ ਰੇਟ ਗੱਲ ਕਰਦੇ ਪਏ, ਰੇਟ। ਮੈਂ ਨਾ ਬੰਦਿਆਂ ਨੂੰ ਆਲਰੇਡੀ ਇੰਸਟਰਕਸ਼ਨ ਦਿੱਤੀਆਂ ਹੈ, ਕੋਈ ਮੇਰੇ ਕੋਲ ਇਦਾਂ ਦਾ ਬੰਦਾ ਪਕੜਿਆ ਗਿਆ ਹਾਂਜੀ ਤੇ ਮੈਂ ਛੱਡਾਂਗਾ ਨਹੀਂ, ਮੈਂ ਪਹਿਲਾਂ ਹੀ ਬੰਦੇ ਕੱਢੇ ਆ। ਤੇ ਮੈਂ ਤੁਹਾਨੂੰ ਵੀਡੀਓ ਸਰ ਸੈਂਡ ਕਰਾਂਗਾ ਐਲੀ, ਤੇ ਫਿਰ ਤੁਹਾਡੇ ਸਾਰੇ ਬੰਦੇ ਉਹਦੇ ਵਿੱਚ ਆਂਦੇ ਪਏ ਨੇ ਜਿਹੜੇ ਪਲੇਟਾਂ ਦੇ ਰੇਟਾਂ ਦੀ ਗੱਲ ਕਰਦੇ ਪਏ ਨੇ। ਅੱਛਾ, ਹਾਂਜੀ। ਜਿਹੜਾ ਹੈਗਾ ਮੈਨੂੰ ਦੱਸ ਦੇਣਾ, ਮੈਂ ਜਾ ਕੇ ਬਾਹਰ ਮਾਰਾਂਗਾ ਨਾਲ ਦੇ ਨਾਲ। ਮੈਨੂੰ ਤਾਂ ਬੰਦੇ ਦੀ ਲੋੜ ਹੀ ਨਹੀਂ ਹੈ ਬਿਲਕੁਲ। ਅੱਛਾ, ਗਹਿਰਾਈ ਸਰ ਉਸ ਤਰ੍ਹਾਂ ਅਸੀਂ ਆਪਣੇ ਵੱਲੋਂ ਕਦੀ ਜਾਂਚ ਕੀਤੀ ਹੈ? ਗਹਿਰਾਈ ਤੱਕ ਪਹੁੰਚਣ ਦੀ ਗੱਲ ਆਪਾਂ ਕੀਤੀ ਹੈ ਕਿ ਆਖਿਰਕਾਰ ਇਹ ਚੱਲਦਾ ਕੀ ਪਿਆ ਵਾ ਦਫ਼ਤਰਾਂ ਦੇ ਵਿੱਚ? ਦੇਖੋ ਜੀ ਯਾਰ, ਪਿੱਛੇ ਜਿਹੜੇ ਬੰਦੇ ਬੈਠੇ ਹੋਏ ਹੈ, ਕਿ ਮੈਂ ਲੋਕੇਸ਼ਨ ਤੇ ਨਹੀਂ ਹੁੰਦਾ ਹਮੇਸ਼ਾ, ਹਰ ਜਗ੍ਹਾ ਮੈਂ ਪਹੁੰਚ ਨਹੀਂ ਪਾਉਂਦਾ। ਬਿਲਕੁਲ ਕੋਈ ਨਹੀਂ ਪਹੁੰਚ ਸਕਦਾ। ਹਾਂਜੀ। ਹੁਣ ਪਿੱਛੇ ਬੰਦਾ ਕੌਣ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ, ਹੁਣ ਜਦੋਂ ਪਕੜ ਨਿਕਲ ਕੇ ਆਂਦੀ ਹੈ ਗੱਲ
ਤੇ ਆਪਣਾ ਸਿੰਪਲ ਜਿਹਾ ਹੋਏਗਾ ਕਿ ਹਾਂ ਵੀ ਯਾਰ ਬਾਹਰ ਕੱਢ ਦੋ। ਚਲੋ ਬਿਲਕੁਲ ਸਰ, ਮੈਂ ਅੱਗੇ- ਤੁਹਾਨੂੰ ਅੱਗੇ ਬਾਰ-ਬਾਰ ਕੋਈ ਤੁਹਾਨੂੰ ਸਾਹਮਣੇ ਨਾ ਆਵੇ। ਤੁਹਾਡੇ ਸਾਹਮਣੇ ਉਹ ਬੰਦੇ ਮੈਂ ਲਿਆਂਦਾ ਰਵਾਂਗਾ ਬਾਰ-ਬਾਰ। ਮੇਰਾ ਪਰਸਨਲ ਨੰਬਰ ਤੁਸੀਂ ਨੋਟ ਕਰ ਲਓ। ਜਦੋਂ ਵੀ ਵੀਡੀਓ ਹੋਏਗੀ ਮੈਂ ਬਕਾਇਦਾ ਤੁਹਾਨੂੰ ਭੇਜਾ ਕਰਾਂਗਾ, ਭਾਵੇਂ ਅੱਜ ਤੇ ਭਾਵੇਂ ਰੋਜ਼। ਠੀਕ ਹੈ ਸਰ? ਓਕੇ, ਥੈਂਕ ਯੂ ਸਰ ਗੱਲ ਕਰਨ ਵਾਸਤੇ। ਠੀਕ ਹੈ ਜੀ, ਇਹ ਜਿਹੜੇ ਇਹਨਾਂ ਦੇ ਇੰਚਾਰਜ ਨੇ ਉਹਨਾਂ ਦੇ ਨਾਲ ਗੱਲਬਾਤ ਸਾਂਝੀ ਕੀਤੀ ਹੈ, ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਮੌਕੇ ਦੇ ਉੱਤੇ ਨਹੀਂ ਹੁੰਦਾ। ਪਰ ਤੁਸੀਂ ਹਿਸਾਬ ਲਗਾ ਸਕਦੇ ਜੇ, ਅਸੀਂ ਆਰਟੀਓ ਸਾਹਿਬ ਕੋਲ ਵੀ ਜਾਵਾਂਗੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰਕਾਰ ਇਹ ਚੱਲਦਾ ਕੀ ਪਿਆ। ਦੇਖੋ, ਜੇਕਰ 1 ਕਰੋੜ ਗੱਡੀ ਉਹ ਦੱਸਦੇ ਪਏ ਨੇ, 1 ਕਰੋੜ ਗੱਡੀ ਜਿਹੜੀ ਆ ਉਹਦੇ ਵਿੱਚੋਂ ਮੈਂ ਦੱਸਦਾ ਤੁਹਾਨੂੰ ਰੇਟ ਕੀ ਹੈ, 566 ਰੁਪਏ ਦੇ ਵਿੱਚੋਂ ਸਰਕਾਰ ਵੱਲੋਂ ਮੇਰੇ ਹਿਸਾਬ ਦੇ ਨਾਲ ਜਿਹੜਾ ਮੇਰੇ ਤੱਕ ਜਾਣਕਾਰੀ ਪਹੁੰਚੀ ਹੈ, ਸ਼ਾਇਦ ਉਹ ਜਾਣਕਾਰੀ ਮੁਕੰਮਲ ਨਾ ਹੋਵੇ, ਪਰ ਜਿੰਨੀ ਜਾਣਕਾਰੀ ਮੇਰੇ ਕੋਲ ਹੈਗੀ ਆ ਉਸ ਜਾਣਕਾਰੀ ਦੇ ਮੁਤਾਬਕ 70% ਜਿਹੜਾ ਵਾ ਉਹ ਕੰਪਨੀ ਨੇ ਰੱਖਣਾ ਤੇ 30% ਸਰਕਾਰ ਨੂੰ ਦੇਣਾ। 70% ਦੇ ਮਤਲਬ ਕਿ 400 ਰੁਪਿਆ ਇੱਕ ਪਲੇਟ ਦੇ ਮਗਰ, ਆਪਣਾ ਇੱਕ ਗੱਡੀ ਦੇ ਮਗਰ, 4 ਵੀਲਰ ਦੇ ਮਗਰ ਬਚਦਾ ਪਿਆ ਕੰਪਨੀ ਨੂੰ। 4 ਵੀਲਰ ਦੇ ਮਗਰ ਇੱਕ ਗੱਡੀ ਦੇ ਮਗਰ 400 ਤੇ 100 ਰੁਪਿਆ ਖਰਚਾ ਲਗਾਉਣੀ, ਯਾਨੀ ਕਿ 300 ਰੁਪਿਆ ਸਰਕਾਰ ਤੁਹਾਨੂੰ ਦਿੰਦੀ ਪਈ। ਉਸ ਤੋਂ ਬਾਅਦ ਅਸੀਂ 500 ਰੁਪਏ ਦਾ ਫਰੇਮ ਲਗਾਉਂਦੇ ਹਾਂ। 500 ਰੁਪਏ ਦਾ ਫਰੇਮ ਜੇਕਰ ਅਸੀਂ 1 ਕਰੋੜ ਗੱਡੀ ਨੂੰ ਵਿੱਚੋਂ 50 ਲੱਖ ਗੱਡੀ ਨੂੰ ਵੀ ਲੱਗਾ ਹੋਵੇ ਤਾਂ 50 ਲੱਖ ਗੱਡੀ 450 ਰੁਪਇਆ। ਜੇਕਰ ਫਰੇਮ ਦੀ ਗੱਲ ਕਰੀਏ 50 ਰੁਪਏ ਦਾ ਰੇਟ ਹੈ। ਜੇ ਫਲਿੱਪਕਾਰਟ ਦੇ ਉੱਤੇ ਰੇਟ ਪਾਰਾਂਗੇ ਤਾਂ ਫਿਰ ਉਹਦੇ ਉੱਤੇ 191 ਰੁਪਏ ਰੇਟ ਆਏਗਾ। ਤੇ ਜੇਕਰ ਅਸੀਂ ਉਹ ਕੋਰੀਅਰ ਵਿੱਚ ਪਾ ਲੈਨੇ ਤਾਂ ਉਹਨਾਂ ਨੇ ਰੇਟ ਇੱਕ ਫਰੇਮ ਦਾ ਵੱਧ ਲਾਣਾ। ਜੇ ਅਸੀਂ ਹਜ਼ਾਰਾਂ ਜਾਂ ਲੱਖਾਂ ਫਰੇਮ ਦੇਵਾਂਗੇ ਤਾਂ ਫਿਰ ਉਹ 50 ਰੁਪਏ ਦਾ ਫਰੇਮ ਸਾਨੂੰ ਪਏਗਾ। ਤੇ ਯਾਨੀ ਕਿ 450 ਰੁਪਇਆ ਅਸੀਂ ਉਹ ਕਮਾਉਂਦੇ ਪਏ ਹਾਂ, ਉਹ ਕਿਸੇ ਖਾਤੇ 'ਚ ਨਹੀਂ ਪੈਂਦਾ ਪਿਆ ਜੇਕਰ ਸੱਚ ਹੈਗਾ ਤਾਂ। ਕਿਉਂਕਿ ਆਪਾਂ ਜਿਹੜੀ ਵੀਡੀਓ ਫੜੀ ਇਸ ਤਰ੍ਹਾਂ ਦੀ ਵੀਡੀਓ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਰਿਪੋਰਟਰਸ ਨੇ ਉਹ ਫੜਨਗੇ। ਤੇ ਜੇਕਰ ਲੱਗਦੀ ਪਿਆ ਤਾਂ ਫਿਰ ਕਿੱਡਾ ਵੱਡਾ ਕਪਲਾ, ਕਿੱਡੀ ਵੱਡੀ ਜਿਹੜੀ ਡਸ ਜਿਹੜੀ ਹੈ ਆਮ ਲੋਕਾਂ ਨੂੰ ਵੱਜਦੀ ਪਈ। 500 ਕਰਕੇ ਕਰੋੜਾਂ ਰੁਪਏ ਐਂਟਰ ਹੋ ਚੁੱਕੇ ਨੇ, ਅਰਬਾਂ ਰੁਪਏ ਐਂਟਰ ਹੋ ਚੁੱਕੇ ਨੇ। ਮੈਂ ਚਾਹਾਂਗਾ ਕਿ ਸਰਕਾਰ ਇਹਦੇ ਉੱਤੇ ਕਾਰਵਾਈ ਕਰੇ। ਦੇਖਦੇ ਹਾਂ ਕਿ